ਜੈ ਮਸੀਹ ਪਿਆਰੇ ਦੇ ਭਰਾਵੋ, ਗॉड ਬਲੈਸ ਯੂ। ਪਰਮੇਸ਼ਰ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। ਪ੍ਰਭੂ ਦਾ ਧੰਨਵਾਦ ਕਰਦੇ ਹੈਗੇ ਆ ਕਿ ਆਪਣੀ ਪਿਛਲੀ ਮੀਟਿੰਗ ਬਹੁਤ ਹੀ ਜ਼ਬਰਦਸਤ ਸੀ। ਪਰਮੇਸ਼ਰ ਦੀ ਹਜ਼ੂਰੀ ਨਾਲ ਭਰੀ ਹੋਈ ਸੀ, ਪਰਮੇਸ਼ਰ ਦੇ ਮਸਾਂ ਨਾਲ ਭਰੀ ਹੋਈ ਸੀ। ਜਿਸ ਤਰ੍ਹਾਂ ਪਿਆਰੇ ਦੇ ਭਰਾਵੋ, ਆਪਾਂ ਨੂੰ ਪਤਾ ਹੈਗਾ ਕਿ ਪੈਂਟੀਕੋਸਟ ਦੇ ਦਿਨ ਨੇੜੇ ਆ ਰਹੇ ਹੈਗੇ ਨੇ, ਤੇ ਆਪਾਂ ਜੋ ਵੀ ਇਹਨਾਂ ਦਿਨਾਂ ਦੇ ਵਿੱਚ ਪਰਮੇਸ਼ਰ ਦੇ ਵਚਨਾਂ ਦੀ ਗਹਿਰਾਈਆਂ ਦੇ ਵਿੱਚ ਜਾ ਰਹੇ ਹਾਂ, ਤੇ ਉਹਦੇ ਨਾਲ ਪ੍ਰਭੂ ਦੇ ਭੈਣੋ ਆਪਾਂ ਆਪਣੇ ਦਿਲ ਨੂੰ ਤਿਆਰ ਕਰ ਰਹੇ ਹਾਂ ਉਸ ਰਿਵਾਈਵਲ ਦੇ ਵਾਸਤੇ, ਉਸ ਪੈਂਟੀਕੋਸਟ ਦੀ ਮੂਵਮੈਂਟ ਦੇ ਵਾਸਤੇ, ਉਸ ਪਵਿੱਤਰ ਆਤਮਾ ਦੀ ਵਿਜ਼ਿਟੇਸ਼ਨ ਦੇ ਵਾਸਤੇ। ਪਰਮੇਸ਼ਰ ਦੇ ਵਚਨਾਂ ਦੀ ਗਹਿਰਾਈ ਦੇ ਵਿੱਚ ਜਾਣਾ ਪ੍ਰਭੂ ਦੇ ਭੈਣੋ, ਜਿੱਦਾਂ ਕਹਿ ਲਓ ਕਿ ਜਾ ਕੇ ਪਰਮੇਸ਼ਰ ਦੇ ਵਚਨਾਂ ਦੀ ਫਾਊਂਡੇਸ਼ਨ ਨੂੰ, ਪਰਮੇਸ਼ਰ ਦੇ ਵਚਨਾਂ ਦੀ ਨੀਂਹ ਨੂੰ ਛੂ ਲੈਣਾ। ਜਿਉਂ ਆਪਾਂ ਪਰਮੇਸ਼ਰ ਦੇ ਵਚਨਾਂ ਦੀ ਗਹਿਰਾਈ 'ਚ ਜਾਂਦੇ ਹਾਂ, ਤਿਉਂ ਆਪਣੀ ਗਹਿਰਾਈ ਦੇ ਵਿੱਚ ਫਾਊਂਡੇਸ਼ਨਸ ਜਿਹੜੀਆਂ ਨੇ ਉਹ ਤਿਆਰ ਹੁੰਦੀਆਂ ਨੇ। ਜਾਣੀ ਕਿ ਜਦੋਂ ਤੁਸੀਂ ਕਿਸੇ ਵੱਡੀ ਇਮਾਰਤ ਨੂੰ ਖੜਾ ਕਰਨਾ ਹੁੰਦਾ ਆ, ਉਦੋਂ ਸਭ ਤੋਂ ਪਹਿਲਾਂ ਉਹਦੀ ਇਮਾਰਤ ਦੀ ਜਿਹੜੀ ਫਾਊਂਡੇਸ਼ਨ ਆ, ਜਿਹੜੀ ਉਹਦੀ ਨੀਂਹ ਆ, ਉਹਨੂੰ ਤਿਆਰ ਕੀਤਾ ਜਾਂਦਾ ਆ। ਤੇ ਪਰਮੇਸ਼ਰ ਦੇ ਵਚਨਾਂ ਦੇ ਵਿੱਚ ਜਾ ਕੇ, ਗਹਿਰਾਈ ਦੇ ਵਿੱਚ ਜਾ ਕੇ ਜਦੋਂ ਆਪਾਂ ਸਟੱਡੀ ਕਰਦੇ ਹਾਂ, ਉਦੋਂ ਪਾਕ ਰੂਹ ਪਵਿੱਤਰ ਆਤਮਾ ਆਪਣੀ ਨੀਂਹ ਰੂਹਾਨੀ ਤੌਰ ਤੇ ਆਪਾਂ ਨੂੰ ਤਕੜਾ ਕਰਦਾ ਹੈ ਤੇ ਸਟਰੋਂਗ ਕਰਦਾ ਹੈ ਤਾਂ ਕਿ ਤੁਸੀਂ ਡੋਲੋ ਨਾ। ਦੁਆ ਕਰ ਰਿਹਾ ਸੀਗਾ, ਕੱਲ ਦੀ ਗੱਲ ਹੈਗੀ ਆ, ਤੇ ਪਰਮੇਸ਼ਰ ਦਾ ਵਚਨ ਆਇਆ ਕਿ ਕਲੀਸਿਆ ਨੂੰ ਦੱਸ ਕਿ ਸਮੇਂ ਆਉਣਗੇ ਚੰਗੇ ਵੀ ਤੇ ਸਮੇਂ ਆਉਣਗੇ ਮਾੜੇ ਵੀ, ਸਮੇਂ ਆਉਣਗੇ ਉੱਚੇ ਵੀ, ਸਮੇਂ ਆਉਣਗੇ ਨੀਵੇਂ ਵੀ। ਹਰ ਤਰ੍ਹਾਂ ਦੇ ਸਮੇਂ ਆਉਣਗੇ, ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਸਕਦੀਆਂ ਨੇ, ਹਰ ਤਰ੍ਹਾਂ ਦੀ ਫਿਕਰ ਆ ਸਕਦੇ ਨੇ, ਹਰ ਤਰ੍ਹਾਂ ਦੀ ਟੈਸਟਿੰਗ ਆ ਸਕਦੇ ਨੇ। ਲੇਕਿਨ ਤਿੰਨ ਚੀਜ਼ਾਂ ਪਰਮੇਸ਼ਰ ਨੇ ਮੈਨੂੰ ਦਿਖਾਈਆਂ। ਪਹਿਲੇ ਨੰਬਰ ਤੇ ਪ੍ਰਭੂ ਨੇ ਆਖਿਆ ਕਿ ਮੇਰੇ ਪ੍ਰਿੰਸੀਪਲਸ ਤੇ, ਮੇਰੇ ਫਾਊਂਡੇਸ਼ਨ ਤੇ ਬਣੇ ਰਹਿਣਾ ਹੈ। ਤੇ ਮੈਂ ਆਖਿਆ ਪ੍ਰਭੂ ਇਹ ਕੀ ਆ? ਜਾਣੀ ਕਿ ਕੁਝ ਵੀ ਹੋ ਜਾਏ, ਤੁਸੀਂ ਚੰਗਾ ਮਹਿਸੂਸ ਕਰਦੇ ਹੋ, ਤੁਸੀਂ ਮਾੜਾ ਮਹਿਸੂਸ ਕਰਦੇ ਹੋ, ਤੁਸੀਂ ਖੁਸ਼ ਮਹਿਸੂਸ ਕਰਦੇ ਹੋ, ਤੁਸੀਂ ਡਿਪਰੈਸ ਮਹਿਸੂਸ ਕਰ ਰਹੇ ਹੋ, ਤੁਸੀਂ ਉਦਾਸੀ ਚੋਂ, ਵਚਨ ਪੜ੍ਹਨਾ ਨਹੀਂ ਛੱਡਣਾ। ਜੋ ਵਚਨ ਪੜ੍ਹਿਆ ਨਹੀਂ ਜਾਂਦਾ, ਵਚਨ ਸੁਣਿਆ ਕਰੋ, ਵਚਨ ਸੁਣਨਾ ਨਹੀਂ ਛੱਡਣਾ। ਪਹਿਲੇ ਨੰਬਰ ਤੇ ਵਚਨ ਨਹੀਂ ਛੱਡਣਾ, ਕੁਛ ਵੀ ਹੋ ਜਾਏ। ਦੂਜੇ ਨੰਬਰ ਤੇ ਪਰਮੇਸ਼ਰ ਦੇ ਹਜ਼ੂਰੀ 'ਚ ਬੈਠ ਕੇ ਪ੍ਰੇਅਰ ਨਹੀਂ ਛੱਡਣੀ। ਰੂਹ ਦੀ ਜਿਹੜੀ ਦੁਆ, ਖਾਸ ਤੌਰ ਤੇ ਜਦੋਂ ਰੂਹ ਦਾ ਬਪਤਿਜ਼ਮ ਮਿਲ ਜਾਂਦਾ ਆਪਾਂ ਨੂੰ, ਰੂਹ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ, ਉਹ ਨਹੀਂ ਛੱਡਣੀ। 2 ਨੰਬਰ ਤੇ। ਤੀਸਰੇ ਨੰਬਰ ਦੇ ਵਿੱਚ ਬੀਜਣਾ ਨਹੀਂ ਛੱਡਣਾ। ਪਰਮੇਸ਼ਰ ਦੇ ਕਲੀਸਿਆ ਦੇ ਵਿੱਚ ਆਪਣਾ 10ਵਾਂ ਲੈ ਕੇ ਆਉਣਾ, ਆਪਣਾ ਆਫਰਿੰਗ ਲੈ ਕੇ ਆਉਣੀ ਆ, ਨਹੀਂ ਛੱਡਣਾ। ਜੇ ਤਿੰਨੋਂ ਹੀ ਕੰਮ ਕਰਾਂਗੇ ਆਪਾਂ, ਚੱਲਦੇ ਰਹਾਂਗੇ ਆਪਾਂ, ਤੇ ਪ੍ਰਭੂ ਦੇ ਭੈਣੋ ਆਂਧੀਆਂ ਆ ਸਕਦੀਆਂ ਨੇ, ਤੂਫਾਨ ਆ ਸਕਦੇ ਨੇ, ਮੁਸ਼ਕਲਾਂ ਆ ਸਕਦੀਆਂ ਨੇ, ਲੇਕਿਨ ਆਪਣੀ ਜ਼ਿੰਦਗੀ ਤੇ ਆਪਣਾ ਪਰਿਵਾਰ ਸਥਿਰ ਰਹਿਣਗੇ। ਜਾਣੀ ਕਿ ਆਪਾਂ ਵੱਧਦੇ ਜਾਵਾਂਗੇ, ਵੱਧਦੇ ਜਾਵਾਂਗੇ, ਵੱਧਦੇ ਜਾਵਾਂਗੇ, ਤੇ ਪਰਮੇਸ਼ਰ ਦੀ ਬਰਕਤ ਪ੍ਰਾਪਤ ਕਰਦੇ ਜਾਵਾਂਗੇ। ਕਿਉਂਕਿ ਆਪਾਂ ਲਗਾਤਾਰ ਬੀਜ ਰਹੇ ਹਾਂ। ਆਪਾਂ ਫਾਈਨੈਂਸ਼ੀਅਲੀ ਵੀ ਬੀਜ ਰਹੇ ਹਾਂ, ਆਪਾਂ ਇਮੋਸ਼ਨਲੀ ਵੀ ਬੀਜ ਰਹੇ ਹਾਂ, ਆਪਾਂ ਸਪਿਰਿਚੁਅਲੀ ਵੀ ਬੀਜ ਰਹੇ ਹਾਂ। ਤੇ ਜਿਹੜਾ ਇਨਸਾਨ ਲਗਾਤਾਰ ਬੀਜਦਾ ਆ, ਉਹ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਬਰਕਤ ਹੀ ਆਏਗੀ, ਕਿਉਂਕਿ ਉਹ ਰੂਹਾਨੀ ਤੌਰ ਤੇ ਕੱਟਦਾ ਰਹੇਗਾ, ਫਾਈਨੈਂਸ਼ੀਅਲ ਤੌਰ ਤੇ ਕੱਟਦਾ ਰਹੇਗਾ, ਇਮੋਸ਼ਨਲੀ ਵੀ ਖੁਸ਼ੀਆਂ ਕੱਟਦਾ ਰਹੇਗਾ। ਸੋ ਪ੍ਰਭੂ ਦੇ ਭੈਣੋ, ਇਹ ਬਰਕਤ ਪਰਮੇਸ਼ਰ ਨੇ ਦੱਸੀ ਸੀਗੀ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਤੇ ਆਓ ਪ੍ਰਭੂ ਦੇ ਵਚਨ ਵਿੱਚ ਜਾਵਾਂਗੇ ਤੇ ਪੜਾਂਗੇ ਆਪਾਂ ਰੋਮਨਸ ਦੀ ਕਿਤਾਬ, ਉਹਦਾ 8ਵਾਂ ਚੈਪਟਰ ਤੇ ਉਹਦਾ 13ਵਾਂ ਵਰਸ ਆਪਾਂ ਪੜਾਂਗੇ ਧਿਆਨ ਦੇ ਨਾਲ, ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਅੱਜ ਆਪਾਂ ਕਿਹੜਾ ਵਚਨ ਪੜਨ ਤੇ ਸਿੱਖਣ ਤੇ ਉਹਦੀ ਗਹਿਰਾਈ ਜਾਣ ਜਾ ਰਹੇ ਹਾਂ। ਜੀ ਹਾਂ, ਜੇਕਰ ਤੁਸੀਂ ਆਪਣੇ ਸਰੀਰਕ ਸੁਭਾਅ ਦੇ ਅਨੁਸਾਰ ਜੀਵਨ ਗੁਜ਼ਾਰਦੇ ਹੋ ਤਾਂ ਤੁਸੀਂ ਜ਼ਰੂਰ ਮਰੋਗੇ, ਪਰ ਜੇਕਰ ਤੁਸੀਂ ਆਤਮਾ ਦੁਆਰਾ ਸਰੀਰਕ ਵਾਸਨਾਵਾਂ ਨੂੰ ਮਾਰਦੇ ਹੋ ਤਾਂ ਤੁਸੀਂ ਜ਼ਰੂਰ ਜੀਓਗੇ। ਪ੍ਰਭੂ ਦੇ ਭੈਣੋ, ਇਹ ਜਿਹੜਾ ਵਰਸ ਹੈਗਾ ਬੜਾ ਪਾਵਰਫੁਲ ਵਰਸ ਹੈਗਾ। ਪੁਰਾਣੇ ਨੇਮ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਜੇ ਜਵਾਨ ਜਿਹੜੇ ਨੇ ਉਹ ਸਰੀਰਿਕ ਵਾਸ਼ਨਾਵਾਂ ਦੇ ਵਿੱਚੋਂ ਦੀ ਗੁਜ਼ਰ ਰਹੇ ਨੇ, ਕਿ ਸਰੀਰਿਕ ਵਾਸ਼ਨਾਵਾਂ ਤੋਂ ਭੱਜੋ, ਦੂਰ ਭੱਜੋ, ਕਿਉਂਕਿ ਬੰਦਾ ਉਹਦੇ ਵਿੱਚ ਡਿੱਗ ਸਕਦਾ ਆ। ਲੇਕਿਨ ਨਵੇਂ ਨੇਮ ਵਿੱਚ ਸਰੀਰਿਕ ਵਾਸ਼ਨਾ ਨੂੰ ਮਾਰਨ ਦੇ ਵਾਸਤੇ ਪਰਮੇਸ਼ਰ ਨੇ ਇੱਕ ਬੜਾ ਜ਼ਬਰਦਸਤ ਤਰੀਕਾ ਦੱਸਿਆ ਆ, ਉਹ ਹੈ ਰੂਹ ਦਾ ਤਰੀਕਾ। ਜੇ ਤੁਸੀਂ ਪਾਕ ਰੂਹ ਥਾਈਂਦੀ, ਜੇ ਤੁਸੀਂ ਪਵਿੱਤਰ ਆਤਮਾ ਦੀ ਹਜ਼ੂਰੀ ਥਾਈਂਦੀ, ਜੇ ਤੁਸੀਂ ਪਵਿੱਤਰ ਆਤਮਾ ਦੇ ਵਿੱਚ ਤੁਰਨ ਥਾਈਂਦੀ, ਜੇ ਤੁਸੀਂ ਪਵਿੱਤਰ ਆਤਮਾ ਦੀ ਲੀਡਿੰਗ ਥਾਈਂਦੀ, ਜੇ ਤੁਸੀਂ ਪਵਿੱਤਰ ਆਤਮਾ ਦੀ ਅਥਾਰਟੀ ਥਾਈਂਦੀ ਚੱਲੋਗੇ,
ਤਾਂ ਤੁਸੀਂ ਸਰੀਰਿਕ ਵਾਸ਼ਨਾਵਾਂ ਨੂੰ ਮਾਰੋਗੇ। ਅਕਸਰ ਆਪਣੇ ਕਲਚਰ ਦੇ ਵਿੱਚ ਅਕਸਰ ਲੋਕ ਭੈੜੀਆਂ ਆਦਤਾਂ 'ਚ ਫਸੇ ਹੁੰਦੇ ਨੇ, ਐਡਿਕਸ਼ਨ 'ਚ ਫਸੇ ਹੁੰਦੇ ਨੇ। ਕਿਸੇ ਨੂੰ ਡਰੱਗਸ ਦੀ ਐਡਿਕਸ਼ਨ ਹੋ ਗਈ, ਕਿਸੇ ਨੂੰ ਸ਼ਰਾਬ ਦੀ ਐਡਿਕਸ਼ਨ ਹੋ ਗਈ, ਕਿਸੇ ਨੂੰ ਗੁੱਸੇ ਹੋਣ ਦੀ ਐਡਿਕਸ਼ਨ ਹੋ ਗਈ, ਕਿਸੇ ਨੂੰ ਚੁਗਲੀਆਂ ਦੀ ਐਡਿਕਸ਼ਨ ਹੋ ਗਈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਭਰਾਵੋ, ਇਹ ਸਰੀਰਿਕ ਕਾਮਨਾਵਾਂ ਤੋਂ ਨਿਕਲਦੀਆਂ ਨੇ, ਇਹ ਸਰੀਰਿਕ ਵਾਸ਼ਨਾ ਤੋਂ ਨਿਕਲਦੀਆਂ ਨੇ। ਤੇ ਇਹਨਾਂ ਨੂੰ ਮਾਰਨਾ, ਪਾਸਟਰ ਜੀ ਮੈਂ ਕਿੱਦਾਂ ਕਰਾਂ ਕਿ ਮੈਂ ਐਡਿਕਸ਼ਨ ਤੋਂ ਨਿਕਲ ਸਕਾਂ? ਪਾਸਟਰ ਜੀ ਮੈਨੂੰ ਚੋਰੀ ਕਰਨ ਦੀ ਐਡਿਕਸ਼ਨ ਹੈ, ਪਾਸਟਰ ਜੀ ਮੈਨੂੰ ਚੁਗਲੀ ਕਰਨ ਦੀ ਐਡਿਕਸ਼ਨ ਹੈ, ਪਾਸਟਰ ਜੀ ਮੈਨੂੰ ਝੂਠ ਬੋਲਣ ਦੀ ਐਡਿਕਸ਼ਨ ਹੈ, ਪਾਸਟਰ ਜੀ ਮੈਂ ਮਾੜੀ ਗੱਲ ਤੇ ਗੁੱਸੇ ਹੋ ਜਾਂਦੀ ਹਾਂ, ਪਾਸਟਰ ਜੀ ਮੈਨੂੰ ਪ੍ਰਭੂ ਨੂੰ ਦਸਵਾਂ ਨਹੀਂ ਦਿੱਤਾ ਜਾਂਦਾ, ਪਾਸਟਰ ਜੀ ਮੈਂ ਵਿੱਚ ਕਦੇ ਘੁੱਟ ਚਾਹ ਦਾ ਲਾ ਲੈਣਾ ਆ ਤੇ ਕੀ ਕਰਾਂ, ਕਿੱਦਾਂ ਨਿਕਲਾਂ ਇਹ ਚੋਂ? ਪ੍ਰਭੂ ਦਾ ਵਚਨ ਕਹਿੰਦਾ ਆ ਪਾਕ ਰੂਹ ਹੀ ਆ ਜਿਹੜੀ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਕੱਢ ਸਕਦੀ ਆ। ਪਵਿੱਤਰ ਆਤਮਾ ਦੀ ਹਜ਼ੂਰੀ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਕੱਢ ਸਕਦੀ ਆ। ਪਵਿੱਤਰ ਆਤਮਾ ਦਾ ਮਸਾ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਕੱਢ ਸਕਦਾ ਆ। ਪ੍ਰਭੂ ਤੇ ਭੈਣੋ, ਆਓ ਪਰਮੇਸ਼ਰ ਦੇ ਵਿੱਚ ਜਾਵਾਂਗੇ। ਪਹਿਲਾਂ ਤਾਂ ਆਪਾਂ ਦੇਖੀਏ ਧਿਆਨ ਦੇ ਨਾਲ ਕਿ ਸਰੀਰਿਕ ਵਾਸ਼ਨਾਵਾਂ ਦੀ ਗੱਲ ਹੋ ਰਹੀ ਆ, ਫਲੈਸ਼ ਦੀ ਗੱਲ ਹੋ ਰਹੀ ਆ। ਬਈ ਸਰੀਰ ਹੈ ਕੀ? ਇਹ ਸਰੀਰਿਕ ਕਾਮਨਾਵਾਂ ਹੈ ਕੀ ਚੀਜ਼? ਇਹ ਸਰੀਰਿਕ ਕਮਜ਼ੋਰੀਆਂ ਜਿਹੜੀਆਂ ਬੰਦੇ ਦੇ ਵਿੱਚ ਨੇ ਕੀ ਚੀਜ਼ ਨੇ? ਪਰਮੇਸ਼ਰ ਦਾ ਵਚਨ ਆਪਾਂ ਦੱਸਦਾ, ਜਦੋਂ ਆਦਮ ਤੇ ਹਵਾ ਨੇ ਪਾਪ ਕੀਤਾ ਸੀਗਾ ਤੇ ਉਹਨਾਂ ਨੇ ਫਲ ਖਾ ਲਿਆ ਸੀਗਾ, ਤੇ ਜਿਹੜਾ ਪਰਮੇਸ਼ਰ ਨੇ ਮਨਾ ਕੀਤਾ ਸੀ ਉਹ ਫਲ ਖਾਣ ਦੇ ਨਾਲ ਉਹਨਾਂ ਦੇ ਸਰੀਰ ਦੇ ਵਿੱਚ ਪਾਪ ਆ ਗਿਆ ਸੀ। ਤੇ ਇਹ ਜਿਹੜਾ ਪਾਪ ਹੈਗਾ ਆ, ਇਹ ਉਹਨਾਂ ਦੇ ਸਰੀਰ 'ਚ ਆ ਗਿਆ ਸੀਗਾ। ਇਹੀ ਵਾਸ਼ਨਾਵਾਂ ਉਹਨਾਂ ਦੇ ਸਰੀਰ ਵਿੱਚ ਆ ਗਈਆਂ। ਤੇ ਅੱਗੇ ਜਾ ਕੇ ਤੁਸੀਂ ਦੇਖਿਆ ਹੋਏਗਾ ਕਿ ਉਹਨਾਂ ਦਾ ਜਿਹੜਾ ਇੱਕ ਭਰਾ ਹੋਇਆ ਸੀਗਾ, ਬੇਟਾ ਹੋਇਆ ਸੀ, ਉਸ ਬੇਟੇ ਨੇ ਆਪਣੇ ਭਰਾ ਨੂੰ ਮਾਰ ਦਿੱਤਾ ਸੀਗਾ, ਗੁੱਸੇ ਦੇ ਵਿੱਚ ਆ ਕੇ ਕਤਲ ਕਰਤਾ ਸੀਗਾ। ਕਿਉਂਕਿ ਇਹ ਸਰੀਰਿਕ ਵਾਸ਼ਨਾਵਾਂ ਨੇ, ਸਰੀਰਿਕ ਕਾਮਨਾਵਾਂ ਨੇ। ਸਰੀਰਿਕ ਕਾਮਨਾਵਾਂ ਨੂੰ ਮਾਰਨ ਦੇ ਵਾਸਤੇ ਸਿਰਫ ਰੂਹ ਚਾਹੀਦੀ ਆ, ਸਿਰਫ ਪਵਿੱਤਰ ਆਤਮਾ ਚਾਹੀਦੀ ਆ। ਆਮੇਨ। ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਤੁਸੀਂ ਰੂਹ ਦੇ ਵਿੱਚ ਵੱਧ ਸਕੋ। ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਤੁਸੀਂ ਪਰਮੇਸ਼ਰ ਦੀ ਰੂਹ ਦੀ ਨੇਚਰ ਦੇ ਵਿੱਚ ਵੱਧ ਸਕੋ। ਜਿੰਨਾ ਜ਼ਿਆਦਾ ਉਹਦੀ ਹਜ਼ੂਰੀ 'ਚ ਬੈਠਾਂਗੇ, ਜਿੰਨਾ ਜ਼ਿਆਦਾ ਉਹਦੇ ਮਸਲ 'ਚ ਬੈਠਾਂਗੇ, ਜਿੰਨਾ ਜ਼ਿਆਦਾ ਵਰਸ਼ਿਪ 'ਚ ਬੈਠਾਂਗੇ, ਜਿੰਨੇ ਜ਼ਿਆਦਾ ਉਹਦੇ ਵਚਨਾਂ 'ਚ ਬੈਠਾਂਗੇ, ਜਿੰਨਾ ਜ਼ਿਆਦਾ ਆਪਾਂ ਪਰਮੇਸ਼ਰ ਦੇ ਵਿੱਚ ਦੂਜੀਆਂ ਬੋਲੀਆਂ ਬੋਲਾਂਗੇ, ਉਹਨਾਂ ਜ਼ਿਆਦਾ ਪ੍ਰਾਪਤ ਬਣੋ ਆਪਾਂ ਉਸ ਨੇਚਰ ਥੱਲੇ ਹੋਵਾਂਗੇ, ਰੂਹ ਦੀ ਨੇਚਰ ਥੱਲੇ ਹੋ ਜਾਵਾਂਗੇ, ਰੂਹ ਦੀ ਨੇਚਰ ਥੱਲੇ ਹੋ ਜਾਵਾਂਗੇ, ਰੂਹ ਦੇ ਪ੍ਰਭਾਵ ਥੱਲੇ ਹੋ ਜਾਵਾਂਗੇ, ਰੂਹ ਦੀ ਅੱਗ ਥੱਲੇ, ਰੂਹ ਦੇ ਚਾਨਣ ਥੱਲੇ ਹੋ ਜਾਵਾਂਗੇ, ਰੂਹ ਦੇ ਵਿੱਚ ਹੋ ਜਾਵਾਂਗੇ। ਤੇ ਜਦੋਂ ਬੰਦਾ ਰੂਹ ਦੇ ਵਿੱਚ ਸਮਾਂ ਬਤੀਤ ਕਰਦਾ ਆ, ਜਿਹੜੀ ਦੂਸਰੀ ਨੇਚਰ ਆ ਬੰਦੇ ਦੇ ਵਿੱਚ, ਸਰੀਰਿਕ ਨੇਚਰ, ਕਾਮਨਾਵਾਂ ਦੀ ਨੇਚਰ, ਉਹ ਮਰਦੀ ਜਾਂਦੀ ਆ, ਉਹ ਢਿੱਲੀ ਹੁੰਦੀ ਜਾਂਦੀ ਆ, ਉਹ ਕਮਜ਼ੋਰ ਹੁੰਦੀ ਜਾਂਦੀ ਆ। ਜੇ ਇੱਕ ਬੰਦਾ ਚੌਂਕੜੀ ਮਾਰ ਕੇ ਬੈਠਾ ਰਹੇ 2 ਹਫ਼ਤੇ, ਤੇ ਉਹ ਤੋਂ ਬਾਅਦ ਜੋ ਖੜ ਕੇ ਤੁਰਨ ਦੀ ਕੋਸ਼ਿਸ਼ ਕਰੇਗਾ, ਉਹ ਤੋਂ ਤੁਰਿਆ ਨਹੀਂ ਜਾਏਗਾ। ਕਿਉਂਕਿ ਹੁਣ ਉਹਦੀਆਂ ਸਰੀਰ ਦੀਆਂ ਲੱਤਾਂ ਜਿਹੜੀਆਂ ਨੇ ਉਹ ਕਮਜ਼ੋਰ ਹੋ ਗਈਆਂ, ਹੁਣ ਤੁਰਿਆ ਨਹੀਂ ਜਾ ਰਿਹਾ। ਬੈਠੇ ਰਹਿਣ ਦੇ ਨਾਲ ਹੁਣ ਤੁਰ ਨਹੀਂ ਸਕ ਰਿਹਾ। ਜਿਹੜੇ ਇਹ ਜਾਂਦੇ ਹੈਗੇ ਨੇ ਨਾ ਮਾਹਿਰ, ਆਪਣੇ ਉੱਪਰ ਸਵਰਗ ਨੂੰ, ਅਸਮਾਨ ਨੂੰ, ਜਿਹੜੇ ਸੈਟੇਲਾਈਟਸ ਦੇ ਵਿੱਚ ਜਾਂਦੇ ਨੇ, ਸਪੇਸ ਦੇ ਵਿੱਚ ਜਾਂਦੇ ਨੇ, ਜਿਹੜੇ ਐਸਟ੍ਰੋਨੌਟਸ, ਰਾਈਟ? ਇਹ ਕਹਿ ਲਓ ਕਿ ਤੁਸੀਂ ਇੱਕ ਖਾਸ ਜਹਾਜ਼ ਹੁੰਦਾ ਇਹਨਾਂ ਦਾ, ਰਾਕਟ ਜਿਹੜਾ ਜਿਹਨੂੰ ਕਹਿੰਦੇ ਨੇ, ਤੇ ਜਿੱਦਾਂ ਨਾਸਾ ਹੁੰਦੀ ਸੀਗੀ, ਤੇ ਇਹ ਜਿਹੜੇ ਐਸਟ੍ਰੋਨੌਟਸ ਹੈਗੇ ਨੇ ਇਹ ਸਪੇਸ ਨੂੰ ਜਾਂਦੇ ਨੇ, ਤੇ ਉੱਥੇ ਜਾ ਕੇ ਕਈ ਵਾਰ ਹਫ਼ਤਾ 2 ਹਫ਼ਤਾ, ਕਈ ਵਾਰ ਮਹੀਨਾ ਲਾ ਕੇ ਆਉਂਦੇ ਨੇ, ਕਈ 3 ਮਹੀਨੇ ਵੀ ਲਾ ਕੇ ਆਏ ਸੀਗੇ। ਤੇ ਕਹਿੰਦੇ ਨੇ ਜਦੋਂ ਇਹ ਉੱਥੋਂ ਜਾ ਕੇ ਵਾਪਸ ਆਉਂਦੇ ਨੇ, ਤੇ ਜਦੋਂ ਵਾਪਸ ਆਉਂਦੇ ਨੇ, ਆ ਕੇ ਵਾਪਸ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ, ਉਹਨਾਂ ਨੂੰ ਤੁਰਨਾ ਮੁਸ਼ਕਿਲ ਹੋ ਜਾਂਦਾ ਆ। ਕਿਉਂਕਿ ਹੁਣ ਉੱਤੇ ਗਏ ਉਹ ਸਪੇਸ ਸ਼ਟਲ ਦੇ ਵਿੱਚ, ਤੇ ਉਹ ਐਸਟ੍ਰੋਨੌਟਸ ਜਿਹੜੇ ਹੈਗੇ ਨੇ ਉਹਨਾਂ ਦਾ ਸਰੀਰ, ਉਹਨਾਂ ਦੇ ਮਸਲ ਜਿਹੜੇ ਨੇ ਉਹ ਕਮਜ਼ੋਰ ਹੋ ਗਏ ਨੇ, ਕਿਉਂਕਿ ਉੱਥੇ ਗ੍ਰੈਵਿਟੀ ਹੈ ਨਹੀਂ ਗੀ। ਤੇ ਜਦੋਂ ਧਰਤੀ ਤੇ ਆਏ ਨੇ ਤੇ ਤੁਰਨ ਦੀ ਕੋਸ਼ਿਸ਼ ਕਰਦੇ ਨੇ, ਡਿੱਗੀ ਜਾ ਰਹੇ ਨੇ। ਕੁਛ ਚਿਰ ਲੱਗਦਾ ਉਹਨਾਂ ਨੂੰ ਦੁਬਾਰਾ ਫਿਰ ਤੁਰਨ ਦੇ ਵਾਸਤੇ। ਚਲੋ ਸਪੇਸ ਦੀਆਂ ਗੱਲਾਂ ਤਾਂ ਛੱਡੋ, ਤੁਸੀਂ ਪਾਣੀ ਦੀ ਗੱਲ ਲੈ ਲਓ। ਪਾਣੀ ਦੇ ਵਿੱਚ ਤੁਸੀਂ ਤੈਰਨ ਵਾਸਤੇ ਜਾਂਦੇ ਹੋ, ਜੇ ਤੁਸੀਂ ਥੋੜਾ ਜਿਹਾ ਜ਼ਿਆਦਾ ਚਿਰ ਰੁਕ ਜਾਓ ਪਾਣੀ ਦੇ ਵਿੱਚ, 2 ਘੰਟੇ ਤੁਸੀਂ ਪਾਣੀ 'ਚ ਰੁਕ ਜਾਓ, 3 ਘੰਟੇ ਤੁਸੀਂ ਪਾਣੀ 'ਚ ਰੁਕ ਜਾਓ, ਤੈਰਦੇ ਰਹੋ, ਤੇ ਉਹ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਸਮੁੰਦਰ ਦੇ ਕੰਢੇ ਵੱਲ ਨੂੰ ਆਓਗੇ,
ਤੇ ਸਮੁੰਦਰ ਵੱਲ ਨੂੰ ਆ ਕੇ ਤੁਰਨ ਲੱਗੋਗੇ, ਤੂੰ ਤੁਰਿਆ ਨਹੀਂ ਜਾਣਾ। ਉਸ ਮਿੱਟੀ ਤੇ, ਉਸ ਬੀਚ ਤੇ ਤੂੰ ਤੁਰਿਆ ਨਹੀਂ ਜਾਣਾ। ਤੁਹਾਨੂੰ ਇਹ ਲੱਗੇਗਾ ਵੀ ਮਸਾਂ ਹੀ ਤੁਰਿਆ ਜਾ ਰਿਹਾ ਹੈ, ਇੰਨੀ ਜ਼ਿਆਦਾ ਥਕਾਵਟ ਹੋ ਜਾਏਗੀ ਤੁਹਾਨੂੰ, ਹੈ। ਕਿਉਂਕਿ ਤੁਸੀਂ ਇੱਕ ਨੇਚਰ 'ਚ ਸੀਗੇ, ਪਾਣੀ ਦੀ ਨੇਚਰ ਸੀਗੇ, ਹੁਣ ਤੁਸੀਂ ਦੂਸਰੀ ਨੇਚਰ ਦੇ ਵਿੱਚ ਆ ਰਹੇ ਹੋ ਤੇ ਕਹਿ ਲਓ ਕਿ ਤੁਹਾਡਾ ਸਰੀਰ ਜਿਹੜਾ ਆ ਉਹਨੂੰ ਮੁਸ਼ਕਿਲ ਹੋ ਰਹੀ ਹੈ। ਜੇ ਤੁਸੀਂ ਸਪੇਸ ਦੀ ਨੇਚਰ ਵਿੱਚ ਸੀਗੇ, ਤੁਸੀਂ ਥੱਲੇ ਧਰਤੀ ਦੀ ਨੇਚਰ ਵਿੱਚ ਆ ਰਹੇ, ਮੁਸ਼ਕਿਲ ਹੋ ਰਹੀ ਹੈ। ਉਸੇ ਤਰ੍ਹਾਂ ਜੇ ਤੁਸੀਂ ਰੂਹ ਦੀ ਨੇਚਰ ਵਿੱਚ ਬਣੇ ਰਹੋ ਤੇ ਤੁਸੀਂ ਬਰਾਬਰ ਬਣੋ, ਮੁਸ਼ਕਿਲ ਪ੍ਰਾਪਤ ਕਰੋਗੇ ਸਰੀਰਿਕ ਨੇਚਰ ਦੇ ਵਿੱਚ ਦੁਬਾਰਾ ਐਕਟੀਵੇਟ ਹੋਣ ਲਈ। ਤੇ ਇਹ ਮੁਸ਼ਕਿਲ ਚੰਗੀ ਮੁਸ਼ਕਿਲ ਹੈ। ਆਪਾਂ ਸਰੀਰਿਕ ਨੇਚਰ ਦੇ ਵਿੱਚ ਐਕਟੀਵੇਟ ਹੋਣਾ ਨਹੀਂ ਚਾਹੁੰਦੇ, ਅਸੀਂ ਸਰੀਰਿਕ ਕਾਮਨਾ ਵਿੱਚ ਵਧਣਾ ਨਹੀਂ ਚਾਹੁੰਦੇ, ਅਸੀਂ ਸਰੀਰਿਕ ਖੁਆਇਸ਼ਾਂ ਵਿੱਚ ਵਧਣਾ ਨਹੀਂ ਚਾਹੁੰਦੇ। ਤਾਂ ਹੀ ਵਚਨ ਕਹਿੰਦਾ ਆ, ਹੁਣ ਤੁਸੀਂ ਰੂਹ 'ਚ ਜਨਮ ਲਿਆ, ਹੁਣ ਤੁਸੀਂ ਰੂਹ 'ਚ ਖੜਨਾ ਵੀ ਸਿੱਖ ਲਿਆ, ਹੁਣ ਤੁਸੀਂ ਰੂਹ ਦੇ ਵਿੱਚ ਤੁਰਨਾ ਵੀ ਸਿੱਖ ਲਿਆ, ਹੁਣ ਤੁਸੀਂ ਰੂਹ ਦੇ ਵਿੱਚ ਦੌੜਨਾ ਸਿੱਖੋ। ਜਿੰਨਾ ਜ਼ਿਆਦਾ ਬੰਦਾ ਰੂਹ ਦੇ ਵਿੱਚ ਚੱਲੇਗਾ, ਰੂਹ ਦੇ ਵਿੱਚ ਦੌੜੇਗਾ, ਸਵੇਰ ਤੋਂ ਲੈ ਕੇ ਸ਼ਾਮ ਦੇ ਵਿੱਚ ਰੂਹ ਦੇ ਵਿੱਚ ਹੀ ਹੋਵੇਗਾ, ਰੂਹ ਦੇ ਵਿੱਚ ਹੀ ਹੋਵੇਗਾ, ਸਰੀਰਿਕ ਕਾਮਨਾਵਾਂ ਉਹਦੀ ਜ਼ਿੰਦਗੀ ਦੇ ਵਿੱਚ ਨਮ ਹੋ ਜਾਣਗੀਆਂ, ਸਰੀਰਿਕ ਵਾਸ਼ਨਾਵਾਂ ਉਹਦੀ ਜ਼ਿੰਦਗੀ ਦੇ ਵਿੱਚ ਸੁੰਨ ਹੋ ਜਾਣਗੀਆਂ। ਸੋ ਇਹੀ ਤਰੀਕਾ ਹੈ ਪ੍ਰਭੂ ਦੇ ਭੈਣੋ ਸਰੀਰ ਨੂੰ ਮਾਰਨ ਦਾ। ਜੇ ਤੁਸੀਂ ਦੇਖੋ ਧਿਆਨ ਦੇ ਨਾਲ, ਪੈਂਟੀਕੋਸਟ ਤੋਂ ਬਾਅਦ ਨਾ ਤੁਹਾਨੂੰ ਕੋਈ ਗੁੱਸਾ, ਨਾ ਤੁਹਾਨੂੰ ਕੋਈ ਗਿਲਾ, ਨਾ ਤੁਹਾਨੂੰ ਕੋਈ ਨਫ਼ਰਤ, ਨਾ ਤੁਹਾਨੂੰ ਕੋਈ ਜੈਲਸੀ, ਨਾ ਤੁਹਾਨੂੰ ਕੋਈ ਸ਼ਰਾਬੀ ਚੱਕਰ, ਜਾਦੂ ਟੂਣਾ ਚੱਕਰ ਨਜ਼ਰ ਆਵੇਗਾ ਵਿਸ਼ਵਾਸੀਆਂ ਦੇ ਵਿੱਚ। ਪੈਂਟੀਕੋਸਟ ਤੋਂ ਬਾਅਦ ਵਿਸ਼ਵਾਸੀਆਂ ਦੀ ਜ਼ਿੰਦਗੀ ਦੇ ਵਿੱਚ ਤਕਰੀਬਨ ਕੋਈ ਵੀ ਫਲੈਸ਼ਲੀ ਐਕਟੀਵੇਸ਼ਨ ਤੁਹਾਨੂੰ ਨਜ਼ਰ ਨਹੀਂ ਆਏਗੀ। ਉਹ ਰੂਹ ਦੇ ਵਿੱਚ ਹੀ ਚੱਲ ਰਹੇ ਨੇ, ਉਹ ਰੂਹ ਦੇ ਵਿੱਚ ਹੀ ਲੋਕਾਂ ਦੇ ਲਈ ਪ੍ਰੇ ਹੋ ਰਹੀ ਹੈ, ਰੂਹ ਦੇ ਵਿੱਚ ਹੀ ਪ੍ਰਚਾਰ ਕਰ ਰਹੇ ਨੇ, ਰੂਹ ਦੇ ਵਿੱਚ ਹੀ ਤੁਰ ਰਹੇ ਨੇ, ਰੂਹ ਦੇ ਵਿੱਚ ਸਫ਼ਰ ਕਰ ਰਹੇ ਨੇ, ਰੂਹ ਦੇ ਵਿੱਚ ਆਪਣੀਆਂ ਜਾਨਾਂ ਦੇ ਰਹੇ ਨੇ, ਰੂਹ ਦੇ ਵਿੱਚ ਹੀ ਪ੍ਰਭੂ ਦਾ ਨਾਮ ਉੱਚਾ ਕਰ ਰਹੇ ਨੇ, ਰੂਹ ਦੇ ਵਿੱਚ ਹੀ ਮਾਰੇ ਜਾ ਰਹੇ ਨੇ ਪਰਮੇਸ਼ਰ ਦੀ ਰੂਹ ਦੇ ਵਿੱਚ। ਕਿਉਂ? ਰੂਹ ਦੇ ਵਿੱਚ ਇੰਨੇ ਵੱਧ ਗਏ ਕਿ ਪਤਰਸ ਤੁਰਦਾ ਸੀ, ਉਹਦੇ ਤੁਰਨ ਦੇ ਨਾਲ, ਉਹਦੀ ਛਾਂ ਦੇ ਨਾਲ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਬਿਮਾਰ ਚੰਗੇ ਹੁੰਦੇ ਸੀ। ਲੇਕਿਨ ਗਾਹਾਂ ਜਾ ਕੇ ਤੁਸੀਂ ਪਤਰਸ ਨੂੰ, ਪ੍ਰਭੂ ਨੂੰ ਡਿਨਾਈ ਕਰਦਾ ਨਹੀਂ ਦੇਖੋਗੇ। ਗਾਹਾਂ ਜਾ ਕੇ ਤੁਸੀਂ ਪਤਰਸ ਨੂੰ ਗੁੱਸਾ ਹੁੰਦਾ ਨਹੀਂ ਦੇਖੋਗੇ। ਗਾਹਾਂ ਜਾ ਕੇ ਤੁਸੀਂ ਪਤਰਸ ਨੂੰ ਕਿਸੇ ਦਾ ਕੰਨ ਵੜਦਾ ਜਾਂ ਕਿਸੇ ਦਾ ਗਲ ਵੜਦਾ ਨਹੀਂ ਦੇਖੋਗੇ। ਗਾਹਾਂ ਜਾ ਕੇ ਪਤਰਸ ਕਿਸੇ ਨੂੰ ਆ ਕਹਿੰਦਾ ਨਹੀਂ ਦੇਖੋਗੇ ਵੀ ਤੂੰ ਇੱਥੇ ਡਿੱਗ ਪਏਗਾ ਤੇ ਤੈਨੂੰ ਜਾ ਕੇ ਦਫਨਾ ਦੇਣਗੇ, ਨਹੀਂ। ਕਿਉਂ? ਕਿਉਂਕਿ ਹੁਣ ਉਹ ਰੂਹ ਦੇ ਵਿੱਚ ਤਕੜੇ ਹੋ ਗਏ ਨੇ, ਰੂਹ ਦੇ ਵਿੱਚ ਬੁਲੰਦੀਆਂ ਹੋ ਗਈਆਂ ਉਹਨਾਂ ਦੀਆਂ, ਤੇ ਹੁਣ ਸਰੀਰਿਕ ਕਾਮਨਾਵਾਂ ਉਹਨਾਂ ਦੇ ਲਈ ਮਰ ਚੁੱਕੀਆਂ ਨੇ ਕੰਪਲੀਟਲੀ। ਪ੍ਰਭੂ ਦੇ ਬਾਣੋਂ ਇਹ ਸਮਾਂ ਇੱਕ ਐਸਾ ਆਵੇਗਾ ਜਦੋਂ ਸਰੀਰਿਕ ਕਾਮਨਾਵਾਂ ਪੂਰੀ ਤਰ੍ਹਾਂ ਦੇ ਨਾਲ ਕਾਬੂ ਦੇ ਵਿੱਚ ਹੋ ਜਾਣਗੀਆਂ, ਪਵਿੱਤਰ ਆਤਮਾ ਦੀ ਹਜ਼ੂਰੀ ਦੇ ਵਿੱਚ, ਪਵਿੱਤਰ ਆਤਮਾ ਦੀ ਮਸਾ ਦੇ ਵਿੱਚ, ਪਵਿੱਤਰ ਆਤਮਾ ਦੇ ਛੂਹ ਦੇ ਨਾਲ ਆਪਾਂ ਰੂਹ ਦੀ ਜ਼ਿੰਦਗੀ ਬਤੀਤ ਕਰਾਂਗੇ, ਆਪਾਂ ਰੂਹ ਦੇ ਫਲਾਂ 'ਚ ਵਧਾਂਗੇ, ਆਪਾਂ ਰੂਹ ਦੇ ਗਿਫਟਸ ਵਿੱਚ ਵਧਾਂਗੇ, ਆਪਾਂ ਰੂਹ ਦੀ ਅਨੌਂਟਿੰਗ ਵਿੱਚ ਵਧਾਂਗੇ, ਆਪਾਂ ਰੂਹ ਦੇ ਅਥਾਰਟੀ ਵਿੱਚ ਵਧਾਂਗੇ। ਮਿਰਕਲਸ ਹੋਣਗੇ, ਹੀਲਿੰਗਸ ਹੋਣਗੇ, ਬਦਬੂਆਂ ਨਿਕਲਣਗੀਆਂ, ਲੋਕ ਵਿਛਾਏ ਜਾਣਗੇ, ਪ੍ਰਭੂ ਯਿਸੂ ਮਸੀਹ ਦਾ ਨਾਮ ਉੱਚਾ ਹੋਵੇਗਾ। ਰੂਹ ਦੇ ਵਿੱਚ ਹੀ ਚੱਲੀ ਜਾਵਾਂਗੇ। ਦਿਨ ਆ ਰਹੇ ਨੇ, ਰੂਹ ਦੇ ਦਿਨ ਆ ਰਹੇ ਨੇ, ਰੂਹ ਦਾ ਸਮਾਂ ਆ ਰਿਹਾ ਆ, ਰੂਹ ਦੇ ਵਿੱਚ ਚੱਲਣ ਦਾ ਸਮਾਂ ਆ ਰਿਹਾ, ਰੂਹ ਦੇ ਵਿੱਚ ਦੌੜਨ ਦਾ ਸਮਾਂ ਆ ਰਿਹਾ, ਰੂਹ ਦੇ ਵਿੱਚ ਨੱਚਣ ਦਾ ਸਮਾਂ ਆ ਰਿਹਾ, ਰੂਹ ਦੇ ਵਿੱਚ ਹੱਸਣ ਦਾ ਸਮਾਂ ਆ ਰਿਹਾ, ਰੂਹ ਦੇ ਵਿੱਚ ਟੱਪਣ ਦਾ ਸਮਾਂ ਆ ਰਿਹਾ, ਰੂਹ ਦੇ ਵਿੱਚ ਗਾਣ ਦਾ ਸਮਾਂ ਆ ਰਿਹਾ, ਰੂਹ ਦੇ ਵਿੱਚ ਪ੍ਰਚਾਰ ਕਰਨ ਦਾ ਸਮਾਂ ਆ ਰਿਹਾ, ਰੂਹ ਦੇ ਵਿੱਚ ਭਵਿੱਖਬਾਣੀ ਕਰਨ ਦਾ ਸਮਾਂ ਆ ਰਿਹਾ, ਰੂਹ ਦੇ ਵਿੱਚ ਬਰਕਤ ਲੈਣ ਦਾ ਸਮਾਂ ਆ ਰਿਹਾ, ਰੂਹ ਦੇ ਵਿੱਚ ਹੱਥ ਰੱਖਣ ਦਾ ਸਮਾਂ ਆ ਰਿਹਾ, ਰੂਹ ਦੇ ਵਿੱਚ ਡਾਇਰੈਕਟ ਕਰਨ ਦਾ ਸਮਾਂ ਆ ਰਿਹਾ, ਰੂਹ ਦੇ ਵਿੱਚ ਦਰਵਾਜ਼ੇ ਖੁੱਲਣਗੇ, ਰੂਹ ਦੇ ਵਿੱਚ ਖਿੜਕੀਆਂ ਖੁੱਲਣਗੀਆਂ, ਰੂਹ ਦੇ ਵਿੱਚ ਸ਼ੈਤਾਨ ਭੱਜੇਗਾ ਤੇ ਰੂਹ ਦੇ ਵਿੱਚ ਆਪਾਂ ਨੂੰ ਪ੍ਰਭੂ ਜਿੱਤ ਦੇਵੇਗਾ। ਆਪਾਂ ਹਜ਼ਾਰਾਂ ਤੇ ਹਜ਼ਾਰਾਂ ਲੋਕ ਬਚਾ ਸਕਾਂਗੇ ਕਿਉਂਕਿ ਰੂਹ ਦਾ ਸਮਾਂ ਆ ਰਿਹਾ ਆ ਪ੍ਰਭੂ ਤੇ ਭੈਣੋ। ਤੇ ਆਓ ਰੂਹ ਦੇ ਵਿੱਚ ਆਪਣੇ ਆਪ ਨੂੰ ਇੰਨੇ ਲਾ ਲਈਏ, ਰੂਹ ਨਾਲ ਭਰ ਲਈਏ ਪੂਰੀ ਤਰੀਕੇ ਦੇ ਨਾਲ, ਰੂਹ ਦੇ ਵਿੱਚ ਹੀ ਚੱਲੀਏ, ਰੂਹ ਦੇ ਵਿੱਚ ਹੀ ਗਾਈਏ, ਰੂਹ ਦੇ ਵਿੱਚ ਹੀ ਹੱਸੀਏ, ਰੂਹ ਦੇ ਵਿੱਚ ਹੀ ਤੁਰੀਏ, ਰੂਹ ਦੇ ਵਿੱਚ ਹੀ ਸੁਣੀਏ, ਰੂਹ ਦੇ ਵਿੱਚ ਬੋਲੀਏ, ਤਾਂ ਕਿ ਸਰੀਰਿਕ ਵਾਸ਼ਨਾਵਾਂ ਆਪਣੇ ਜ਼ਿੰਦਗੀ ਦੇ ਵਿੱਚ ਕੰਮ ਖਤਮ ਹੋ ਜਾਏ ਉਹਨਾਂ ਦਾ। ਉਹ ਦੇਖਿਏ ਧਿਆਨ ਦੇ ਨਾਲ, ਇਹ ਸਰੀਰ ਹੈ ਕੀ ਚੀਜ਼? ਇਹ ਸਰੀਰਿਕ ਵਾਸ਼ਨਾਵਾਂ ਹੈ ਕੀ ਚੀਜ਼? ਸੰਤ ਮਤੀ ਦੀ ਕਿਤਾਬ ਦੇਖਾਂਗੇ, ਉਹਦਾ 26ਵਾਂ ਚੈਪਟਰ ਵਰਸ 41 ਪੜਾਂਗੇ ਆਪਾਂ ਜੀ। ਮੈਥਿਊ ਚੈਪਟਰ 26 ਵਰਸ 41। ਪ੍ਰਭੂ ਯਿਸੂ ਮਸੀਹ ਜੀ ਨੇ ਆਖਿਆ ਸੀਗਾ, ਬੜੀ ਜ਼ਬਰਦਸਤ ਬੋਲ ਆਖਿਆ ਸੀ, ਇਹ ਵਚਨਾਂ ਵਿੱਚ ਬੜੀ ਸੀਕ੍ਰੇਟ ਛੁਪੀ ਹੋਈ ਆ। ਪਹਿਲੇ ਨੰਬਰ ਤੇ ਆਪਾਂ ਦੇਖ ਰਹੇ ਹਾਂ ਵੀ ਇਹ ਸਰੀਰ ਹੈ ਕੀ ਚੀਜ਼, ਇਹ ਸਰੀਰਿਕ ਵਾਸ਼ਨਾ, ਸਰੀਰਿਕ ਖੁਆਇਸ਼ਾਂ ਕੀ ਚੀਜ਼ ਆ। ਆਓ ਦੇਖੀਏ ਮਤੀ 26 ਦਾ ਵਰਸ 41। ਜੀ ਹਾਂ, ਜਾਗੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪ੍ਰਤਿਆਵੇ ਵਿੱਚ ਨਾ ਪਵੋ। ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।
ਜਾਗੋ ਤੇ ਪ੍ਰਾਰਥਨਾ ਕਰੋ। ਪਹਿਲਾਂ ਤਾਂ ਜਾਗਣ ਦੀ ਲੋੜ ਆ, ਯਾਨੀ ਕਿ ਸੁੱਤੇ ਪਏ ਨੇ ਲੋਕਾਂ ਨੂੰ ਪਤਾ ਨਹੀਂ ਗਾ ਬਈ, ਸੋਚਦੇ ਨੇ ਕੀ ਕਰੀਏ। ਨਹੀਂ ਪਤਾ ਕਿ ਪ੍ਰਾਰਥਨਾ 'ਚ ਇੰਨਾ ਦਮ ਆ, ਪ੍ਰਾਰਥਨਾ 'ਚ ਇੰਨੀ ਬਰਕਤ ਆ ਕਿ ਜੇ ਪ੍ਰਾਰਥਨਾ ਦੇ ਵਿੱਚ ਗੋਡੀਆਂ ਲਾ ਲਈਆਂ ਤਾਂ ਸਭ ਕੁਝ ਸਹੀ ਹੋ ਸਕਦਾ। ਇਹ ਪਤਾ ਨਹੀਂ ਹਜੇ, ਸੁੱਤੇ ਪਏ ਨੇ ਰੂਹਾਨੀ ਤੌਰ ਤੇ। ਤਾਂ ਹੀ ਪ੍ਰਭੂ ਕਹਿੰਦਾ ਜਾਗੋ, ਜਾਗੋ ਤੇ ਪ੍ਰਾਰਥਨਾ ਕਰੋ ਤਾਂ ਕਿ ਤੁਸੀਂ ਅਜਮਾਇਸ਼ ਵਿੱਚ ਨਾ ਪਵੋ। ਅਜਮਾਇਸ਼ ਕੌਣ ਲੈ ਕੇ ਆਉਂਦਾ ਬਈ? ਅਜਮਾਇਸ਼ ਸਰੀਰਕ ਕਾਮਨਾਵਾਂ ਲੈ ਕੇ ਆਉਂਦੀਆਂ ਨੇ। ਅਜਮਾਇਸ਼ ਸਰੀਰ ਦਾ ਦਿਲ ਕਰਦਾ ਕੁਝ ਪੀਣ ਦਾ, ਸਰੀਰ ਦਾ ਦਿਲ ਕਰਦਾ ਕੁਝ ਬੋਲਣ ਦਾ, ਸਰੀਰ ਦਾ ਦਿਲ ਕਰਦਾ ਨਾਰਾਜ਼ ਹੋਣ ਦਾ, ਸਰੀਰ ਦਾ ਦਿਲ ਕਰਦਾ ਚੁਗਲੀਆਂ ਕਰਨ ਦਾ, ਸਰੀਰ ਦਾ ਦਿਲ ਕਰਦਾ ਗੁੱਸੇ ਹੋਣ ਦਾ, ਸਰੀਰ ਦਾ ਦਿਲ ਕਰਦਾ ਕਿ ਮੈਂ ਨਹੀਂ ਮਾਫ ਕਰਨਾ ਇਹਨੂੰ। ਇਹ ਸਮਝ ਆ ਗਈ ਆਪਣੇ ਆਪ ਨੂੰ। ਇਹ ਸਰੀਰਕ ਵਾਸ਼ਨਾਵਾਂ ਜਦੋਂ ਬੰਦੇ ਦੇ ਸਿਰ ਤੇ ਚੜ ਜਾਂਦੀਆਂ ਨੇ ਨਾ, ਉਦੋਂ ਸਿਰ ਨੂੰ ਘੁਮਾ ਦਿੰਦੀਆਂ ਨੇ। ਉਦੋਂ ਬੰਦਾ ਇਹਨਾਂ ਚੀਜ਼ਾਂ ਨੂੰ ਛੱਡ ਨਹੀਂ ਸਕਦਾ, ਕੋਸ਼ਿਸ਼ ਕਰਦਾ, ਜ਼ੋਰ ਲਾਉਂਦਾ, ਲੇਕਿਨ ਕਮਜ਼ੋਰ ਆ, ਛੱਡ ਨਹੀਂ ਸਕਦਾ। ਕਿਉਂ? ਕਿਉਂਕਿ ਪ੍ਰਾਰਥਨਾ ਘੱਟ ਹੈ। ਕਿਹੜੀ ਪ੍ਰਾਰਥਨਾ ਘੱਟ ਹੈ? ਰੂਹ ਦੀ ਪ੍ਰਾਰਥਨਾ ਘੱਟ ਹੈ। ਰੂਹ ਦੇ ਵਿੱਚ ਪ੍ਰਾਰਥਨਾ ਕਰਨ ਦੇ ਨਾਲ ਟੈਂਪਟੇਸ਼ਨਸ ਨਹੀਂ ਆਉਣਗੀਆਂ। ਰੂਹ ਦੇ ਵਿੱਚ ਪ੍ਰਾਰਥਨਾ ਕਰਨ ਦੇ ਨਾਲ ਪ੍ਰਭੂ ਤੇ ਬਨੋ, ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡਾ ਦਿਲ ਨਹੀਂ ਕਰੇਗਾ, ਕਿਉਂਕਿ ਰੂਹ ਦੇ ਵਿੱਚ ਵਧੇ ਹੋਏ ਹੋ। ਰੂਹ ਦੇ ਵਿੱਚ ਤੁਹਾਡਾ ਦਿਲ, ਰੂਹ ਨੇ ਮੋਹ ਲਿਆ। ਜੇ ਦਿਲ ਰੂਹ ਨੇ ਮੋਹ ਲਿਆ, ਤੁਹਾਡਾ ਦਿਲ ਨਹੀਂ ਕਰੇਗਾ ਪਾਪ ਕਰਨ ਦੇ ਵਿੱਚ, ਤੁਹਾਡਾ ਦਿਲ ਨਹੀਂ ਕਰੇਗਾ ਦੂਜੀ ਨੇਚਰ 'ਚ ਜਾਣ ਲਈ। ਜਿਹੜਾ ਬੰਦਾ ਰੋਈ ਜਾ ਰਿਹਾ, ਰੋਈ ਜਾ ਰਿਹਾ, ਰੋਈ ਜਾ ਰਿਹਾ, ਉਹਦੇ ਮੂਹਰੇ ਜਾ ਕੇ ਕੋਈ ਚੁਟਕਲਾ ਸੁਣਾ ਦੇ, ਉਹ ਹੱਸੇਗਾ ਨਹੀਂ, ਕਿਉਂਕਿ ਰੋਈ ਜਾ ਰਿਹਾ ਹੈ, ਉਹ ਰੋਈ ਜਾਵੇਗਾ। ਜੇ ਕੋਈ ਹੱਸੀ ਜਾ ਰਿਹਾ, ਹੱਸੀ ਜਾ ਰਿਹਾ, ਹੱਸੀ ਜਾ ਰਿਹਾ, ਉਹਦੇ ਮੂਹਰੇ ਜਾ ਕੇ ਕੋਈ ਤੁਸੀਂ ਡਰਾਵਨੀ ਗੱਲ ਸੁਣਾ ਦਿਓ, ਉਹ ਰੋਏਗਾ ਨਹੀਂ, ਕਿਉਂਕਿ ਉਹ ਹੱਸੀ ਜਾ ਰਿਹਾ। ਹਾਸਾ ਉਹਦੇ ਤੇ ਕਬਜ਼ਾ ਕਰ ਲਏਗਾ, ਰੋਣ ਦਾ ਮੌਕਾ ਨਹੀਂ ਮਿਲੇਗਾ। ਤੇ ਜਿਹੜਾ ਰੋਈ ਜਾ ਰਿਹਾ, ਰੋਈ ਜਾ ਰਿਹਾ, ਰੋਈ ਜਾ ਰਿਹਾ, ਉਹਨੂੰ ਕੋਈ ਚੁਟਕਲਾ ਵੀ ਸੁਣਾ, ਉਹ ਹੱਸੇਗਾ ਨਹੀਂ। ਜਾਨੀ ਕਿ ਇੱਕ ਨੇਚਰ ਤੋਂ ਦੂਜੀ ਨੇਚਰ ਦੇ ਵਿੱਚ ਸੇਮ ਟਾਈਮ ਤੇ ਛੜੱਪੇ ਨਹੀਂ ਮਾਰੇ ਜਾ ਸਕਦੇ। ਜੇ ਤੁਸੀਂ ਰੂਹ ਦੇ ਵਿੱਚ ਹੋ, ਜੇ ਤੁਸੀਂ ਰੂਹ 'ਚ ਪ੍ਰਾਰਥਨਾ ਕਰ ਰਹੇ ਹੋ, ਰੂਹ 'ਚ ਪ੍ਰਾਰਥਨਾ ਕਰ ਰਹੇ ਹੋ, ਰੂਹ 'ਚ ਪ੍ਰਾਰਥਨਾ ਕਰ ਰਹੇ ਹੋ, ਤੁਹਾਡਾ ਦਿਲ ਆ ਜਿਹੜਾ, ਤੁਹਾਡਾ ਮਨ ਆ ਜਿਹੜਾ, ਉਹ ਪਰਮੇਸ਼ਰ ਵਿੱਚ ਲੱਗਿਆ ਆ, ਉਹਦੀ ਮਹਿਮਾ 'ਚ ਲੱਗਿਆ, ਤੁਹਾਡਾ ਦਿਲ ਨਹੀਂ ਕਰੇਗਾ ਪਾਪ ਕਰਨ ਨੂੰ, ਤੁਹਾਡਾ ਦਿਲ ਨਹੀਂ ਕਰੇਗਾ ਕਿਸੇ ਦੇ ਬਾਰੇ ਗਲਤ ਬੋਲਣ ਨੂੰ, ਤੁਹਾਡਾ ਦਿਲ ਨਹੀਂ ਕਰੇਗਾ ਕਿਸੇ ਨੂੰ ਨੀਵਾਂ ਕਰਨ ਨੂੰ, ਤੁਹਾਡਾ ਦਿਲ ਨਹੀਂ ਕਰੇਗਾ ਕਿ ਕਿਸੇ ਦੇ ਵੱਲ ਉਂਗਲੀ ਕਰਨ ਨੂੰ, ਤੁਹਾਡਾ ਦਿਲ ਨਹੀਂ ਕਰੇਗਾ ਕਿ ਤੁਸੀਂ ਕਿਸੇ ਦੇ ਵੱਲ ਉਂਗਲੀ ਕਰੋ, ਕਿਸੇ ਨਾਲ ਗੁੱਸਾ ਗਿਲਾ ਕਰੋ, ਤੁਹਾਡਾ ਦਿਲ ਨਹੀਂ ਕਰੇਗਾ ਕਿਸੇ ਨੂੰ ਤੁਸੀਂ ਡਾਂਟੋ, ਕਿਉਂਕਿ ਤੁਸੀਂ ਰੂਹ ਦੇ ਵਿੱਚ ਹੋ। ਆਮੇਨ। ਤਾਂ ਇਹ ਵਚਨ ਕਹਿੰਦਾ ਆ ਰੂਹ ਦੇ ਵਿੱਚ ਵਧੀ ਰਹੋ। ਵਚਨ ਕਲੀਅਰ ਲਿਖਿਆ, ਕਹਿੰਦਾ ਵੀ ਜਾਗਦੇ ਰਹੋ ਤੇ ਪ੍ਰਾਰਥਨਾ ਕਰੋ, ਤੇ ਕਹਿੰਦਾ ਤੁਸੀਂ ਅਜਮਾਇਸ਼ ਵਿੱਚ ਨਾ ਪੈ ਸਕੋ। ਫਿਰ ਕਹਿੰਦਾ ਆ ਵੀ ਹਾਂ, ਇਹ ਗੱਲ ਸੱਚੀ ਆ ਵੀ ਤੁਹਾਡੀ ਰੂਹ ਤਾਂ ਤਕੜੀ ਆ, ਲੇਕਿਨ ਤੁਹਾਡਾ ਸਰੀਰ ਕਮਜ਼ੋਰ ਆ। ਜਦੋਂ ਰੂਹ ਤਕੜੀ ਆ, ਉਦੋਂ ਸਰੀਰ ਕਮਜ਼ੋਰ ਹੈ। ਜਦੋਂ ਰੂਹ ਤਕੜੀ ਆ, ਜਦੋਂ ਤੁਸੀਂ ਪ੍ਰਾਰਥਨਾ ਕਰ ਲਈ, ਪ੍ਰਾਰਥਨਾ ਕਰਨ ਦੇ ਨਾਲ ਤੁਹਾਡੀ ਰੂਹ ਤਕੜੀ ਹੋ ਗਈ, ਨਾਲ ਹੀ ਸਰੀਰ ਕਮਜ਼ੋਰ ਹੋ ਗਿਆ। ਸਰੀਰ ਕਿਹੜੀ ਸਰੀਰ ਦੀ ਗੱਲ ਕਰਦਾ? ਸਰੀਰਕ ਕਾਮਨਾਵਾਂ ਦੀ ਗੱਲ ਕਰਦਾ, ਫਿਜ਼ੀਕਲ ਸਰੀਰ ਦੀ ਗੱਲ ਨਹੀਂ ਕਰਦਾ ਮੈਂ। ਸਰੀਰਕ ਕਾਮਨਾਵਾਂ ਕਮਜ਼ੋਰ ਹੋ ਗਈਆਂ, ਸਰੀਰਕ ਖੁਆਇਸ਼ਾਂ ਕਮਜ਼ੋਰ ਹੋ ਗਈਆਂ, ਕਿਉਂਕਿ ਰੂਹ ਤਕੜੀ ਹੋ ਗਈ। ਪ੍ਰਾਰਥਨਾ ਕਰਕੇ ਥੋੜੀ ਰੂਹ ਤਕੜੀ ਹੋ ਗਈ, ਸਰੀਰਕ ਕਾਮਨਾਵਾਂ ਕਮਜ਼ੋਰ ਹੋ ਗਈਆਂ। ਉਹ ਆ ਜਾ ਬਈ, ਜਾਓ ਚੱਲੀਏ, ਆ ਕੇ ਕੁੱਟ ਚਾਹ ਦਾ ਪੀ ਕੇ ਆਈਏ। ਨਹੀਂ ਤੁਸੀਂ ਚਲੋ, ਮੈਂ ਨਹੀਂ ਜੀ ਜਾਣਾ ਅੱਜ। ਕਿਉਂ? ਕਿਉਂਕਿ ਰੂਹ ਦੇ ਵਿੱਚ ਤਾਕਤ ਆ ਗਈ ਹੈ, ਨਾ ਕਹਿਣ ਦੀ ਹਿੰਮਤ ਹੋ ਗਈ ਹੈ, ਨਾ ਕਹਿਣੇ। ਬੰਦਾ ਰੂਹ ਦੇ ਵਿੱਚ ਖੁਸ਼ ਆ, ਬੰਦਾ ਰੂਹ ਦੇ ਵਿੱਚ ਖੁਸ਼ ਆ, ਉਹ ਦੁਸ਼ਮਣ ਨੂੰ ਵੀ ਮਾਫ ਕਰ ਦੇਗਾ। ਖੁਸ਼ੀ ਹੋਈ ਨਹੀਂ ਚੜ ਗਈ, ਖੁਸ਼ੀ ਹੋਈ ਇੰਨੀ ਚੜ ਗਈ ਕਿ ਦੁਸ਼ਮਣ ਨੂੰ ਮਾਫ ਕਰਨ ਲਈ ਤਿਆਰ ਹੈ। ਗੁੱਸਾ ਵੀ ਨਹੀਂ ਗਿਆ, ਗਿਲਾ ਵੀ ਗਿਆ, ਨਫ਼ਰਤ ਵੀ ਗਈ, ਚੁਗਲੀਆਂ ਵੀ ਗਈਆਂ, ਇੱਧਰ ਦਾ ਉੱਧਰ ਦਾ ਬੋਲਣਾ ਸੁਣਨਾ ਵੀ ਗਿਆ। ਕਿਉਂ? ਕਿਉਂਕਿ ਰੂਹ ਦੇ ਚ ਆ ਗਿਆ। ਇਹ ਬਹੁਤ ਵੱਡੀ ਬਰਕਤ ਆ ਪ੍ਰਾਪਤ ਹੈ। ਆਓ ਦੇਖਾਂਗੇ ਆਪਾਂ ਇੱਕ ਵਰਸ ਹੋਰ ਗਾਹਾਂ, ਸੰਤ ਰੋਮਨਸ ਚੈਪਟਰ 7 ਉਹਦਾ 5ਵਾਂ ਵਰਸ ਪੜਾਂਗੇ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ। ਰੋਮਨਸ ਚੈਪਟਰ 7 ਵਰਸ 5। ਜਦੋਂ ਅਸੀਂ ਸਰੀਰਕ ਸੁਭਾਅ ਦੇ ਅਨੁਸਾਰ ਜੀਵਨ ਗੁਜ਼ਾਰਦੇ ਹਾਂ ਤਾਂ ਪਾਪ ਦੀਆਂ ਵਾਸਨਾਵਾਂ ਨੇਮ ਸ਼ਾਸਤਰ ਤੋਂ ਪ੍ਰੇਰਨਾ ਲੈ ਕੇ ਸਾਡੇ ਅੰਗਾਂ ਵਿੱਚ ਕੰਮ ਕਰ ਰਹੀਆਂ ਸਨ ਅਤੇ ਇਸ ਦਾ ਅੰਤ ਮੌਤ ਸੀ। ਜਦੋਂ ਆਪਾਂ ਸਰੀਰ ਦੇ ਵਿੱਚ ਜੀਵਨ ਗੁਜ਼ਾਰਦੇ ਹੁੰਦੇ ਆ, ਸਰੀਰਕ ਕਾਮਨਾਵਾਂ 'ਚ ਜਦੋਂ ਆਪਾਂ ਜੀਵਨ ਗੁਜ਼ਾਰ ਰਹੇ ਹੁੰਦੇ ਆ,
ਜਦੋਂ ਆਪਾਂ ਸਰੀਰਿਕ ਖੁਆਇਸ਼ਾਂ ਦੇ ਵਿੱਚ ਜੀਵਨ ਗੁਜ਼ਾਰ ਰਹੇ ਹੁੰਦੇ ਆ, ਉਦੋਂ ਆਪਣੇ ਸਰੀਰ ਦੇ ਜਿਹੜੇ ਸਾਰੇ ਅੰਗ ਨੇ ਉਹਨਾਂ ਦੇ ਵਿੱਚ ਪਾਪ, ਉਹਨਾਂ ਦੇ ਵਿੱਚ ਪ੍ਰਭੂ ਦਾ ਵਚਨ ਕਹਿੰਦਾ ਆ ਸਰੀਰਿਕ ਪਾਪ, ਉਹਨਾਂ ਦੇ ਵਿੱਚ ਕਾਨੂੰਨ ਦਾ ਜ਼ਹਿਰ, ਪਾਪ ਦਾ ਜ਼ਹਿਰ ਦੌੜ ਰਿਹਾ ਹੁੰਦਾ ਆ, ਪਾਪ ਦਾ ਜ਼ਹਿਰ ਕੰਮ ਕਰ ਰਿਹਾ ਹੁੰਦਾ ਆ। ਜਾਣੀ ਕਿ ਜੇ ਤੁਸੀਂ ਸਰੀਰਿਕ ਕਾਮਨਾਵਾਂ ਦੇ ਵਿੱਚ ਵਧੋਗੇ, ਤੁਹਾਡੇ ਸਰੀਰ ਦੇ ਵਿੱਚ ਸਰੀਰਿਕ ਕਾਮਨਾਵਾਂ ਦੌੜਦੀਆਂ ਹੋਣਗੀਆਂ, ਤੇ ਜਿਉਂ-ਜਿਉਂ ਦੌੜਨਗੀਆਂ ਤੁਹਾਡੇ ਸਰੀਰ ਦੇ ਵਿੱਚ, ਤੇ ਸਰੀਰਿਕ ਕਾਮਨਾਵਾਂ ਨੂੰ ਤਕੜਾ ਕਰਦੀਆਂ ਹੋਣਗੀਆਂ, ਸਰੀਰਿਕ ਵਾਸ਼ਨਾਵਾਂ ਨੂੰ ਤਕੜਾ ਕਰਦੀਆਂ ਹੋਣਗੀਆਂ, ਗੁੱਸੇ ਨੂੰ ਹੋਰ ਭੜਕਾਉਣਗੀਆਂ, ਨਫ਼ਰਤ ਨੂੰ ਹੋਰ ਭੜਕਾਉਣਗੀਆਂ, ਲਗਾਂ ਨੂੰ ਹੋਰ ਭੜਕਾਉਣਗੀਆਂ, ਐਡਿਕਸ਼ਨਸ ਨੂੰ ਹੋਰ ਭੜਕਾਉਣਗੀਆਂ, बढ़ाਉਂਦੀਆਂ ਰਹਿਣਗੀਆਂ, ਭੜਕਾਉਂਦੀਆਂ ਰਹਿਣਗੀਆਂ, ਹਨਾ, ਕਿਉਂਕਿ ਤੁਸੀਂ ਸਰੀਰ ਦੇ ਵਿੱਚ ਐਕਟੀਵੇਟ ਹੋ, ਸਰੀਰਿਕ ਕਾਮਨਾ 'ਚ ਐਕਟੀਵੇਟ ਹੋ। ਲੇਕਿਨ ਜੇ ਤੁਸੀਂ ਰੂਹ ਦੇ ਵਿੱਚ ਐਕਟੀਵੇਟ ਹੋਵੋ, ਰੂਹ ਦੇ ਫਲਾਂ ਵਿੱਚ ਐਕਟੀਵੇਟ ਹੋਵੋ, ਰੂਹ ਦੇ ਫਲਾਂ ਦੇ ਨਾਲ ਪਿਆਰ ਨਾਲ ਭਰੇ ਹੋਏ ਹੋ, ਖੁਸ਼ੀ ਨਾਲ ਭਰੇ ਹੋਏ ਹੋ, ਪ੍ਰਾਰਥਨਾ ਕਰ ਰਹੇ ਹੋ, ਹਜ਼ੂਰੀ ਵਿੱਚ ਹੋ, ਪਰਮੇਸ਼ਰ ਦੇ ਮਸਾਂ ਦੇ ਵਿੱਚ ਹੋ, ਤੇ ਉਦੋਂ ਤੁਹਾਡੇ ਸਰੀਰ ਦੇ ਅੰਗਾਂ ਦੇ ਵਿੱਚ ਪਾਕ ਰੂਹ ਦਾ ਰਾਜ ਹੋਵੇਗਾ। ਆਮੇਨ। ਪਾਕ ਰੂਹ ਕੰਮ ਕਰੇਗਾ, ਤੇ ਜਿਉਂ-ਜਿਉਂ ਪਾਕ ਰੂਹ ਦਾ ਕੰਮ ਹੋ ਰਿਹਾ, ਤੁਹਾਡੇ ਜਿਹੜੇ ਅੰਗ ਹੈਗੇ ਨੇ ਪਾਕ ਰੂਹ ਵੱਲੋਂ ਪਵਿੱਤਰ ਕੀਤੇ ਜਾ ਰਹੇ ਨੇ, ਤੁਹਾਡੇ ਜਿਹੜੇ ਅੰਗ ਹੈਗੇ ਨੇ ਪਾਕ ਰੂਹ ਵੱਲੋਂ ਤਕੜੇ ਕੀਤੇ ਜਾ ਰਹੇ ਨੇ, ਤੁਹਾਡੇ ਜਿਹੜੇ ਅੰਗ ਹੈਗੇ ਨੇ ਪਵਿੱਤਰ ਆਤਮਾ ਵੱਲੋਂ ਸਟਰੋਂਗ ਕੀਤੇ ਜਾ ਰਹੇ ਨੇ, ਤਾਂ ਕਿ ਤੁਸੀਂ ਹੋਰ ਵੀ ਜ਼ਿਆਦਾ ਪਵਿੱਤਰ ਹੋਵੋ, ਤੇ ਤੁਹਾਡੇ ਸਰੀਰ ਦੇ ਵਿੱਚੋਂ ਬਹਿਣਾ ਸ਼ੁਰੂ ਹੋ ਜਾਵੇ ਉਹ ਜਲ, ਉਹ ਦਰਿਆ ਜੋ ਪਵਿੱਤਰ ਆਤਮਾ ਦਾ ਦਰਿਆ ਹੈ। ਆਮੇਨ। ਸੋ ਇੱਕ ਵਾਰ ਇਸ ਦਾ ਹੋਰ ਦੇਖਾਂਗੇ ਆਪਾਂ, ਪਹਿਲਾ ਯਹੋਨਾ ਉਹਦਾ ਦੂਸਰਾ ਚੈਪਟਰ ਤੇ 16ਵਾਂ ਵਰਸ ਦੇਖਾਂਗੇ ਆਪਾਂ ਪ੍ਰਭੂ ਦੇ ਬਣੋ। ਦੇਖ ਰਹੇ ਹਾਂ ਆਪਾਂ ਅੱਜ ਕਿ ਇਹ ਸਰੀਰ ਹੈ ਕੀ ਚੀਜ਼, ਸਰੀਰਿਕ ਕਾਮਨਾਵਾਂ ਹੈ ਕੀ ਚੀਜ਼, ਤੇਰੇ ਬਾਰੇ ਥੋੜਾ ਸਮਝ ਰਹੇ ਹਾਂ, ਤਾਂ ਕਿ ਆਪਾਂ ਨੂੰ ਪਤਾ ਚੱਲੇ ਕਿ ਕਿੱਦਾਂ ਆਪਾਂ ਰੂਹ ਦੇ ਵਿੱਚ ਖੜਨਾ ਆ ਤੇ ਰੂਹ ਦੇ ਵਿੱਚ ਤੁਰਨਾ ਆ, ਤੇ ਇਹਨਾਂ ਚੀਜ਼ਾਂ ਤੇ ਕਿਸ ਤਰ੍ਹਾਂ ਆਪਾਂ ਵਿਕਟਰੀ ਪ੍ਰੋਕਲੇਮ ਕਰਨੀ ਆ, ਜਿੱਤ ਪ੍ਰਾਪਤ ਕਰਨੀ ਆ। ਆਓ ਪੜਾਂਗੇ ਪਹਿਲਾ ਯਹੋਨਾ ਚੈਪਟਰ 2 ਵਰਸ 16। ਜੀ ਹਾਂ। ਕਿਉਂਕਿ ਜੋ ਕੁਝ ਵੀ ਸੰਸਾਰ ਵਿੱਚ ਹੈ, ਅਰਥਾਤ ਇਸ ਵਿਚਲੀਆਂ ਸਭ ਕਾਮ ਵਾਸ਼ਨਾਵਾਂ, ਲਾਲਸਾਵਾਂ, ਫੋਕਾ, ਹੰਕਾਰ ਆਦਿ ਸਭ ਕੁਝ ਇਸੇ ਦੀ ਪੈਦਾਵਾਰ ਹੈ, ਨਾ ਕਿ ਪਿਤਾ ਦੀ। ਜੋ ਕੁਝ ਸੰਸਾਰ ਵਿੱਚ ਹੈ, ਜੋ ਕੁਝ ਵੀ ਸੰਸਾਰ ਵਿੱਚ ਹੈ, ਸਰੀਰਿਕ ਕਾਮਨਾਵਾਂ, ਸਰੀਰਿਕ ਡਿਜ਼ਾਇਰਸ, ਸਰੀਰਿਕ ਖੁਆਇਸ਼ਾਂ, ਪਾਪ ਕਰਨ ਦੀ ਖੁਆਇਸ਼, ਅੱਖਾਂ ਦੀਆਂ ਖੁਆਇਸ਼ਾਂ, ਪਾਪ ਕਰਨ ਦੀ ਖੁਆਇਸ਼, ਜਾਂ ਆਪਣੇ ਦਿਲ ਦੀਆਂ ਖੁਆਇਸ਼ਾਂ, ਜਾਨੀ ਕਿ ਦੁਨੀਆ ਦੀਆਂ ਰੰਗ ਰਲੀਆਂ ਦੇ ਨਾਲ ਆਪਣਾ ਦਿਲ ਖੁਸ਼ ਕਰਨ ਦੀ ਖੁਆਇਸ਼, ਦੁਨੀਆ ਦੀਆਂ ਚੀਜ਼ਾਂ ਦੇ ਨਾਲ ਆਪਣਾ ਜੀਵਨ ਖੁਸ਼ ਕਰਨ ਦੀ ਖੁਆਇਸ਼, ਇਹ ਸਾਰਾ ਕੁਝ ਜੋ ਹੈ ਇਹ ਪਿਤਾ ਤੋਂ ਨਹੀਂ ਆਉਂਦਾ, ਇਹ ਦੁਨੀਆ ਤੋਂ ਆਉਂਦਾ। ਤਾਂ ਹੀ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਧਰਤੀ ਤੇ ਆਪਾਂ, ਲੇਕਿਨ ਆਪਾਂ ਧਰਤੀ ਦੇ ਨਹੀਂ ਹੈ, ਆਪਾਂ ਸਵਰਗ ਦੇ ਹਾਂ। ਜਿਉਂ ਆਪਾਂ ਧਰਤੀ ਤੇ ਹਾਂ, ਤਿਉਂ ਆਪਾਂ ਨੂੰ ਚਾਹੀਦਾ ਕਿ ਆਪਾਂ ਆਪਣੀਆਂ ਅੱਖਾਂ ਇਹ ਧਰਤੀ ਤੇ ਨਾ ਲਾ ਕੇ ਰੱਖੀਏ, ਆਪਾਂ ਆਪਣੀਆਂ ਅੱਖਾਂ ਸਵਰਗ ਵੱਲ ਨੂੰ ਲਾ ਕੇ ਰੱਖੀਏ, ਆਪਾਂ ਆਪਣੀਆਂ ਅੱਖਾਂ ਉੱਪਰ ਨੂੰ ਚੱਕ ਕੇ ਰੱਖੀਏ, ਕਿਹੜੇ ਤੇ ਲਾ ਕੇ ਰੱਖੀਏ, ਉਹ ਤੇ ਲਾ ਕੇ ਰੱਖੀਏ ਜਿਹੜਾ ਉੱਪਰੋਂ ਆਇਆ। ਉੱਪਰੋਂ ਕੌਣ ਆਇਆ? ਪਵਿੱਤਰ ਆਤਮਾ। ਪਾਕ ਰੂਹ ਦੇ ਵਿੱਚ ਅੱਖਾਂ ਲਾ ਕੇ ਰੱਖੀਏ, ਪਾਕ ਰੂਹ ਦੇ ਵਿੱਚ ਤੁਰੀਏ, ਪਾਕ ਰੂਹ ਦੇ ਵਿੱਚ ਬੋਲੀਏ, ਪਾਕ ਰੂਹ ਦੇ ਵਿੱਚ ਪ੍ਰਾਰਥਨਾ ਕਰੀਏ, ਰੂਹ ਦੇ ਵਿੱਚ ਹੀ ਵਰਸ਼ਿਪ ਕਰੀਏ, ਰੂਹ ਦੇ ਵਿੱਚ ਹੀ ਆਪਣਾ ਬੋਲਣਾ ਚੱਲਣਾ ਹੋਵੇ, ਉੱਠਣਾ ਬੈਠਣਾ ਹੋਵੇ, ਰੂਹ ਦੇ ਵਿੱਚ ਜਾਈਏ ਵਿਜ਼ਿਟ ਕਰਨ ਦੇ ਵਾਸਤੇ, ਰੂਹ ਦੇ ਵਿੱਚ ਹੀ ਸਭ ਕੁਝ ਕਰੀਏ ਜੋ ਕਰੀਏ। ਆਮੇਨ। ਸ਼ਾਂਤੀ ਬਣਾਈ ਰੱਖੀਏ, ਪਿਆਰ ਬਣਾਏ ਰੱਖੀਏ। ਜਿਹੜਾ ਬੰਦਾ ਰੂਹ ਦੇ ਵਿੱਚ ਭਰ ਜਾਂਦਾ ਹੈ ਉਹ ਜ਼ਿਆਦਾ ਬੋਲਦਾ ਨਹੀਂ ਹੈ, ਕਿਉਂਕਿ ਉਹਨੂੰ ਪਤਾ ਹੈ ਵੀ ਤੋਂ ਗਲਤੀ ਹੋ ਸਕਦੀ ਹੈ, ਤਾਂ ਰੂਹ ਪਾਕ ਰੂਹ ਜੋ ਹੈ ਉਹ ਕੰਟਰੋਲ ਕਰਦਾ ਹੈ ਉਹਨੂੰ ਵੀ ਜ਼ਿਆਦਾ ਨਹੀਂ ਬੋਲਣਾ। ਪ੍ਰਭੂ ਯਿਸੂ ਮਸੀਹ ਵੀ ਜਦੋਂ ਹੁਕਮ ਦਿੰਦੇ ਸੀ ਕਿਸੇ ਮੁਰਦੇ ਨੂੰ ਵੀ ਖੜਾ ਹੋ ਜਾ, ਬਸ 2 ਲਾਈਨਾਂ ਹੀ ਬੋਲਦੇ ਸੀ। ਕਿਸੇ ਭੈਣ ਨੂੰ ਹੁਕਮ ਦਿੰਦੇ ਸੀ ਵੀ ਠੀਕ ਹੋਇਆ, 2 ਲਾਈਨਾਂ ਹੀ ਬੋਲਦੇ ਸੀ। ਮਿਨਿਸਟਰੀ ਦੇ ਟਾਈਮ ਤੇ ਜ਼ਿਆਦਾ ਪ੍ਰਭੂ ਬੋਲਦੇ ਨਹੀਂ ਸੀ, ਲੋਕਾਂ ਦੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦੇ ਸੀ, ਜ਼ਿਆਦਾ ਧਿਆਨ ਉਹਨਾਂ ਦਾ ਪਰਮੇਸ਼ਰ ਤੇ ਲੱਗਿਆ ਹੋਇਆ ਸੀ। ਉਦੋਂ ਬੋਲਦੇ ਸੀ ਰੱਬ ਦੇ ਨਾਲ, ਜਾਂ ਜਦੋਂ ਪ੍ਰਚਾਰ ਕਰਦੇ ਸੀਗੇ ਉਦੋਂ ਬੋਲਦੇ ਸੀ। ਆਮੇਨ। ਆਓ ਦੇਖੀਏ ਗਲਾਤੀਆਂ ਦਾ 6ਵਾਂ ਚੈਪਟਰ ਦੇਖਾਂਗੇ, ਉਹਦਾ 8ਵਾਂ ਵਰਸ ਪੜਾਂਗੇ। ਗਲੇਸ਼ੀਅਨ ਚੈਪਟਰ 6 ਵਰਸ 8 ਪੰਜਾਬੀ ਦੇ ਵਿੱਚ ਹੀ ਦੇਖਾਂਗੇ, ਕਿਉਂਕਿ ਇਹਦੇ ਵਿੱਚ ਆਪਾਂ ਨੂੰ ਹੋਰ ਵੀ ਜ਼ਿਆਦਾ ਪਤਾ ਲੱਗੇਗਾ ਆਪਣੇ ਸਰੀਰਿਕ ਕਾਮਨਾਵਾਂ ਦੇ ਬਾਰੇ।
ਜੀ। ਜੇਕਰ ਉਹ ਸਰੀਰਕ ਰੂਪੀ ਜ਼ਮੀਨ ਵਿੱਚ ਬੀਜਦਾ ਹੈ ਤਾਂ ਉਹ ਉਸ ਵਿੱਚੋਂ ਨਾਸ਼ਵਾਨ ਫਸਲ ਵੱਢੇਗਾ, ਪਰ ਜੇਕਰ ਉਹ ਆਤਮਿਕ ਰੂਪੀ ਜ਼ਮੀਨ ਵਿੱਚ ਬੀਜਦਾ ਹੈ ਤਾਂ ਉਹ ਉਸ ਵਿੱਚੋਂ ਅਨੰਤ ਜੀਵਨ ਦੀ ਫਸਲ ਵੱਢੇਗਾ। ਜੇ ਉਹ ਰੂਹ ਦੇ ਵਿੱਚ ਬੀਜਦਾ ਹੈ ਤਾਂ ਉਹ ਅਨੰਤ ਜੀਵਨ ਦੀ ਫਸਲ ਵਧੇਗਾ। ਜਾਣੀ ਕਿ ਉਹ ਚੀਜ਼ਾਂ ਜਿਹੜੀ ਤੁਹਾਨੂੰ ਅਨੰਤ ਜੀਵਨ ਵੱਲੋਂ ਲੈ ਕੇ ਜਾ ਰਹੀਆਂ ਨੇ ਤੁਹਾਨੂੰ ਮਿਲਣਗੀਆਂ। ਜਾਣੀ ਕਿ ਤੁਹਾਨੂੰ ਉਹ ਖੁਸ਼ੀ ਮਿਲੇਗੀ, ਜਾਣੀ ਕਿ ਤੁਹਾਨੂੰ ਉਹ ਅਥਾਰਟੀ ਮਿਲੇਗੀ, ਉਹ ਅਨੋਇੰਟਿੰਗ ਮਿਲੇਗੀ, ਉਹ ਪਾਵਰ ਮਿਲੇਗੀ ਜਿਹੜੀ ਤੁਹਾਨੂੰ ਤੇ ਤੁਹਾਡੇ ਨਾਲਦਿਆਂ ਨੂੰ ਅਨੰਤ ਜੀਵਨ ਵੱਲ ਨੂੰ ਖਿੱਚ ਲਵੇਗੀ, ਅਨੰਤ ਜੀਵਨ ਵੱਲ ਨੂੰ ਲੈ ਚੱਲੇਗੀ। ਲੇਕਿਨ ਜਿਹੜਾ ਸਰੀਰ ਦੇ ਵਿੱਚ ਬੀਜਦਾ ਆ, ਇੱਕ ਵਾਰ ਫਿਰ ਪੜਾਂਗੇ ਇਹ ਵਰਸ ਆਪਾਂ। ਜਿਹੜਾ ਸਰੀਰ ਬੀਜ ਦਾ ਮਤਲਬ ਕੀ ਆ? ਬੀਜ ਦਾ ਮਤਲਬ ਆ ਜਦੋਂ ਤੁਸੀਂ ਐਕਟੀਵੇਟ ਹੋ ਜਾਂਦੇ ਹੋ। ਰੂਹ ਦੇ ਵਿੱਚ ਬੀਜਣਾ ਮਤਲਬ ਜਦੋਂ ਤੁਸੀਂ ਰੂਹ ਦੇ ਵਿੱਚ ਹੋ, ਜਦੋਂ ਤੁਸੀਂ ਰੂਹ ਦੇ ਵਿੱਚ ਖੜ ਗਏ ਹੋ, ਜਦੋਂ ਤੁਸੀਂ ਰੂਹ ਦੇ ਵਿੱਚ ਤੁਰ ਰਹੇ ਹੋ, ਤੁਸੀਂ ਰੂਹ 'ਚ ਤੁਰ ਰਹੇ ਹੋ, ਰੂਹ 'ਚ ਪ੍ਰੇਰ ਕਰ ਰਹੇ ਹੋ, ਤੁਸੀਂ ਰੂਹ 'ਚ ਵਰਸ਼ਿਪ ਕਰ ਰਹੇ ਹੋ, ਰੂਹ ਦੇ ਵਿੱਚ ਪ੍ਰਚਾਰ ਕਰ ਰਹੇ ਹੋ, ਰੂਹ ਦੇ ਵਿੱਚ ਦੇਖ ਰਹੇ ਹੋ, ਰੂਹ ਦੇ ਵਿੱਚ ਬੋਲ ਰਹੇ ਹੋ, ਰੂਹ ਦੇ ਵਿੱਚ ਸੁਣ ਰਹੇ ਹੋ, ਤੁਸੀਂ ਰੂਹ ਦੇ ਵਿੱਚ ਚਲੇ ਜਾ ਰਹੇ ਹੋ। ਤੁਹਾਡੇ ਕੰਨ ਪਰਮੇਸ਼ਰ ਵੱਲ ਨੂੰ ਨੇ ਤੇ ਜੋ ਪਰਮੇਸ਼ਰ ਤੁਹਾਨੂੰ ਆਵਾਜ਼ ਦਿੰਦਾ ਤੁਸੀਂ ਉਹਦੇ ਮੁਤਾਬਿਕ ਚੱਲ ਰਹੇ ਹੋ। ਕੀ ਕਰ ਰਹੇ ਹੋ ਤੁਸੀਂ ਰੂਹ 'ਚ ਬੀਜ ਰਹੇ ਹੋ। ਜਿਉਂ-ਜਿਉਂ ਤੁਸੀਂ ਰੂਹ ਦੇ ਵਿੱਚ ਬੀਜੋਗੇ ਤਿਉਂ-ਤਿਉਂ ਤੁਸੀਂ ਰੂਹ ਦੀਆਂ ਬਰਕਤਾਂ ਕੱਟੋਗੇ, ਜਿਹਦੇ ਨਾਲ ਤੁਹਾਨੂੰ ਉਹ ਮੁਕਤੀ ਜਿਹੜੀ ਮਿਲਣੀ ਹੈਗੀ ਆ ਪਰਮੇਸ਼ਰ ਵੱਲੋਂ, ਜਿਹੜੀ ਤੁਹਾਡੀ ਰੂਹ 'ਚ ਆ ਚੁੱਕੀ ਆ, ਉਹ ਮੁਕਤੀ ਤੱਕ ਪਰਮੇਸ਼ਰ ਤੁਹਾਨੂੰ ਬਰਕਤ ਦੇਵੇਗਾ। ਆਮੇਨ। ਲੇਕਿਨ ਜਦੋਂ ਬੰਦਾ ਸਰੀਰ 'ਚ ਬੀਜਦਾ ਆ, ਸਰੀਰਕ ਕਾਮਨਾਵਾਂ 'ਚ ਬੀਜਦਾ ਆ, ਜਾਣੀ ਕਿ ਥੋੜਾ ਜਿਹਾ ਗੁੱਸਾ ਕਰ ਲਿਆ, ਜਾਣੀ ਕਿ ਥੋੜਾ ਜਿਹਾ ਗਿਲਾ ਕਰ ਲਿਆ, ਜਾਣੀ ਕਿ ਕਿਸੇ ਨੂੰ ਮਾਫ ਨਾ ਕੀਤਾ, ਜਾਣੀ ਕਿ ਕਿਸੇ ਨਾਲ ਨਫ਼ਰਤ ਕਰ ਲਈ, ਜਾਣੀ ਕਿ ਕਿਸੇ ਨਾਲ ਜੈਲਸੀ ਕਰ ਲਈ, ਜਾਣੀ ਕਿ ਥੋੜਾ ਜਿਹਾ ਉੱਚਾ ਨੀਵਾਂ ਬੋਲਤਾ, ਜਾਣੀ ਕਿ ਥੋੜੀ ਜਿਹੀ ਮੈਂ ਦਿਖਾਤੀ, ਜਾਣੀ ਕਿ ਥੋੜਾ ਜਿਹਾ ਹੰਕਾਰ ਦਿਖਾਤਾ, ਜਾਣੀ ਕਿ ਥੋੜੀ ਜਿਹੀ ਆਕੜ ਦਿਖਾਤੀ। ਇਹ ਛੋਟੀਆਂ ਛੋਟੀਆਂ ਚੀਜ਼ਾਂ ਕੀ ਕਰ ਰਹੇ ਹੋ ਤੁਸੀਂ ਬੀਜ ਰਹੇ ਹੋ। ਫਿਰ ਬਸ ਜੀ ਥੋੜਾ ਜਿਹਾ ਗੁੱਸੇ ਨਾਲ ਕੀ ਹੁੰਦਾ ਆ? ਹਾਂ, ਬੀਜ ਜਿਹੜਾ ਹੈਗਾ ਛੋਟਾ ਜਿਹਾ ਹੁੰਦਾ, ਵੀ ਵੱਡਾ ਨਹੀਂ ਹੁੰਦਾ, ਬੀਜ ਛੋਟੇ ਜਿਹੇ ਹੁੰਦੇ ਨੇ। ਬਾਪੂ ਜੀ ਹੋਣੀ ਕੁਝ ਪੀਪੇ ਲੈ ਕੇ ਜਾਂਦੇ ਹੁੰਦੇ ਸੀ ਬੀਜ ਦੇ, ਲੇਕਿਨ ਜਦੋਂ ਬਾਅਦ ਚ ਆਉਂਦੇ ਹੁੰਦੇ ਸੀ ਫਸਲ ਵੱਢ ਕੇ ਟਰਾਲੀਆਂ ਨਾਲ ਲੱਦੀ ਜਾਂਦੀ ਸੀਗੀ ਫਸਲ। ਟਰਾਲੀਆਂ ਦੀਆਂ ਟਰਾਲੀਆਂ ਭਰੀਆਂ ਜਾਂਦੀਆਂ ਸੀ, ਟਰੱਕਾਂ ਦੇ ਟਰੱਕ ਭਰੇ ਜਾਂਦੇ ਸੀ ਫਸਲਾਂ ਦੇ ਨਾਲ। ਲੇਕਿਨ ਬੀਜਣ ਜਾਂਦੇ ਨੇ ਟੋਕਰਾ ਜਿਹਾ ਬੀਆ ਦਾ ਲੈ ਕੇ ਜਾਂਦੇ ਨੇ ਬਸ। ਬੀਜ ਛੋਟੇ ਹੁੰਦੇ ਨੇ। ਇਹ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਖਬਰਦਾਰ ਰਹੀਏ, ਸਾਵਧਾਨ ਰਹੀਏ। ਛੋਟਾ ਜਿਹਾ ਵੀ ਗੁੱਸਾ ਕੰਮ ਖਰਾਬ ਕਰ ਸਕਦਾ ਹੈ, ਛੋਟਾ ਜਿਹਾ ਵੀ ਗਿਲਾ ਕੰਮ ਖਰਾਬ ਕਰ ਸਕਦਾ ਹੈ, ਛੋਟੀ ਜਿਹੀ ਵੀ ਯੂਨਿਟੀ ਕੰਮ ਖਰਾਬ ਕਰ ਸਕਦੀ ਹੈ, ਛੋਟੀ ਜਿਹੀ ਵੀ ਨਫ਼ਰਤ ਕੰਮ ਖਰਾਬ ਕਰ ਸਕਦੀ ਹੈ। ਇੱਕ ਘੁੱਟ, ਕੋਈ ਗੱਲ ਨਹੀਂ, ਇੱਕ ਘੁੱਟ ਨਾਲ ਕੀ ਹੁੰਦਾ? ਇਹ ਸਭ ਕੁਝ ਇੱਕ ਘੁੱਟ। ਜਿੰਨੀਆਂ ਵੀ ਐਡਿਕਸ਼ਨਸ ਲੱਗਦੀਆਂ ਨੇ ਲੋਕਾਂ ਨੂੰ, ਇੱਕ ਘੁੱਟ ਨਾਲ ਹੀ ਸ਼ੁਰੂ ਹੁੰਦੀਆਂ ਨੇ। ਇੱਕ ਘੁੱਟ ਹੀ ਬੰਦੇ ਨੂੰ ਮਾਰ ਲੈਂਦੀ ਹੈ। ਘੁੱਟ ਵੀ ਨਹੀਂ ਭਰਨੀ, ਘੁੱਟ ਤਾਂ ਮੈਂ ਭਰਨੀ ਨਹੀਂ, ਘੁੱਟ ਤਾਂ ਮੈਂ ਭਰਨੀ। ਮੇਰੀ ਕਮਿਟਮੈਂਟ ਵੀ ਰੱਬ ਦੇ ਅੱਗੇ ਇਹੀ ਆ, ਮੈਂ ਘੁੱਟ ਨਹੀਂ ਭਰਨੀ ਬਰੋ, ਇਹੀ ਮੇਰੀ ਕਮਿਟਮੈਂਟ ਹੈ। ਕਿੱਥੇ ਲਿਖਿਆ ਬਾਈਬਲ ਦੇ ਵਿੱਚ, ਕਿੱਥੇ ਲਿਖਿਆ ਬਾਈਬਲ ਦੇ ਵਿੱਚ? ਤੁਹਾਨੂੰ ਵੱਡੇ ਵੱਡੇ ਪੜਾਕੂ ਕਹਿਣਗੇ, ਸੁਣੀ ਨਾ ਸੁਣੀ ਕਰ ਦਿਓ। ਜਿਹੜੀ ਚੀਜ਼ ਜੇ ਤੁਹਾਨੂੰ ਐਡੀਫਾਈ ਨਹੀਂ ਕਰਦੀ ਰੂਹ ਨੂੰ, ਉਹ ਕਾਹਤੋਂ ਕਰਨੀ? ਜਿਹੜੀ ਚੀਜ਼ ਦੇ ਨਾਲ ਫਾਇਦਾ ਹੀ ਨਹੀਂ ਰੂਹ ਨੂੰ ਕੁਛ, ਕਾਹਤੋਂ ਕਰਨੀ? ਨਹੀਂ ਬਸ ਉਦਾਂ ਹੀ ਥੋੜਾ ਜਿਹਾ ਇੰਜੋਏ ਕਰ ਲਈਦਾ, ਬਸ ਤਰਦੀ ਥੋੜਾ ਜਿਹਾ ਇੰਜੋਏ ਕਰ ਲਈਦਾ। ਔਰ ਰੂਹ ਦੇ ਵਿੱਚ ਵੀਰਾ ਮੇਰਾ ਇੰਜੋਏ ਕਰਕੇ ਦੇਖ, ਰੂਹ ਦੇ ਵਿੱਚ ਤੂੰ ਤਾਂ ਮਾਰੇਗਾ ਛਾਲਾਂ, ਤੂੰ ਤਾਂ ਨੱਚੇਗਾ, ਟੱਪੇਗਾ, ਗਾਵੇਂਗਾ, ਗੀਤ ਗਾਏਗਾ, ਤੁਸੀਂ ਕਹੋਗੇ ਵਾਓ ਇਹ ਤਾਂ ਰੂਹ ਦੀ ਚੜ ਗਈ ਅੱਜ। ਰੂਹ ਦੇ ਵਿੱਚ ਪੀਏ, ਰੂਹ ਦੇ ਵਿੱਚ ਪੀਏ, ਤੇ ਜਿਹੜੀ ਰੂਹ ਦੀ ਹੈ ਉੱਤਰਦੀ ਨਹੀਂ, ਨਾਲੇ ਸਵੇਰੇ ਸਵੇਰੇ ਸਿਰ ਵੀ ਨਹੀਂ ਦੁਖਦਾ। ਆਓ ਪੜ੍ਹੀਏ ਇੱਕ ਵਾਰ ਫਿਰ ਇਹ ਵਰਸ। ਜੇਕਰ ਉਹ ਸਰੀਰਕ ਰੂਪੀ ਜ਼ਮੀਨ ਵਿੱਚ ਬੀਜਦਾ ਹੈ ਤਾਂ ਉਹ ਉਸ ਵਿੱਚੋਂ ਨਾਸ਼ਵਾਨ ਫਸਲ ਵੱਢੇਗਾ, ਪਰ ਜੇ ਨਾਸ਼ਵਾਨ ਫਸਲ ਵੱਢੇਗਾ। ਜੇ ਸਰੀਰ ਵਿੱਚ ਬੀਜਾਂਗੇ ਨਾਸ਼ਵਾਨ ਫਸਲ ਆਵੇਗੀ। ਜਿੱਦਾਂ ਦੂਸਰੇ ਪਾਸੇ ਕਿਹੜੀ ਫਸਲ ਆਵੇਗੀ? ਪਰ ਜੇਕਰ ਉਹ ਆਤਮਿਕ ਰੂਪੀ ਜ਼ਮੀਨ ਵਿੱਚ ਬੀਜਦਾ ਹੈ ਤਾਂ ਉਹ ਉਸ ਵਿੱਚੋਂ ਅਨੰਤ ਜੀਵਨ ਦੀ ਫਸਲ ਵੱਢਦਾ ਹੈ। ਅਨੰਤ ਜੀਵਨ ਦੀ ਫਸਲ ਆਪਣੀ ਰੂਹ ਦੇ ਵਿੱਚ ਟਿਕਦੀ ਰਹੇਗੀ। ਅਨੰਤ ਜੀਵਨ ਦੀ ਫਸਲ ਆਪਣੀ ਰੂਹ ਦੇ ਵਿੱਚ ਟਿਕਦੀ ਰਹੇਗੀ, ਪੜਦੀ ਰਹੇਗੀ। ਲੇਕਿਨ ਜਿਹੜਾ ਸਰੀਰ ਵਿੱਚ ਬੀਜਦਾ ਆ, ਉਹ ਕਿਹੜੀ ਫਸਲ ਕੱਟਦਾ ਆ? ਜੇਕਰ ਉਹ ਸਰੀਰਕ ਰੂਪੀ ਜ਼ਮੀਨ ਵਿੱਚ ਬੀਜਦਾ ਹੈ ਤਾਂ ਉਹ ਉਸ ਵਿੱਚੋਂ ਨਾਸ਼ਵਾਨ ਫਸਲ ਵੱਢੇਗਾ। ਨਾਸ਼ਵਾਨ ਫਸਲ ਵੱਢੇਗਾ। ਨਾਸ਼ਵਾਨ ਮਤਲਬ ਕਰਪਸ਼ਨ। ਉਹ ਕਰਪਟ ਫਸਲ ਵੱਢੇਗਾ। ਕਰਪਟ ਫਸਲ ਵੱਢੇਗਾ, ਕਰਪਟ ਫਸਲ ਵੱਢੇਗਾ। ਉਹ ਕਰਪਸ਼ਨ ਜਿਹੜੀ ਆ, ਉਹ ਨਾਸ਼ਵਾਨ ਚੀਜ਼ ਜਿਹੜੀ ਆ, ਉਹ ਕਿੱਥੇ ਆਏਗੀ? ਕਿੱਥੇ ਡਿਪੋਜ਼ਿਟ ਹੋਏਗੀ? ਤੁਹਾਡੀ ਰੂਹ ਦੇ ਵਿੱਚ।
ਤੁਹਾਡੀ ਕੌਨਸ਼ੀਅਸ ਦੇ ਵਿੱਚ, ਤੁਹਾਡੇ ਅੰਤःਕਰਨ ਦੇ ਵਿੱਚ, ਤੁਹਾਡੇ ਜ਼ਮੀਰ ਦੇ ਵਿੱਚ। ਤੇ ਉਹਨਾਂ ਦਾ ਜਿਹੜਾ ਜ਼ਮੀਰ ਆ, ਉਹਨਾਂ ਦੇ ਲਈ ਕੌਨਸ਼ੀਅਸ ਆ, ਉਹ ਨਾਸ਼ਵਾਨ ਮਹਿਸੂਸ ਹੋਵੇਗਾ, ਉਹਨਾਂ ਨੂੰ ਉਹ ਕਰਪਸ਼ਨ ਮਹਿਸੂਸ ਹੋਵੇਗੀ। ਆਮੇਨ। ਤੇ ਜੇ ਜ਼ਮੀਰ, ਜੇ ਉਹਨਾਂ ਦੀ ਰੂਹ ਦੇ ਵਿੱਚ ਹੀ ਸ਼ਾਂਤੀ ਨਹੀਂ ਗਈ, ਖੁਸ਼ੀ ਨਹੀਂ ਗਈ, ਕਿਉਂਕਿ ਕਰਪਸ਼ਨ ਆ ਗਈ, ਸੋਚੋ ਆਪੇ ਕਿ ਉਹ ਪਰਮੇਸ਼ਰ ਨੂੰ ਪਾ ਸਕਣਗੇ, ਕਿ ਉਹ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਸਕਣਗੇ, ਕਿ ਉਹ ਪਰਮੇਸ਼ਰ ਦੇ ਗੁਣ ਗਾ ਸਕਣਗੇ? ਨਹੀਂ ਗਾ ਸਕਣਗੇ। ਤਾਂ ਹੀ ਪ੍ਰਭੂ ਦਾ ਵਚਨ ਕਹਿੰਦਾ ਹੈ, ਆਓ ਬੀਜੀਏ, ਰੂਹ ਦੇ ਵਿੱਚ ਬੀਜੀਏ, ਸਰੀਰ ਵਿੱਚ ਨਾ ਬੀਜੀਏ। ਆਮੇਨ। ਆਪਾਂ ਬੀਜਣਾ ਬੰਦ ਕਰਨਾ ਹੈ। ਆਪਾਂ ਅੱਜ ਤੱਕ ਪ੍ਰੇ ਕਰਦੇ ਰਹੇ ਹਾਂ, ਪ੍ਰਭੂ ਜੀ ਅਸੀਂ ਕੱਟਣਾ ਬੰਦ ਕਰਨਾ ਚਾਹੁੰਦੇ ਹਾਂ, ਅਸੀਂ ਆਹ ਨਹੀਂ ਕੱਟਣਾ ਚਾਹੁੰਦੇ, ਅਸੀਂ ਨਫ਼ਰਤ ਨਹੀਂ ਕੱਟਣਾ ਚਾਹੁੰਦੇ, ਅਸੀਂ ਨਸ਼ੇ ਨਹੀਂ ਕੱਟਣਾ ਚਾਹੁੰਦੇ, ਅਸੀਂ ਆਹ ਨਹੀਂ ਕੱਟਣਾ ਚਾਹੁੰਦੇ। ਨਹੀਂ, ਬੀਜਣਾ ਬੰਦ ਕਰੀਏ, ਬੀਜਣਾ ਬੰਦ ਕਰੀਏ। ਦੇਖੋ ਕਿੱਥੇ ਕਿੱਥੇ ਬੀਜਿਆ ਜਾ ਰਿਹਾ ਹੈ। ਕਦੋਂ ਤੁਸੀਂ ਬੀਜਦੇ ਹੋ? ਮੈਨੂੰ ਪਤਾ ਵੀ ਐਕਲੇਸੀਆ ਦੇ ਵਿੱਚ, ਚਰਚ ਦੇ ਵਿੱਚ ਤਾਂ ਆਪਾਂ ਸਾਰੇ ਵਾਓ ਪ੍ਰੇਜ਼ ਦ ਲਾਰਡ, ਪਰਮੇਸ਼ਰ ਦੇ ਜਲਾਲ ਵਿੱਚ ਹੁੰਦੇ ਹੈਗੇ ਆ। ਲੇਕਿਨ ਜਦੋਂ ਤੁਸੀਂ ਆਪਣੇ ਕੰਮ 'ਤੇ ਜਾਂਦੇ ਹੋ, ਲੇਕਿਨ ਜਦੋਂ ਤੁਸੀਂ ਆਪਣੇ ਘਰੇ ਜਾਂਦੇ ਹੋ, ਜਾਂ ਤੁਸੀਂ ਬਾਹਰ ਕਿਤੇ ਛੋਲੇ ਭਟੂਰੇ ਖਾਣ ਜਾਂਦੇ ਹੋ ਤੇ ਬਾਹਰ ਕੋਈ ਤੁਹਾਨੂੰ ਟ੍ਰੀਟ ਕਰਦਾ ਆ, ਜਾਂ ਕੋਈ ਗੱਡੀ ਤੁਸੀਂ ਖੜੀ ਕਰਨ ਲੱਗੇ ਸੀ ਤੇ ਕਿਸੇ ਹੋਰ ਗੱਡੀ ਲਾਤੀ, ਜਾਂ ਤੁਹਾਡੇ ਮੂੰਹ ਦੀ ਗਲਤ ਕੱਟਤਾ, ਤੁਸੀਂ ਕੀ ਟ੍ਰੀਟ ਕਰਦੇ ਹੋ? ਕੋਈ ਤੁਹਾਡੇ ਸਾਹਮਣੇ ਦੀ ਕੋਈ ਲਾਲ ਦੇ ਵਿੱਚੋਂ ਲੰਘਾ ਕੇ ਲੈ ਗਿਆ ਤਾਂ ਤੁਸੀਂ ਕਹੋ ਹਾਏ ਦੇਖ ਇਹ ਆਪਣੇ ਦੇਸ਼ ਦਾ ਨਾਮ ਬਦਨਾਮ ਕਰਦੇ ਜਾਂਦੇ ਨੇ, ਸ਼ਰਮ ਨਹੀਂ ਆਉਂਦੀ ਇਹਨਾਂ ਨੂੰ, ਪਤਾ ਨਹੀਂ ਹੋਰ ਕੀ 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 ਕੁਛ ਕਹਿ ਦਿੰਦੇ ਹੋ ਤੁਸੀਂ ਯਾਨੀ ਕਿ ਹਰੇ ਗ੍ਰੀਨ ਲਾਈਟ ਤੇ ਰੁਕ ਗਏ ਤੇ ਉਹ ਲਾਲ ਲਾਈਟ ਤੇ ਲੰਘ ਗਿਆ, ਤੁਸੀਂ ਫਿਰ ਚੰਗੇ ਹੋ ਗਏ? ਜੇ ਤੁਸੀਂ ਸਨਾਤੀਆਂ ਨੂੰ ਜਿਹੜਾ ਗਿਆ, ਤੁਸੀਂ ਸਰੀਰ ਵਿੱਚ ਐਕਟੀਵੇਟ ਹੋ ਗਏ। ਇਹ ਤੋਂ ਬਜਾਏ ਕਿ ਪ੍ਰਭੂ ਪ੍ਰੋਟੈਕਟ ਕਰ ਲਾ ਇਹਨੂੰ, ਜਿਹੜਾ ਗਿਆ ਲਾਲ ਲਾਈਟ ਤੋਂ ਲੰਘ ਕੇ, ਇਹਨੂੰ ਪ੍ਰੋਟੈਕਟ ਕਰ ਲਾ, ਇਹਨੂੰ ਬਚਾ ਲਾ ਪਰਮੇਸ਼ਰ ਪਿਤਾ, ਇਹਦੇ ਤੇ ਕਿਰਪਾ ਕਰ, ਇਹਦੇ ਤੇ ਦਇਆ ਕਰ। ਲੇਕਿਨ ਇੱਕਦਮ ਆਪਾਂ ਜਜਮੈਂਟਲ ਹੋ ਜਾਂਦੇ ਹਾਂ, ਇੱਕਦਮ ਆਪਾਂ ਲੋਕਾਂ ਦੀਆਂ ਕਮਜ਼ੋਰੀਆਂ ਸੁਣਾ ਦਿੰਦੇ ਹਾਂ। ਹਾਂ ਤੂੰ ਕੀ ਕਰਦੀ ਸੀ, ਹਾਂ ਤੂੰ ਕੀ ਕੀਤਾ, ਹਾਂ ਤੇਰਿਆਂ ਨੇ ਕੀ ਕੀਤਾ, ਉਹ ਤੈਨੂੰ ਕੀ ਕੀਤਾ, ਤੂੰ ਕੀ। ਆਪਾਂ ਇੱਕਦਮ ਸਰੀਰ ਦੇ ਵਿੱਚ ਚਲੇ ਜਾਂਦੇ ਹਾਂ। ਤੇ ਜਦੋਂ ਸਰੀਰ ਵਿੱਚ ਬੀਜ ਜਾਂਦੇ ਆ, ਨਹੀਂ ਕੁਛ ਨਹੀਂ ਹੋਇਆ, ਬਚ ਕੇ ਕੋਈ ਖਾਸ ਗੱਲ ਨਹੀਂ ਹੋਈ, ਬਚ ਕੇ ਲੇਕਿਨ ਬਾਅਦ ਦੇ ਵਿੱਚ ਕੱਟਣ ਦਾ ਸਮਾਂ ਆ ਗਿਆ। ਜਿਹੜਾ ਬੀਜਿਆ ਸਰੀਰ ਦੇ ਵਿੱਚ, ਜਿਹੜੀ ਚੀਜ਼ਾਂ ਬੀਜ ਗਿਆ ਅੰਦਰ, ਉਹ ਫਸਲ ਤਾਂ ਪੈਦਾ ਕਰੇਗਾ, ਨਾਸ਼ਵਾਨ ਫਸਲ। ਫਿਰ ਤੁਸੀਂ ਮਹਿਸੂਸ ਕਰੋਗੇ ਆਪਣੇ ਜ਼ਮੀਰ ਦੇ ਵਿੱਚ ਵੀ ਸਮਥਿੰਗ ਇਜ਼ ਨਾਟ ਰਾਈਟ। ਤੁਹਾਨੂੰ 2-3 ਦਿਨ ਲੱਗ ਜਾਣਗੇ ਇਹਨੂੰ ਕਰੈਕਟ ਕਰਨ ਨੂੰ, ਤੌਬਾ ਕਰਨ ਦੇ ਵਾਸਤੇ, ਪਰਮੇਸ਼ਰ ਦੇ ਚਰਨਾਂ 'ਚ ਬਹਿਣ ਦੇ ਵਾਸਤੇ, ਰੱਬ ਦੇ ਹਜ਼ੂਰੀ ਨਾਲ ਉਹਦੇ ਲਹੂ ਦੇ ਨਾਲ ਧੋਣ ਦੇ ਵਾਸਤੇ, ਸਾਫ਼ ਕਰਨ ਦੇ ਵਾਸਤੇ। ਸੋ ਪ੍ਰਭੂ ਦੇ ਕੋਲੋਂ ਕੋਸ਼ਿਸ਼ ਕਰੀਏ ਕਿ ਸਰੀਰ ਦੇ ਵਿੱਚ ਨਾ ਤੁਰੇ। ਕੀ ਆਨਸਰ ਕੀ ਆ? ਬਸ ਜੀ ਰੂਹ 'ਚ ਚੱਲੋ, ਰੂਹ 'ਚ ਚੱਲੋ। ਰੂਹ ਦੇ ਵਿੱਚ ਜਿਹੜੇ ਚੱਲਦੇ ਨੇ ਉਹੀ ਪਰਮੇਸ਼ਰ ਦੇ ਪੁੱਤਰ ਤੇ ਧੀਆਂ ਕਹਿਲਾਏ ਜਾਂਦੇ ਨੇ। ਆਓ ਬਣਾਈਏ ਅਬਰਾਨੀਆਂ ਦਾ 9ਵਾਂ ਚੈਪਟਰ ਦੇਖਾਂਗੇ, ਉਹਦਾ 13ਵੇਂ ਤੋਂ ਲੈ ਕੇ 14ਵੇਂ ਵਰਸ ਤੇ ਜਾਵਾਂਗੇ। ਹੀਬਰੂ ਚੈਪਟਰ 9 ਵਰਸ 13 to 14। ਹੀਬਰੂ 9 13 to 14। ਜੀ ਹਾਂ। ਬੱਕਰੇ ਅਤੇ ਬਲਦ ਦਾ ਖੂਨ ਅਤੇ ਸੜੇ ਹੋਏ ਵੱਛੇ ਦੀ ਸੁਆਹ ਛਿੜਕਣ ਨਾਲ ਸ਼ਾਇਦ ਉਹ ਮਨੁੱਖ ਜੋ ਰਸਮੀ ਤੌਰ ਤੇ ਅਸ਼ੁੱਧ ਅਤੇ ਭ੍ਰਸ਼ਟ ਹਨ, ਸ਼ੁੱਧ ਅਤੇ ਆਜ਼ਾਦ ਹੋ ਸਕਣ। ਜੇਕਰ ਇਹ ਸੱਚ ਹੈ ਤਾਂ ਫਿਰ ਮਸੀਹ ਦੇ ਖੂਨ ਦੁਆਰਾ ਕੀ ਨਹੀਂ ਹੋ ਸਕੇਗਾ, ਅਰਥਾਤ ਉਸ ਅਨੰਤ ਆਤਮਾ ਦੇ ਦੁਆਰਾ ਜੋ ਉਹ ਆਪਣੇ ਆਪ ਨੂੰ ਪੂਰਨ ਬਲੀ ਦੇ ਰੂਪ ਦੇ ਵਿੱਚ ਪਰਮੇਸ਼ਰ ਦੇ ਸਾਹਮਣੇ ਚੜਾਉਂਦਾ ਹੈ। ਉਸ ਦਾ ਖੂਨ ਸਾਡੇ ਅੰਤःਕਰਨ ਨੂੰ ਸ਼ੁੱਧ ਕਰੇਗਾ ਅਤੇ ਸਾਨੂੰ ਸਾਡੇ ਮਰਨਹਾਰ ਕੰਮਾਂ ਤੋਂ ਆਜ਼ਾਦ ਕਰੇਗਾ ਕਿ ਅਸੀਂ ਜਿਉਂਦੇ ਪਰਮੇਸ਼ਰ ਦੀ ਸੇਵਾ ਕਰੀਏ। ਤੁਸੀਂ ਦੇਖਿਆ ਹੁਣ ਇਹ ਲਹੂ ਪ੍ਰਭੂ ਯਿਸੂ ਮਸੀਹ ਜੀ ਦਾ ਸਾਡੇ ਅੰਤःਕਰਨ ਨੂੰ ਸ਼ੁੱਧ ਕਰਨ ਕਿਉਂ ਆਇਆ? ਕਿਉਂਕਿ ਜਦੋਂ ਬੰਦਾ ਸਰੀਰਿਕ ਕਾਮਨਾਵਾਂ ਦੇ ਵਿੱਚ ਪੈ ਜਾਂਦਾ ਆ ਤੇ ਸਰੀਰ ਦੇ ਵਿੱਚ ਬੀਜ ਪਾ ਦਿੰਦਾ ਆ, ਜਿਹੜੀ ਫਸਲ ਉਗਦੀ ਹੈ, ਨਾਸ਼ਵਾਨ ਫਸਲ, ਕਰਪਟਡ ਫਸਲ ਜਿਹੜੀ ਉਗਦੀ ਆ, ਉਹ ਆਪਣੀ ਕੌਨਸ਼ੀਅਸ ਨੂੰ ਕਰਪਟ ਕਰਦੀ ਆ, ਉਹ ਆਪਣੇ ਜ਼ਮੀਰ ਨੂੰ ਨਾਸ਼ਵਾਨ ਕਰਦਾ ਆ, ਉਹ ਆਪਣੇ ਜ਼ਮੀਰ ਨੂੰ ਸ਼ੁੱਧ ਨਹੀਂ ਰਹਿਣ ਦਿੰਦਾ। ਤਾਂ ਹੀ ਜ਼ਰੂਰੀ ਹੈ ਬਾਅਦ ਵਿੱਚ ਤੌਬਾ ਕਰਕੇ ਪਰਮੇਸ਼ਰ ਦੇ ਚਰਨਾਂ ਵਿੱਚ ਆ ਕੇ ਆਪਣੇ ਆਪ ਨੂੰ ਪ੍ਰਭੂ ਦੇ ਲਹੂ ਦੇ ਨਾਲ ਧੋ ਕੇ ਹੋਲੀ ਕਮਿਊਨੀਅਨ ਲੈ ਕੇ ਬੰਦਾ ਆਪਣੇ ਆਪ ਨੂੰ ਸਾਫ਼ ਕਰਦਾ, ਪਵਿੱਤਰ ਕਰਦਾ ਪ੍ਰਭੂ ਦੇ। ਆਮੇਨ। ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਆਪਣੀ ਕੁਰਬਾਨੀ ਤੋਂ ਬਾਅਦ ਜਦੋਂ ਪ੍ਰਗਟ ਹੋਏ ਸੀਗੇ ਮਰੀਮ ਦੇ ਮੂਹਰੇ, ਮਰੀਮ ਨੂੰ ਕਹਿੰਦੇ ਸੀ ਮੈਨੂੰ ਛੂਈ ਨਾ, ਹਜੇ ਮੈਨੂੰ ਟੱਚ ਨਾ ਕਰੀ, ਹਜੇ ਮੈਂ ਪਿਤਾ ਕੋਲੇ ਗਿਆ ਨਹੀਂ ਗਾ। ਤੇ ਫਿਰ ਪ੍ਰਭੂ ਦਾ ਵਚਨ ਕਹਿੰਦਾ ਕਿ ਉਹ ਤੋਂ ਬਾਅਦ ਜਦੋਂ ਅਗਲੀ ਵਾਰ ਤੋਮਸ ਜਿੱਥੇ ਹੈ ਨਹੀਂ ਸੀਗਾ ਉੱਥੇ ਪ੍ਰਗਟ ਹੁੰਦੇ ਨੇ ਤੇ ਤੋਮਸ ਉਸ ਜਗ੍ਹਾ ਤੇ ਮਤਲਬ ਮੌਜੂਦ ਸੀਗਾ ਤੇ ਉਹਨੂੰ ਤੋਮਸ ਨੂੰ ਕਹਿੰਦੇ ਆ ਜਾ ਮੈਨੂੰ ਹੱਥ ਲਾ ਕੇ ਦੇਖ ਲੈ, ਮੈਂ ਹੀ ਆ। ਮਰੀਮ ਨੂੰ ਕਹਿੰਦੇ ਸੀ ਮੈਨੂੰ ਹੱਥ ਲਾਉਣਾ ਨਹੀਂ, ਇੱਕ ਕੁਛ ਦਿਨਾਂ ਬਾਅਦ ਕਹਿੰਦੇ ਨੇ ਮੈਨੂੰ ਹੱਥ ਲਾ ਕੇ ਦੇਖੋ। ਯਾਨੀ ਕਿ ਹੁਣ ਕੀ ਹੋ ਗਿਆ ਸੀ? ਹੁਣ ਪ੍ਰਭੂ ਯਿਸੂ ਸਵਰਗ ਜਾ ਕੇ ਵਾਪਸ ਆ ਗਏ ਸੀਗੇ
ਤੇ ਸਵਰਗ ਜਾ ਕੇ ਜਦੋਂ ਮਰੀਮ ਨੂੰ ਕਹਿੰਦੇ ਨੇ ਮੈਨੂੰ ਹੱਥ ਨਾਲ ਲਾਈ, ਕਿਉਂ? ਕਿਉਂਕਿ ਹਜੇ ਪ੍ਰਭੂ ਨੇ ਆਪਣੇ ਆਪ ਨੂੰ ਪ੍ਰੈਜ਼ੈਂਟ ਨਹੀਂ ਕੀਤਾ ਸੀ ਪਿਤਾ ਦੇ ਮੂਹਰੇ। ਤੇ ਵਚਨ ਕਹਿੰਦਾ ਹੈ ਕਿ ਪ੍ਰਭੂ ਯਿਸੂ ਮਸੀਹ ਖੁਦ ਆਪਣਾ ਲਹੂ ਲੈ ਕੇ ਸਵਰਗ ਵਿੱਚ ਗਏ ਤੇ ਉਹ ਲਹੂ ਦੇ ਨਾਲ ਪ੍ਰਭੂ ਦੇ ਵੱਲੋਂ ਆਪਣੀਆਂ ਜੀਵਨਾਂ, ਆਪਣੀਆਂ ਜ਼ਿੰਦਗੀਆਂ ਹੀ ਨਹੀਂ ਪਵਿੱਤਰ ਕੀਤੀਆਂ ਜਾਂਦੀਆਂ, ਆਪਣੇ ਅੰਤःਕਰਣ ਹੀ ਪਵਿੱਤਰ ਨਹੀਂ ਕੀਤੇ ਜਾਂਦੇ, ਆਪਣੀ ਕੌਨਸ਼ੀਅਸਾਂ ਹੀ ਨਹੀਂ ਪਵਿੱਤਰ ਕੀਤੀਆਂ ਜਾਂਦੀਆਂ, ਆਪਣੀ ਸੋਲ ਸਪਿਰਿਟ ਬੋਡੀ ਹੀ ਨਹੀਂ ਪਵਿੱਤਰ ਕੀਤੀ ਜਾਂਦੀ। ਉਸ ਲਹੂ ਦੇ ਨਾਲ ਇੱਥੋਂ ਤੱਕ ਵਚਨ ਕਹਿੰਦਾ ਕਿ ਸਵਰਗਾਂ ਦੇ ਸਵਰਗ ਵੀ ਪਵਿੱਤਰ ਕੀਤੇ ਗਏ ਨੇ। ਆਮੇਨ। ਤੁਸੀਂ ਕਹੋ ਬਾਜੀ ਜੀ ਸਵਰਗਾਂ 'ਚ ਕੀ ਹੋਇਆ? ਸ਼ੈਤਾਨ ਨੇ ਡੇਰੇ ਕਿੱਥੇ ਲਾਏ ਸੀ? ਸ਼ੈਤਾਨ ਨੇ ਇਨਕਲਾਬ ਦੇ ਨਾਰੇ ਕਿੱਥੇ ਲਾਏ ਸੀ? ਸ਼ੈਤਾਨ ਨੇ ਬਗਾਵਤ ਕਿੱਥੇ ਕੀਤੀ ਸੀਗੀ? ਕਿੱਥੇ ਕੀਤੀ ਸੀ? ਜਗਰਾਉਂ ਜਾ ਕੇ? ਨਹੀਂ, ਸ਼ੈਤਾਨ ਨੇ ਬਗਾਵਤ ਜਿਹੜੀ ਕੀਤੀ ਸੀਗੀ ਉਹ ਸਵਰਗ 'ਚ ਕੀਤੀ ਸੀ। ਤੇ ਕਿੰਨੇ ਲੋਕਾਂ ਨੇ ਬਗਾਵਤ ਕੀਤੀ ਸੀ? ਹਜ਼ਾਰਾਂ ਤੇ ਹਜ਼ਾਰਾਂ ਤੇ ਹਜ਼ਾਰਾਂ ਦੂਤਾਂ ਨੇ, ਯਾਨੀ ਕਿ 33% ਦੂਤ ਜਿਹੜੇ ਸੀਗੇ ਬਗਾਵਤ ਕਰਨ ਲੱਗੇ ਸੀਗੇ। ਹੁਣ ਤੁਸੀਂ ਸੋਚੋ ਕਿ 33% ਦੂਤ ਬਗਾਵਤ ਕਰ ਰਹੇ ਨੇ ਤੇ ਉੱਥੇ ਬੈਠੇ ਹੈਗੇ ਨੇ, ਉਹ ਆਪਣੇ ਟਰੱਕ ਤੇ ਟਰਾਲੀਆਂ ਲਾਈ ਤੇ ਕਹਿ ਲੋ ਕਿ ਨਾਰੇ ਦੇ ਨਾਰੇ ਲੱਗ ਰਹੇ ਨੇ, ਤੇ ਬਾਕੀ ਦੇ ਦੂਤ ਜਿਹੜੇ ਉੱਥੇ ਮੂਹਰੇ ਖੜੇ ਉਹ ਕੀ ਕਰਦੇ ਹੋਣਗੇ? ਉਹ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਣਗੇ, ਕਿਉਂਕਿ ਵਚਨ ਕਹਿੰਦਾ ਹੈ ਕਿ ਸਵਰਗਾਂ ਦੇ ਵਿੱਚ ਏਦਾਂ ਦੇ ਦੂਤ ਵੀ ਨੇ ਜਿਹੜੇ ਲੜਾਕੂ ਨੇ, ਤੇ ਜੇ ਉਹ ਲੜਾਕੂ ਦੂਤ ਨੇ ਤੇ ਉਹਨਾਂ ਨੂੰ ਰੋਕ ਰਹੇ ਹੋਣਗੇ। ਤੁਸੀਂ ਸੋਚੋ, ਛੋਟੀ ਜੀ ਗੱਲ ਹੋ ਜਾਂਦੀ ਆ ਆਪਣੇ ਦੇਸ਼ਾਂ ਦੇ ਵਿੱਚ, ਪਿੰਡਾਂ ਦੇ ਵਿੱਚ ਲੋਕ ਖੜ ਜਾਂਦੇ ਹੈਗੇ ਨੇ ਸੱਬਲਾਂ ਲੈ ਕੇ ਤੇ ਕਹੀਆਂ ਚੱਕ ਕੇ ਤੇ ਆਪਣੇ ਕੋਲੇ ਤੇ ਬਗਾਵਤ ਕਰਨ ਲਈ ਤਿਆਰ ਹੋ ਜਾਂਦੇ ਨੇ, ਤੇ ਸਾਰੀ ਜਿਹੜੀ ਸ਼ਾਂਤੀ ਭੰਗ ਹੋ ਜਾਂਦੀ ਆ ਸਾਰੇ ਦੇ ਸਾਰੇ ਪਿੰਡ ਦੀ। ਤੁਸੀਂ ਆਪੇ ਸੋਚੋ ਕਿ ਸਵਰਗ ਦੇ ਵਿੱਚ ਕਿੰਨੀ ਸ਼ਾਂਤੀ ਭੰਗ ਹੋਈ ਹੋਊਗੀ। ਤੁਸੀਂ ਆਪੇ ਸੋਚੋ ਕਿ ਸਵਰਗ ਦੇ ਵਿੱਚ ਸ਼ੈਤਾਨ ਨੇ ਕੀ ਹਾਲ ਕੀਤਾ ਹੋਏਗਾ। ਵਚਨ ਆਖਦਾ ਹੈ ਕਿ ਜਦੋਂ ਪਰਮੇਸ਼ਰ ਨੇ ਉਹਨੂੰ ਸ਼ਰਾਬੀ ਠਹਿਰਾ ਕੇ ਸ਼ੈਤਾਨ ਨੂੰ ਸਵਰਗ ਤੋਂ ਕੱਢਤਾ ਸੀਗਾ, ਪਹਿਲਾਂ ਜਦੋਂ ਧਰਤੀ ਤੇ ਆ ਕੇ ਡਿੱਗਿਆ, ਵਚਨ ਆਖਦਾ ਕਿ ਉਹਨੇ ਸਾਰਾ ਦਾ ਸਾਰਾ ਯੂਨੀਵਰਸ ਜਿਹੜਾ ਸੀਗਾ ਸਤਿਆਨਾਸ਼ ਕਰਤਾ। ਤਾਂ ਹੀ ਜਦੋਂ ਤੁਸੀਂ ਉਤਪਤ ਦੇ ਪਹਿਲੇ ਚੈਪਟਰ ਪੜ੍ਹਦੇ ਹੋ, ਲਿਖਿਆ ਵੀ ਧਰਤੀ ਵੈਰਾਨ ਸੀ। ਜੇ ਤੁਸੀਂ ਅੱਜ ਬਾਕੀ ਦੇ ਪਲੈਨਟਸ ਦੇਖੋ ਵੀ ਵੈਰਾਨ ਤੁਹਾਨੂੰ ਨਜ਼ਰ ਆਉਂਦੇ ਨੇ, ਲੇਕਿਨ ਧਰਤੀ ਤੇ ਫਿਰ ਪਰਮੇਸ਼ਰ ਨੇ ਦੁਬਾਰਾ ਧਰਤੀ ਸ਼ੁਰੂ ਕੀਤੀ। ਆਮੇਨ। ਲੇਕਿਨ ਫਿਰ ਅਦਮ ਤੇ ਹਵਾ ਤੋਂ ਪਾਪ ਹੋ ਗਿਆ, ਸ਼ੈਤਾਨ ਨੇ ਪਾਪ ਕਰਾਤਾ, ਤੇ ਕਰਾਉਣ ਦੇ ਨਾਲ ਦੁਬਾਰਾ ਫਿਰ ਉਹ ਆਪਣਾ ਟੈਂਪਰੇਰੀ ਮਲਟੀਪਲ ਵੀਜ਼ਾ ਲੈ ਕੇ ਸਵਰਗ ਜਾ ਸਕਦਾ ਆ। ਹੁਣ ਸਵਰਗ ਜਾ ਕੇ ਉਸ ਵੀਜ਼ੇ ਨਾਲ ਉਹ ਸਾਡੇ ਖਿਲਾਫ ਕਹਿ ਲੋ ਕਿ ਚੁਗਲੀਆਂ ਕਰਦਾ ਆ, ਕੰਪਲੇਂਟਸ ਕਰਦਾ ਆ ਪਿਤਾ ਦੇ ਸਾਹਮਣੇ। ਲੇਕਿਨ ਹੁਣ ਪ੍ਰਭੂ ਯਿਸੂ ਮਸੀਹ ਜੀ ਨੇ ਸਲੀਬ ਦੇ ਉੱਤੇ ਆਪਣਾ ਲਹੂ ਡੋਲ ਕੇ ਤੇ ਪ੍ਰਭੂ ਦੇ ਬਾਣੋਂ ਆਪਾਂ ਸਾਰਿਆਂ ਨੂੰ ਹੀ ਨਹੀਂ ਪਵਿੱਤਰ ਕਰਦਾ, ਬਲਕਿ ਉਹ ਲਹੂ ਲੈ ਕੇ ਉਹਨੂੰ ਸਵਰਗ ਵਿੱਚ ਜਾਂਦੇ ਨੇ। ਸਵਰਗਾਂ ਦੇ ਸਵਰਗ ਵੀ ਪਵਿੱਤਰ ਕੀਤੇ ਗਏ ਤੇ ਸਵਰਗ ਦਾ ਮੰਦਿਰ ਵੀ ਪਵਿੱਤਰ ਕੀਤਾ ਗਿਆ। ਹੁਣ ਤੁਸੀਂ ਸੋਚੋ, ਜੇ ਹੁਣ ਸਵਰਗ ਦਾ ਮੰਦਿਰ ਪਵਿੱਤਰ ਕਰ ਦਿੱਤਾ ਗਿਆ, ਜੇ ਉਹ ਪ੍ਰਾਈਜ਼ ਜਿਹੜੀ ਆਦਮ ਤੇ ਹਵਾ ਨੇ ਪੇ ਕਰਨੀ ਸੀ ਉਹ ਕਰਤੀ ਪ੍ਰਭੂ ਯਿਸੂ ਨੇ, ਤੁਸੀਂ ਸੋਚੋ ਕਿ ਹੁਣ ਸ਼ੈਤਾਨ ਵਾਪਸ ਜਾ ਸਕੇਗਾ ਸਵਰਗ ਵਿੱਚ? ਨਹੀਂ। ਜਦੋਂ ਪ੍ਰਭੂ ਯਿਸੂ ਮਸੀਹ ਗਏ ਉੱਤੇ ਆਪਣਾ ਲਹੂ ਲੈ ਕੇ, ਉਹਨਾਂ ਦਿਨਾਂ ਦੇ ਵਿੱਚ ਹੀ, ਉਹਨਾਂ ਹਫ਼ਤਿਆਂ ਦੇ ਵਿੱਚ ਹੀ ਸ਼ੈਤਾਨ ਸਵਰਗ ਤੋਂ ਕੱਢ ਦਿੱਤਾ ਗਿਆ, ਉਹਦੀ ਐਂਟਰੀ ਡਿਨਾਈ ਕਰ ਦਿੱਤੀ ਗਈ ਹਮੇਸ਼ਾ ਹਮੇਸ਼ਾ ਦੇ ਵਾਸਤੇ। ਹੁਣ ਸ਼ੈਤਾਨ ਸਵਰਗ ਦੇ ਵਿੱਚ ਚੜ੍ਹ ਨਹੀਂ ਸਕਦਾ। ਕਿਉਂ? ਹੁਣ ਪਰਮੇਸ਼ਰ ਪਿਤਾ ਦੇ ਸੱਜੇ ਹੱਥ ਜਿਹੜਾ ਬੈਠਾ ਆ, ਉਹ ਹੈ ਰਾਜਾ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਪ੍ਰਭੂ ਯਿਸੂ ਮਸੀਹ, ਜਿਹੜਾ ਇੰਟਰਸੀਡ ਕਰਦਾ ਹੈ ਆਪਣੇ ਸਾਰਿਆਂ ਦੇ ਵਾਸਤੇ। ਆਮੇਨ। ਹੁਣ ਸ਼ੈਤਾਨ ਨੂੰ ਪਤਾ ਆ ਕਿ ਹੁਣ ਉਹਦੇ ਲਈ ਟਾਈਮ ਬਹੁਤ ਘੱਟ ਹੈਗਾ। ਸੋ ਪ੍ਰਭੂ ਦੇ ਬਾਣੋਂ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਜਿਹੜਾ ਆ ਉਹ ਆਪਾਂ ਨੂੰ ਪਵਿੱਤਰ ਕਰਦਾ ਹੈ। ਸੋ ਪਹਿਲੇ ਨੰਬਰ ਤੇ ਆਪਾਂ ਦੇਖਿਆ ਵੀ ਫਲੈਸ਼ ਹੈ ਕੀ ਚੀਜ਼। ਦੂਜੇ ਨੰਬਰ ਤੇ ਆਪਾਂ ਦੇਖਾਂਗੇ ਕਿ ਜਿਹੜਾ ਇਹ ਫਲੈਸ਼ ਹੈ, ਸਰੀਰ ਆ, ਇਹ ਸਰੀਰੀ ਕਾਮਨਾਵਾਂ ਦਾ ਰੂਹ ਦੇ ਨਾਲ, ਰੂਹ ਦੇ ਫਲਾਂ ਦੇ ਨਾਲ ਕੀ ਚੱਕਰ ਆ, ਕੀ ਰਿਸ਼ਤਾ ਹੈ ਜਾਂ ਕੀ ਨੇਚਰ ਮਿਲਦੀ ਹੈ ਇਹਨਾਂ ਦੇ। ਪੜਾਂਗੇ ਬਾਈਬਲ ਵਿੱਚੋਂ ਗਲਾਤੀਆਂ ਦੇ 5ਵਾਂ ਚੈਪਟਰ ਦੇਖਾਂਗੇ, 17ਵਾਂ ਵਰਸ ਪੜਾਂਗੇ ਆਪਾਂ। ਗਲਾਤੀਆਂ ਦਾ 5ਵੇਂ ਦਾ 17ਵਾਂ ਪੰਜਾਬੀ ਦੇ ਵਿੱਚ ਜੀ। ਪਹਿਲੇ ਨੰਬਰ ਤੇ ਆਪਾਂ ਦੇਖਿਆ ਵੀ ਫਲੈਸ਼ ਕੀ ਚੀਜ਼ ਆ। ਦੂਸਰੇ ਨੰਬਰ ਤੇ ਆਪਾਂ ਦੇਖ ਰਹੇ ਹੈਗੇ ਆ ਕਿ ਫਲੈਸ਼ ਤੇ ਸਪਿਰਿਟ, ਇਹਨਾਂ ਦੋਨਾਂ ਦੇ ਵਿੱਚ ਕੀ ਤਾਲੁਕਾਤ ਨੇ। ਆਓ ਦੇਖੀਏ। ਕਿਉਂਕਿ ਸਰੀਰ ਦੀਆਂ ਵਾਸ਼ਨਾਵਾਂ ਆਤਮਾ ਦੇ ਵਿਰੁੱਧ ਹੁੰਦੀਆਂ ਹਨ ਅਤੇ ਆਤਮਾ ਦੀਆਂ ਸਰੀਰ ਦੇ, ਇਹ ਦੋਵੇਂ ਇੱਕ ਦੂਜੇ ਦੇ ਵਿਰੁੱਧ ਹਨ। ਇਸੇ ਲਈ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਨਹੀਂ ਕਰ ਸਕਦੇ। ਦੁਬਾਰਾ ਪੜਾਂਗੇ ਆਪਾਂ ਇੱਕ ਵਾਰ, ਧਿਆਨ ਨਾਲ ਸੁਣੋ, ਬਹੁਤ ਹੀ ਗਹਿਰਾ ਵਰਸ ਹੈ, ਬਹੁਤ ਹੀ ਗਹਿਰਾ। ਕਿਉਂਕਿ ਸਰੀਰ ਦੀਆਂ ਵਾਸ਼ਨਾਵਾਂ ਆਤਮਾ ਦੇ ਵਿਰੁੱਧ ਹੁੰਦੀਆਂ ਹਨ ਅਤੇ ਆਤਮਾ ਦੀਆਂ ਸਰੀਰ ਦੇ, ਇਹ ਦੋਵੇਂ ਸਰੀਰ ਦੀਆਂ ਵਾਸ਼ਨਾਵਾਂ ਆਤਮਾ ਦੇ ਵਿਰੁੱਧ ਨੇ। ਸਰੀਰ ਦੀਆਂ ਖੁਆਇਸ਼ਾਂ ਆਤਮਾ ਦੀਆਂ ਖੁਆਇਸ਼ਾਂ ਦੇ ਵਿਰੁੱਧ ਨੇ। ਆਪਣੇ ਜੀਵਨ ਦੇ ਵਿੱਚ ਆਪਣੇ ਅੰਦਰ ਜਿਸ ਜਗ੍ਹਾ ਤੇ ਸ਼ਾਂਤੀ ਦੌੜਦੀ ਆ, ਜਿਸ ਜਗ੍ਹਾ ਤੇ ਖੁਸ਼ੀ ਦੌੜਦੀ ਆ, ਉਸੇ ਜਗ੍ਹਾ ਤੇ ਖੁਆਇਸ਼ ਦੌੜਦੀ ਆ। ਹੁਣ ਜੇ ਸਰੀਰਕ ਖੁਆਇਸ਼ ਤੁਸੀਂ ਲੈ ਲਈ ਨਾ ਆਪਣੇ ਉੱਤੇ,
ਕਿਸੇ ਤਰੀਕੇ ਦੇ ਨਾਲ ਇਧਰੋਂ ਉਧਰੋਂ ਸੁਣ ਕੇ ਦੇਖ ਦੁੱਖ ਕੇ ਤੁਹਾਨੂੰ ਇੱਕ ਖੁਆਇਸ਼ ਚੜ ਗਈ ਤੁਹਾਡੇ ਮਨ ਤੇ ਵੀ ਮੇਰਾ ਤਾਂ ਦਿਲ ਕਰਦਾ ਜੀ ਅੱਜ, ਮੇਰਾ ਤਾਂ ਜੀ ਦਿਲ ਕਰਦਾ ਅੱਜ ਤਾਂ ਮੇਰਾ ਦਿਲ ਕਰਦਾ, ਕਿਸੇ ਚੀਜ਼ ਦਾ ਵੀ ਦਿਲ ਕਰ ਸਕਦਾ, ਤੁਹਾਡਾ ਦਿਲ ਕਰਦਾ ਅੱਜ ਤਾਂ ਮੈਂ ਜਾਣ ਦਿਓ, ਅੱਜ ਤਾਂ ਮੈਂ ਖੜਕਾਊਂਗਾ, ਜਾਣ ਦਿਓ ਅੱਜ ਗੁੱਸੇ ਵਿੱਚ, ਮੇਰਾ ਤਾਂ ਗੁੱਸੇ ਹੋਣ ਨੂੰ ਦਿਲ ਕਰਦਾ ਹੈ, ਮੇਰਾ ਤਾਂ ਅੱਜ ਚੁਗਲੀ ਕਰਨ ਨੂੰ ਦਿਲ ਕਰਦਾ, ਮੇਰਾ ਤਾਂ ਅੱਜ ਘੁੱਟ ਚਾਹ ਦਾ ਪੀਣ ਨੂੰ ਦਿਲ ਕਰਦਾ ਹੈ, ਮੇਰਾ ਤਾਂ ਦਿਲ ਕਰਦਾ ਕੁਛ ਗਲਤ ਕਰਨ ਦੇ ਵਾਸਤੇ ਹੈ। ਉਹ ਜਦੋਂ ਉਹ ਖੁਆਇਸ਼ ਆ ਗਈ ਨਾ ਤੁਹਾਡੇ ਵਿੱਚ, ਸਰੀਰ ਦੀਆਂ ਖੁਆਇਸ਼ਾਂ ਨੇ ਜਿਹੜੀਆਂ ਉਹ ਆਤਮਿਕ ਖੁਆਇਸ਼ਾਂ ਦੇ ਖਿਲਾਫ ਹੈ। ਜਾਣੀ ਕਿ ਜੇ ਸਰੀਰ ਦੀ ਖੁਆਇਸ਼ ਤੁਸੀਂ ਆਪਣੇ ਉੱਤੇ ਚਾੜ ਲਈ ਹੈ ਨਾ, ਸਰੀਰ ਦੀ ਖੁਆਇਸ਼ ਜਾਰੀ ਹੈ, ਜੇ ਸਰੀਰ ਦੀ ਖੁਆਇਸ਼ ਚਾੜ ਲਈ ਨਾ ਆਪਣੇ ਉੱਤੇ, ਹੁਣ ਆਤਮਿਕ ਖੁਆਇਸ਼ ਨਹੀਂ ਆਏਗੀ। ਸਵੇਰ ਤੋਂ ਲੈ ਕੇ ਦੁਪਹਿਰ ਤੱਕ ਤੁਹਾਡੀ ਖੁਆਇਸ਼ ਸੀਗੀ ਵੀ ਅੱਜ ਆਹ ਕਰਨਾ, ਸ਼ਾਮ ਨੂੰ ਤੁਸੀਂ ਘਰੇ ਆਏ ਤੇ ਘਰੇ ਆ ਕੇ ਤੁਹਾਡੇ ਬੱਚੇ ਤੁਹਾਨੂੰ ਕਹਿੰਦੇ ਨੇ ਵੀ ਆਓ ਮੰਮੀ ਚੱਲੀਏ ਚਰਚ ਨੂੰ ਚੱਲੀਏ, ਤੁਹਾਡੀ ਖੁਆਇਸ਼ ਕੁਛ ਹੋਰ ਸੀਗੀ ਅੱਜ, ਲੇਕਿਨ ਹੁਣ ਤੁਹਾਨੂੰ ਰੂਹ ਦੀ ਖੁਆਇਸ਼ ਬਾਰੇ ਕਿਹਾ ਗਿਆ ਜਾ ਰਿਹਾ ਹੈ, ਤੁਹਾਡਾ ਦਿਲ ਨਹੀਂ ਕਰੇਗਾ ਚਰਚ ਨੂੰ ਜਾਣ ਨੂੰ, ਤੁਹਾਡਾ ਦਿਲ ਨਹੀਂ ਕਰੇਗਾ ਬਚਨ ਪੜ੍ਹਨ ਨੂੰ, ਤੁਹਾਡਾ ਦਿਲ ਨਹੀਂ ਕਰੇਗਾ ਬਾਈਬਲ ਵਿੱਚ ਪ੍ਰੇਅਰ ਕਰਨ ਨੂੰ। ਕਿਉਂ? ਕਿਉਂਕਿ ਸਰੀਰ ਦੀ ਖੁਆਇਸ਼ ਜਿਹੜੀ ਆ ਉਹ ਰੂਹ ਦੀ ਖੁਆਇਸ਼ ਦੇ ਖਿਲਾਫ ਆ। ਜੇ ਤੁਸੀਂ ਆਪ ਆਪਣੇ ਉੱਤੇ ਸਰੀਰਕ ਖੁਆਇਸ਼ਾਂ ਧਾਰ ਲਓ, ਸਰੀਰ ਕਿਦਾਂ ਧਾਰੀਆਂ ਜਾਂਦੀਆਂ ਨੇ ਉਹਦੇ ਬਾਰੇ ਸੋਚ ਕੇ ਤੁਸੀਂ ਛੋਲੇ ਭਟੂਰੇ ਬਾਰੇ ਸੋਚੀ ਚਲੋ ਸ਼ਾਮ ਨੂੰ ਛੋਲੇ ਭਟੂਰੇ ਖਾਣ ਦਾ ਦਿਲ ਕਰੇਗਾ ਹੈ, ਤੁਹਾਨੂੰ ਕੋਈ ਕੁਛ ਹੋਰ ਵੀ ਖਵਾਇਆ ਨਹੀਂ ਜੀ ਮੇਰਾ ਤਾਂ ਦਿਲ ਨਹੀਂ ਕਰਦਾ ਇਹ ਖਾਣ ਨੂੰ, ਮੈਂ ਤਾਂ ਛੋਲੇ ਭਟੂਰੇ ਹੀ ਖਾਣੇ ਨੇ। ਜਿੱਦਾਂ ਇੱਕ ਮੰਗਤਾ ਸੀ, ਕਹਿੰਦਾ ਮੈਨੂੰ ਕੇਕ ਦੇ ਦਿਓ, ਕਹਿੰਦਾ ਹੈ ਤੂੰ ਮੰਗਤਾ, ਕਹਿੰਦਾ ਕੁਝ ਜਵਾਨੀ ਮੰਗ, ਠਾਣੀ ਮੰਗ, ਬ੍ਰੈਡ ਮੰਗ, ਕੇਕ ਦੇ ਦਿਓ, ਕਹਿੰਦਾ ਮੇਰਾ ਬਰਥਡੇ ਆ ਅੱਜ। ਉਸੇ ਤਰੀਕੇ ਦੇ ਨਾਲ ਜੇ ਖੁਆਇਸ਼ਾਂ ਸਰੀਰ ਦੀਆਂ ਧਾਰ ਲਾਂਗੇ, ਰੂਹ ਦੀਆਂ ਖੁਆਇਸ਼ਾਂ ਨਹੀਂ ਚੱਲਣੀਆਂ। ਲੇਕਿਨ ਜਿਹਨੇ ਰੂਹ ਦੀ ਖੁਆਇਸ਼ ਝਾੜ ਲਈ, ਸਵੇਰੇ ਉੱਠੇ ਉਹਦੇ ਸਾਰੀ ਟੈਸਟਮਨੀ ਯਾਦ ਕੀਤਾ, ਸਵੇਰੇ ਉੱਠੇ ਉਹਦੇ ਸਾਰੀ ਪ੍ਰਭੂ ਦਾ ਧੰਨਵਾਦ ਕੀਤਾ, ਸਵੇਰੇ ਉੱਠੇ ਉਹਦੇ ਸਾਰੀ ਇੱਕਦਮ ਅਨੋਇੰਟਡ ਵਰਸ਼ਿਪ ਲਾ ਲਈ, ਸੁਣਨ ਲੱਗ ਗਏ, ਸਵੇਰੇ ਉੱਠੇ ਵਚਨ ਲਾ ਲਿਆ, ਅੱਧਾ ਘੰਟਾ ਵਚਨ ਸੁਣਿਆ, 10 15 20 30 40 ਚੈਪਟਰ ਸੁਣ ਲਏ ਤੁਸੀਂ ਪੰਜਾਬੀ ਦੀ ਬਾਈਬਲ ਵਿੱਚ, ਥੋੜ੍ਹੀਆਂ ਖੁਆਇਸ਼ਾਂ ਰੂਹ ਦੀਆਂ ਖੁਆਇਸ਼ਾਂ ਚੜ ਗਈਆਂ। ਉਹ ਤੋਂ ਬਾਅਦ ਕੋਈ ਇੱਧਰੋਂ ਕੋਈ ਚੀਜ਼ ਤੁਹਾਨੂੰ ਨਜ਼ਰ ਵੀ ਆਵੇ, ਤੁਹਾਨੂੰ ਖੁਆਇਸ਼ ਨਹੀਂ ਪਏਗੀ। ਤੁਹਾਡੇ ਮੂਹਰੇ ਭਾਵੇਂ ਹੋ ਸਮੋਸੇ ਖਾਂਦੇ ਹੋਣ ਚਾਹ ਦੇ ਨਾਲ, ਤੁਹਾਡੇ ਮੂਹਰੇ ਭਾਵੇਂ ਕੋਈ ਲੜਦਾ ਹੋਵੇ, ਤੁਹਾਡੇ ਮੂਹਰੇ ਭਾਵੇਂ ਕੋਈ ਗਲਤ ਬੋਲਦਾ ਹੋਵੇ, ਤੁਹਾਨੂੰ ਕੁਛ ਨਹੀਂ ਹੋਏਗਾ। ਤੁਸੀਂ ਆਹੀ ਕਹੋਗੇ ਕੋਈ ਨਹੀਂ, ਸ਼ਾਂਤ ਹੋ ਜਾਓ, ਕੋਈ ਨਹੀਂ, ਲੜੀਦਾ ਨਹੀਂ ਹੁੰਦਾ ਪੁੱਤ, ਸੁਲਾਹ ਕਰ ਲਓ, ਲੜੀਦਾ ਨਹੀਂ ਹੁੰਦਾ। ਸਾਰੇ ਚੱਕਣਗੇ ਤੁਹਾਡੇ ਵੱਲ, ਇਹ ਨਹੀਂ ਹੋ ਗਿਆ, ਇਹਦਾ ਲੜਨ ਦੇ ਵਿੱਚ ਪਹਿਲੇ ਨੰਬਰ ਦੇ ਸੀ, ਅੱਜ ਇਹਨੂੰ ਕਿਉਂ ਗਿਆ? ਅੱਜ ਇਹਨੇ ਰੂਹ ਦੀਆਂ ਖੁਆਇਸ਼ਾਂ ਪਹਿਨੀਆਂ ਹੋਈਆਂ ਨੇ। ਰੂਹ ਦੀਆਂ ਖੁਆਇਸ਼ਾਂ ਕਿਦਾਂ ਪਹਿਨੀਆਂ ਜਾਂਦੀਆਂ ਨੇ ਆਪਣੇ ਉੱਤੇ? ਰੂਹ ਦੇ ਵਿੱਚ ਜਾ ਕੇ, ਰੂਹ ਦੇ ਵਿੱਚ ਪ੍ਰਾਰਥਨਾ ਕਰਕੇ, ਹਜ਼ੂਰੀ ਵਿੱਚ ਪ੍ਰਾਰਥਨਾ ਕਰਕੇ, ਮਸਾ ਵਿੱਚ ਪ੍ਰਾਰਥਨਾ ਕਰਕੇ, ਵਚਨ ਪੜ੍ਹ ਕੇ, ਵਚਨ ਸੁਣ ਕੇ, ਟੈਸਟਮਨੀ ਯਾਦ ਕਰਕੇ, ਪ੍ਰਭੂ ਮੈਨੇ ਦੁਆ ਕੀਤਾ ਸੀ, ਪ੍ਰਭੂ ਤੂੰ ਮੈਨੂੰ ਇੰਜ ਕੀਤਾ ਸੀ, ਪ੍ਰਭੂ ਤੂੰ ਮੈਨੂੰ ਬਰਕਤ ਦਿੱਤੀ, ਪ੍ਰਭੂ ਤੂੰ ਮੈਨੂੰ ਬਚਾ ਲਿਆ, ਪ੍ਰਭੂ ਤੂੰ ਮੈਨੂੰ ਕੰਮ ਦਿੱਤੇ, ਪ੍ਰਭੂ ਤੂੰ ਇਹਨਾਂ ਨੂੰ ਬਚਾ ਲਿਆ, ਪ੍ਰਭੂ ਤੂੰ ਸਾਨੂੰ ਸਰੀਰਕ ਤੌਰ ਤੇ ਠੀਕ ਕਰ ਦਿੱਤਾ, ਅਸੀਂ ਅੱਗੇ ਨਾਲੋਂ ਬਿਹਤਰ ਹਾਂ, ਅੱਗੇ ਨਾਲੋਂ ਚੰਗੇ ਹਾਂ। ਇਹ ਗੱਲਾਂ ਸੋਚ ਕੇ ਤੁਸੀਂ ਪਹਿਨ ਲਿਆ ਖੁਆਇਸ਼ ਨੂੰ, ਇਹ ਜ਼ਰੂਰੀ ਖੁਆਇਸ਼ ਨੂੰ ਪਹਿਨ ਲਿਆ ਸ਼ੁਰੂ ਤੋਂ ਲੈ ਕੇ ਹੁਣ ਸਰੀਰਕ ਖੁਆਇਸ਼ ਤੁਹਾਡੇ ਵਿੱਚ ਨਹੀਂ ਆਏਗੀ। ਜ਼ਬਰਦਸਤ। ਆਓ ਪੜ੍ਹੀਏ ਬਰਾਬਰ ਬਣੋ, ਪਰਮੇਸ਼ਰ ਦੇ ਬਚਨ ਵਿੱਚ ਜਾਵਾਂਗੇ। ਹਾਂਜੀ, ਦੇਖਾਂਗੇ ਆਪਾਂ ਇਹ ਇੱਕ ਵਾਰ ਫਿਰ ਵਰਸ ਪੜੋ, ਇੱਕ ਲਾਈਨ ਰਹਿ ਗਈ ਇਹਦੀ ਲਾਸਟ ਵਾਲੀ, ਗਲਾਤੀਆਂ 5:17। ਕਿਉਂਕਿ ਸਰੀਰ ਦੀਆਂ ਵਾਸ਼ਨਾਵਾਂ ਆਤਮਾ ਦੇ ਵਿਰੁੱਧ ਹੁੰਦੀਆਂ ਹਨ ਅਤੇ ਆਤਮਾ ਦੀਆਂ ਸਰੀਰ ਦੇ, ਇਹ ਦੋਵੇਂ ਇੱਕ ਦੂਜੇ ਦੇ ਵਿਰੁੱਧ ਹਨ। ਇਸੇ ਲਈ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਨਹੀਂ ਕਰ ਸਕਦੇ ਹੋ। ਤੁਸੀਂ ਪਵਿੱਤਰਤਾ ਚ ਰਹਿਣਾ ਚਾਹੁੰਦੇ ਹੋ, ਨਹੀਂ ਰਹਿ ਸਕਦੇ, ਕਿਉਂਕਿ ਸਰੀਰਕ ਕਾਮਨਾਵਾਂ ਨੂੰ ਪਾਇਆ ਆ ਉੱਤੇ ਤੁਸੀਂ, ਤੇ ਉਹ ਤੁਹਾਨੂੰ ਪਵਿੱਤਰਤਾ ਚ ਰਹਿਣ ਨਹੀਂ ਦੇਗਾ। ਤਾਂ ਹੀ ਪ੍ਰਭੂ ਦਾ ਵਚਨ ਸਾਨੂੰ ਸਿਖਾਉਂਦਾ ਆ, ਰੂਹ ਵਿੱਚ ਚੱਲਣਾ ਸਿੱਖੀਏ, ਰੂਹ ਦੀ ਖੁਆਇਸ਼ਾਂ ਨੂੰ ਪਹਿਨਣਾ ਸਿੱਖੀਏ, ਰੂਹ ਦੇ ਫਲਾਂ ਨੂੰ ਪਹਿਨਣਾ ਸਿੱਖੀਏ। ਆਮੇਨ। ਤੇ ਉਹਦੇ ਨਾਲ ਤੁਹਾਡਾ ਦਿਲ ਕਰੇਗਾ ਪਵਿੱਤਰਤਾ ਵਿੱਚ ਬਦਲਣ ਦਾ। ਆਮੇਨ। ਸੋ ਰੋਮਨਸ ਚੈਪਟਰ 7 ਦੇਖਾਂਗੇ ਹੁਣ ਆਪਾਂ, ਰੋਮਨਸ ਚੈਪਟਰ 7 ਵਰਸ 23 ਦੇਖਾਂਗੇ ਆਪਾਂ, 7:23 ਪੰਜਾਬੀ ਚ। ਹਾਂਜੀ, ਰੋਮਨਸ 7:23। ਪਰ ਮੈਂ ਆਪਣੇ ਸਰੀਰ ਦੇ ਅੰਦਰ ਇੱਕ ਹੋਰ ਹੀ ਨੇਮ ਨੂੰ ਕੰਮ ਕਰਦਿਆਂ ਦੇਖਦਾ ਹਾਂ। ਇਹ ਨੇਮ ਉਹ ਹੈ ਜੋ ਮੇਰੇ ਮਨ ਦੇ ਠੀਕ ਨੇਮ ਦੇ ਵਿਰੁੱਧ ਸੰਘਰਸ਼ ਕਰਦਾ ਹੈ। ਇਹੀ ਮੈਨੂੰ ਪਾਪ ਦੇ ਨੇਮ ਦਾ ਬੰਦੀ ਬਣਾ ਦਿੰਦਾ ਹੈ ਜੋ ਮੇਰੇ ਸਰੀਰ ਕੰਗਾਂ ਵਿੱਚ ਕੰਮ ਕਰ ਰਿਹਾ ਹੈ।
ਦੇਖੋ ਤੁਸੀਂ, ਪੌਲੁਸ ਕਹਿੰਦਾ ਆ ਮੈਂ ਇੱਕ ਨੇਮ ਨੂੰ ਦੇਖਦਾ ਆ ਜਿਹੜਾ ਮੇਰੇ ਅੰਦਰ ਕੰਮ ਕਰ ਰਿਹਾ। ਇਹ ਨੇਮ ਜਿਹੜਾ ਆ ਇਹ ਮੈਨੂੰ ਰੱਬ ਦੇ ਨੇੜੇ ਨਹੀਂ ਜਾਣ ਦੇ ਰਿਹਾ, ਇਹ ਮੇਰੇ ਖਿਲਾਫ ਕੰਮ ਕਰ ਰਿਹਾ ਆ। ਮੈਂ ਇਹਨੂੰ ਕੁਝ ਨਹੀਂ ਕਰ ਸਕਦਾ, ਮੇਰੇ ਹੱਥ 'ਚ ਕੰਟਰੋਲ ਨਹੀਂ ਗਾ ਇਹਦੇ ਖਿਲਾਫ। ਇੱਕ ਵਾਰ ਫਿਰ ਪੜੋ, ਬੜਾ ਜ਼ਬਰਦਸਤ ਬਚਨ ਆ, ਬੜਾ ਗਹਿਰਾ ਬਚਨ ਆ ਪ੍ਰਾਪਤ ਪੈਣਾ। ਇਹ ਤੋਂ ਬਾਅਦ ਮੈਂ ਤੁਹਾਨੂੰ ਇੱਕ ਹੋਰ ਬਚਨ ਪੜਾਵਾਂਗਾ ਰੋਮਨਸ 8 ਦੇ ਵਿੱਚ, ਜਿਹਦੇ ਨਾਲ ਸੋਲੂਸ਼ਨ ਪਤਾ ਚੱਲੇਗਾ। ਆਓ ਦੇਖੀਏ 7:23। ਪਰ ਮੈਂ ਆਪਣੇ ਸਰੀਰ ਦੇ ਅੰਦਰ ਇੱਕ ਹੋਰ ਹੀ ਨੇਮ ਨੂੰ ਕੰਮ ਕਰਦਿਆਂ ਦੇਖਦਾ ਹਾਂ। ਇਹ ਨੇਮ ਉਹ ਹੈ ਜੋ ਮੇਰੇ ਮਨ ਦੇ ਠੀਕ ਨੇਮ ਦੇ ਵਿਰੁੱਧ ਸੰਘਰਸ਼ ਕਰਦਾ ਹੈ। ਇਹੀ ਮੈਨੂੰ ਪਾਪ ਦੇ ਨੇਮ ਦਾ ਬੰਦੀ ਬਣਾ ਦਿੰਦਾ ਹੈ ਜੋ ਮੇਰੇ ਸਰੀਰਕ ਅੰਗਾਂ ਵਿੱਚ ਕੰਮ ਕਰ ਰਿਹਾ ਹੈ। ਇਹ ਨੇਮ ਤੁਹਾਡੀਆਂ ਸੋਚਾਂ 'ਚ ਚੜ ਜਾਂਦਾ ਆ, ਚੜ ਕੇ ਤੁਹਾਡੀਆਂ ਚੰਗੀਆਂ ਸੋਚਾਂ ਦੇ ਖਿਲਾਫ ਖੜਦਾ ਹੈ ਤੇ ਲੜ ਰਿਹਾ ਹੈ ਉਹਦੇ ਖਿਲਾਫ। ਤੇ ਇਹੀ ਨੇਮ ਆ ਜਿਹੜਾ ਤੁਹਾਨੂੰ ਸਿੱਟ ਦਿੰਦਾ ਆ ਪਾਪ ਦੇ ਵਿੱਚ, ਪਾਪ ਦਾ ਬੰਦੀ ਬਣਾ ਦਿੰਦਾ ਆ। ਇਹੀ ਨੇਮ ਆ ਜਿਹੜਾ ਤੁਹਾਨੂੰ ਸਰੀਰਕ ਕਾਮਨਾਵਾਂ ਦੇ ਵਿੱਚ ਲੈ ਜਾਂਦਾ ਆ ਤੇ ਪਾਪ ਦੇ ਵਿੱਚ ਤੁਹਾਨੂੰ ਦਬ ਦਿੰਦਾ ਆ। ਇਹੀ ਨੇਮ ਆ। ਲੇਕਿਨ ਹੁਣ ਦੇਖੋ ਰੋਮਨ ਚੈਪਟਰ 8 ਵਰਸ 7 ਦੇਖੋ, ਕਿਉਂਕਿ ਸਰੀਰਕ ਸੁਭਾਅ ਰੱਖਣ ਵਾਲਾ ਪਰਮੇਸ਼ਰ ਦਾ ਵੈਰੀ ਹੈ, ਉਹ ਉਸ ਦੇ ਨੇਮ ਨੂੰ ਨਹੀਂ ਮੰਨਦਾ ਅਤੇ ਨਾ ਹੀ ਮੰਨ ਸਕਦਾ ਹੈ। ਸਰੀਰਕ ਸੁਭਾਅ ਰੱਖਣ ਵਾਲਾ ਯਾਨੀ ਕਿ ਜਿਹੜਾ ਸਰੀਰਕ ਚੀਜ਼ਾਂ ਵਿੱਚ ਚੱਲਦਾ ਆ, ਉਹ ਕਿਸੇ ਵੀ ਹਾਲਤ ਵਿੱਚ ਉਹ ਪਰਮੇਸ਼ਰ ਦਾ ਵੈਰੀ ਆ। ਯਾਨੀ ਕਿ ਸੋਚਾਂ ਤੋਂ ਜੀ ਕੀ ਸੋਚ ਰਹੇ ਹੋ ਤੁਹਾਡੇ ਮਨ ਦੇ ਵਿੱਚ, ਜਦੋਂ ਤੁਹਾਡੇ ਮਨ 'ਚ ਸੋਚਾਂ ਦੇ ਵਿੱਚ ਗੁੱਸਾ ਚੱਲ ਰਿਹਾ, ਗਿਲਾ ਚੱਲ ਰਿਹਾ, ਤੁਹਾਡੇ ਮਨ ਦੇ ਵਿੱਚ ਸ਼ਰਾਬ ਚੱਲ ਰਹੀ ਹੈ, ਤੁਹਾਡੇ ਮਨ 'ਚ ਕੋਈ ਐਡਿਕਸ਼ਨ ਚੱਲ ਰਹੀ ਆ, ਤੁਸੀਂ ਤੁਹਾਡਾ ਸੁਭਾਅ ਜਿਹੜਾ ਆ ਉਹ ਤੁਸੀਂ ਵੈਰੀ ਹੋ ਰੱਬ ਦੇ ਵੈਰੀ ਹੋ। ਸੋਚਾਂ 'ਚ ਹੀ ਰੱਬ ਦੇ ਵੈਰੀ ਹੋ ਗਏ। ਕੀ ਤੁਸੀਂ ਸੋਚਾਂ 'ਚ ਰੱਬ ਦੇ ਵੈਰੀ ਹੋ? ਕੀ ਬੈਰ ਕਰ ਲਿਆ ਤੁਸੀਂ ਰੱਬ ਦੇ ਨਾਲ ਸੋਚਾਂ ਥਾਈ? ਤੁਹਾਨੂੰ ਪਤਾ ਹੈ ਤੁਹਾਡੀਆਂ ਸੋਚਾਂ ਰੱਬ ਦੇ ਨਾਲ ਬੈਰ ਬਣਾ ਸਕਦੀਆਂ ਨੇ। ਬੈਰ ਨਾ ਬਣਾਈਏ ਰੱਬ ਦੇ ਨਾਲ, ਦੋਸਤੀ ਬਣਾ ਕੇ ਰੱਖੀਏ। ਏਦਾਂ ਦੀਆਂ ਸੋਚਾਂ ਸੋਚੀਏ ਆਪਣੇ ਮਨ ਵਿੱਚ ਜਿਹਦੇ ਨਾਲ ਰੱਬ ਪ੍ਰਸੰਨ ਹੋਵੇ ਤੇ ਆਪਣਾ ਦੋਸਤ ਬਣੇ। ਆਮੀਨ। ਕਿਹੜੀਆਂ ਸੋਚਾਂ? ਰੂਹ ਦੀਆਂ ਸੋਚਾਂ। ਰੂਹ 'ਚ ਚੱਲਣਾ ਸਿੱਖੀਏ। ਆਮੀਨ। ਤੀਸਰੇ ਨੰਬਰ ਤੇ ਆਪਾਂ ਦੇਖਾਂਗੇ ਕਿ ਇਹ ਸਰੀਰ ਦੀਆਂ ਕਾਮਨਾਵਾਂ ਕਿਹੜੀਆਂ ਨੇ। ਪੜਿਆ ਸੀਗਾ ਆਪਾਂ ਪਹਿਲਾਂ ਕੁਛ, ਲੇਕਿਨ ਦੁਬਾਰਾ ਦੇਖਾਂਗੇ। ਗਲਾਤੀਆਂ 5ਵਾਂ ਚੈਪਟਰ ਦੇਖਾਂਗੇ, ਉਹਦਾ 19ਵੇਂ ਤੋਂ ਲੈ ਕੇ 21ਵੇਂ ਵਰਸ ਤੱਕ ਜਾਵਾਂਗੇ। ਬੜੀ ਵੱਡੀ ਲਿਸਟ ਲਿਖੀ ਹੋਈ ਹੈ ਇੱਥੇ ਸਰੀਰਕ ਕਾਮਨਾਵਾਂ ਦੀ, ਤੇ ਗਲਾਤੀਆਂ 5ਵੇਂ ਦਾ 19ਵੇਂ ਤੋਂ ਲੈ ਕੇ 21ਵੇਂ ਤੱਕ। ਜੀ ਹਾਂ, ਸਰੀਰ ਦੇ ਕੰਮ ਤਾਂ ਸਾਫ਼ ਪ੍ਰਗਟ ਹਨ, ਵਿਵਚਾਰ, ਅਸ਼ੁੱਧਤਾ, ਗੰਵਾਰੂਪਣ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਈਰਖਾ, ਗੁੱਸਾ, ਸਵਾਰਥ, ਮਤਭੇਦ, ਪਾਰਟੀਬਾਜ਼ੀ, ਸਾੜਾ, ਨਸ਼ੇਬਾਜ਼ੀ, ਰੰਗ ਰਲੀਆਂ ਅਤੇ ਇਸ ਤਰ੍ਹਾਂ ਦੇ ਹੋਰ ਬੁਰੇ ਕੰਮ। ਪਰ ਤੁਹਾਨੂੰ ਇੱਕ ਵਾਰੀ ਫਿਰ ਚੇਤਾਵਨੀ ਦਿੰਦਾ ਹਾਂ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੇ ਚੁੱਕਾ ਹਾਂ, ਕਿ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਦਾ ਪਰਮੇਸ਼ਰ ਦੇ ਰਾਜ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ। ਪਰਮੇਸ਼ਰ ਦੇ ਰਾਜ ਇੱਥੇ ਆ ਨਹੀਂ ਲਿਖਿਆ ਕਿ ਸਵਰਗ ਦੇ ਵਿੱਚ ਕੋਈ ਹਿੱਸਾ ਨਹੀਂ ਹੋਏਗਾ, ਤੇ ਸਵਰਗ ਦੀ ਗੱਲ ਨਹੀਂ ਹੋ ਰਹੀ, ਇਹ ਤੇ ਪਰਮੇਸ਼ਰ ਦੇ ਰਾਜ ਦੀ ਗੱਲ ਹੋ ਰਹੀ ਹੈ। ਪਰਮੇਸ਼ਰ ਦਾ ਰਾਜ ਜਦੋਂ ਆਇਆ ਸੀ, ਕੌਣ ਆਇਆ ਸੀ? ਪਾਕਰੂ ਆਇਆ ਸੀ। ਤੇ ਪਾਕਰੂ ਦਾ ਰਾਜ ਕੀ ਆ? ਪਰਮੇਸ਼ਰ ਦਾ ਰਾਜ ਕੀ ਆ? ਪਰ ਪਾਕਰੂ ਦੇ ਵਿੱਚ ਸ਼ਾਂਤੀ ਤੇ ਖੁਸ਼ੀ ਤੇ ਰਾਸਤਬਾਜ਼ੀ। ਆਮੀਨ। ਯਾਨੀ ਕਿ ਜਿਹੜਾ ਬੰਦਾ ਇਹਨਾਂ ਚੀਜ਼ਾਂ ਨਾਲ ਚੱਲਦਾ ਆ, ਉਹਦੀ ਜ਼ਿੰਦਗੀ 'ਚ ਪਾਕਰੂ ਰਾਜ ਨਹੀਂ ਕਰ ਪਾਏਗਾ। ਯਾਨੀ ਕਿ ਜਿਹੜਾ ਇਹਨਾਂ ਚੀਜ਼ਾਂ ਨਾਲ ਚੱਲਦਾ ਆ, ਉਹਨਾਂ ਦੀ ਜ਼ਿੰਦਗੀ 'ਚ ਪਾਕਰੂ ਦੀ ਹਜ਼ੂਰੀ ਨਹੀਂ ਉਤਰੇਗੀ। ਪਾਕਰੂ ਦੀ ਹਜ਼ੂਰੀ ਮਹਿਸੂਸ ਨਹੀਂ ਕਰੇਗਾ, ਉਹ ਪਾਕਰੂ ਦਾ ਮਸਾ ਵੀ ਮਹਿਸੂਸ ਨਹੀਂ ਕਰੇਗਾ, ਪਾਕਰੂ ਦੀ ਅਥਾਰਟੀ ਮਹਿਸੂਸ ਨਹੀਂ ਕਰੇਗੀ। ਇਹ ਚਿੰਨ੍ਹ ਉਹਦੇ ਨਾਲ ਨਹੀਂ ਜਾਣਗੇ, ਇਹ ਮਿਰਕਲਸ ਉਹਦੇ ਨਾਲ ਨਹੀਂ ਜਾਣਗੇ। ਪਰਮੇਸ਼ਰ ਉਹਨੂੰ ਯੂਜ਼ ਨਹੀਂ ਕਰ ਸਕੇਗਾ, ਪਰਮੇਸ਼ਰ ਉਹਨੂੰ ਇਸਤੇਮਾਲ ਨਹੀਂ ਕਰ ਸਕੇਗਾ। ਉਹਦੇ ਥਾਂ ਸ਼ੈਤਾਨ ਕੱਢਿਆ ਨਹੀਂ ਜਾਵੇਗਾ, ਬਦਰੂਆਂ ਕੱਢੀਆਂ ਨਹੀਂ ਜਾਣਗੀਆਂ, ਉਹ ਬਿਮਾਰਾਂ ਤੇ ਹੱਥ ਰੱਖੇਗਾ, ਕੁਝ ਨਹੀਂ ਹੋਵੇਗਾ। ਕਿਉਂਕਿ ਉਹਦੇ ਵਿੱਚ ਪਾਕਰੂ ਦਾ ਰਾਜ ਹੀ ਨਹੀਂ ਗਾ, ਰੱਬ ਦਾ ਰਾਜ ਹੀ ਨਹੀਂ ਗਾ। ਜਿਹੜੇ ਲੋਕ ਇਹ ਸਾਰੀਆਂ ਚੀਜ਼ਾਂ ਕਰਦੇ ਨੇ, ਉਹ ਪਰਮੇਸ਼ਰ ਦੇ ਰਾਜ ਦੇ ਭਾਗੀ ਨਹੀਂ ਹੋਣਗੇ। ਆਪਾਂ ਚਾਹੁੰਦੇ ਹਾਂ ਕਿ ਆਪਾਂ ਰੂਹ ਦੇ ਵਿੱਚ ਅੱਗੇ ਵੱਧ ਸਕੇ, ਆਪਾਂ ਰੂਹ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ ਤਾਂ ਕਿ ਸਾਡੇ ਬੱਚੇ ਬਚਾਏ ਜਾਣ, ਤਾਂ ਕਿ ਸਾਡੀਆਂ ਪ੍ਰੇਰਨਾ ਸੁਣੀਆਂ ਜਾਣ, ਤਾਂ ਕਿ ਸਾਡੀਆਂ ਡਿਜ਼ਾਇਰ, ਸਾਡੀ ਖੁਆਇਸ਼ਾਂ ਸਾਡੀਆਂ ਰੂਹ ਦੀਆਂ ਪੂਰੀਆਂ ਹੋ ਸਕਣ, ਸਾਡੇ ਦਿਲ ਦੀਆਂ ਖੁਆਇਸ਼ਾਂ ਪੂਰੀਆਂ ਹੋ ਸਕਣ ਜੋ ਅਸੀਂ ਚਾਹੁੰਦੇ ਹਾਂ। ਪ੍ਰਭੂ ਵਚਨ ਕਹਿੰਦਾ ਆ, ਸਭ ਤੋਂ ਪਹਿਲਾਂ ਤੂੰ ਪਰਮੇਸ਼ਰ ਦੇ ਰਾਜ ਦੀ ਖੋਜ ਕਰ। ਇਹ ਸਾਰੀਆਂ ਚੀਜ਼ਾਂ ਤੈਨੂੰ ਦਾਨ ਦੇ ਵਿੱਚ ਦਿੱਤੀਆਂ ਜਾਣਗੀਆਂ। ਲੇਕਿਨ ਆਪਾਂ ਪਰਮੇਸ਼ਰ ਦੇ ਰਾਜ ਨੂੰ ਪਾਸੇ ਰੱਖ ਦਿੰਦੇ ਹਾਂ, ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਪਾਲਣਾ ਪਹਿਲਾਂ ਪਹਿਲ ਦੇ ਦਿੰਦੇ ਹਾਂ, ਇਹਨਾਂ ਨੂੰ ਪਹਿਲ ਕਰ ਦਿੰਦੇ ਹਾਂ। ਪਰਮੇਸ਼ਰ ਇਹਨਾਂ ਜੈਲਸ ਪਰਮੇਸ਼ਰ ਆ, ਉਹ ਕਹਿੰਦਾ ਜੇ ਤੂੰ ਆਪਣੇ ਮਾਂ ਨੂੰ, ਆਪਣੇ ਪਿਓ ਨੂੰ, ਆਪਣੇ ਬੇਟੇ ਨੂੰ, ਬੇਟੀ ਨੂੰ, ਆਪਣੇ ਦੋਸਤਾਂ ਮਿੱਤਰਾਂ ਨੂੰ ਤੂੰ ਮੇਥੋਂ ਜ਼ਿਆਦਾ ਪਿਆਰ ਕਰਦਾ ਨਾ, ਤੂੰ ਮੇਰੇ ਲਾਇਕ ਨਹੀਂ। ਕਿਤੋਂ ਪਤਾ ਲੱਗਦਾ ਵੀ ਆਪਾਂ ਜ਼ਿਆਦਾ ਪਿਆਰ ਕਰਦੇ ਹਾਂ?
ਜਿਹਨੂੰ ਜ਼ਿਆਦਾ ਟਾਈਮ ਦਿੰਦੇ ਆ, ਜਿਹਦੇ ਤੇ ਜ਼ਿਆਦਾ ਪੈਸਾ ਲਾਉਂਦੇ ਆ, ਜਿਹੜਾ ਆਪਣੇ ਸੋਚਾਂ 'ਚ ਜ਼ਿਆਦਾ ਚੱਲ ਰਿਹਾ ਹੋਵੇ, ਉਹਨੂੰ ਜ਼ਿਆਦਾ ਪਿਆਰ ਕਰਦੇ ਆ। ਰੱਬ ਨੂੰ ਜ਼ਿਆਦਾ ਸਮਾਂ ਦੇਣਾ ਚਾਹੀਦਾ ਹੈ ਆਪਣੀਆਂ ਸੋਚਾਂ 'ਚ। ਰੱਬ ਨੂੰ ਜ਼ਿਆਦਾ ਪੈਸਾ ਲਾਉਣਾ ਚਾਹੀਦਾ ਹੈ ਸੇਵਾ ਦੇ ਵਿੱਚ, ਆਫਿਸ 'ਚ ਫੇਥਫੁਲ, ਗਰੀਬਾਂ ਦੀ ਮਦਦ ਕੀਤੀ, ਮਿਸ਼ਨਰੀਜ਼ ਦੀ ਮਦਦ ਕੀਤੀ, ਬਾਈਬਲਾਂ ਦੀ ਡਿਸਟ੍ਰੀਬਿਊਸ਼ਨ ਦੀ ਮਦਦ ਕੀਤੀ, ਇਕਲੀਸੀਆ ਦੀ ਮਦਦ ਕੀਤੀ ਹੈ। ਜਿੰਨਾ ਜ਼ਿਆਦਾ ਆਪਾਂ ਪਰਮੇਸ਼ਰ ਦੇ ਵਿੱਚ ਵਧਾਂਗੇ, ਸਮਾਂ ਲਾਵਾਂਗੇ, ਉਨਾ ਜ਼ਿਆਦਾ ਆਪਾਂ ਪਰਮੇਸ਼ਰ ਨਾਲ ਪਿਆਰ ਕਰਦੇ ਹਾਂ। ਪਰਮੇਸ਼ਰ ਪਹਿਲੇ ਨੰਬਰ ਤੇ ਹੈ। ਆਮੀਨ। ਫਿਰ ਕੀ ਹੋਏਗਾ? ਪ੍ਰਭੂ ਦਾ ਵਚਨ ਕਹਿੰਦਾ ਹੈ, ਜੇ ਪਹਿਲੇ ਨੰਬਰ ਤੇ ਤੂੰ ਪਰਮੇਸ਼ਰ ਦੀ ਖੋਜ ਕਰੇ, ਉਹਦੇ ਰਾਜ ਦੀ ਖੋਜ ਕਰੇ, ਸਾਰਾ ਕੁਝ, ਸਾਰੀਆਂ ਚੀਜ਼ਾਂ ਜੋ ਤੂੰ ਡਿਜ਼ਾਇਰ ਕਰਦਾ ਤੈਨੂੰ ਦਾਨ 'ਚ ਦਿੱਤੀਆਂ ਜਾਣਗੀਆਂ। ਲਾਸਟ ਪੁਆਇੰਟ ਹੈਗਾ ਆਪਣਾ ਚੌਥੇ ਨੰਬਰ ਤੇ, ਜਿੱਤਣਾ ਕਿੱਦਾਂ ਨੂੰ, ਕਿੱਦਾਂ ਜਿੱਤਣਾ ਫਲੈਸ਼ ਨੂੰ। ਪਹਿਲੇ ਨੰਬਰ ਤੇ ਆਪਾਂ ਦੇਖਿਆ ਸਰੀਰ ਹੈ ਕੀ ਚੀਜ਼। ਦੂਜੇ ਨੰਬਰ ਆਪਾਂ ਦੇਖਿਆ ਕਿ ਰੂਹ ਦੇ ਸਰੀਰ ਦੇ ਵਿੱਚ ਲੜਾਈ ਚੱਲ ਰਹੀ ਹੈ। ਤੀਸਰੇ ਨੰਬਰ ਤੇ ਆਪਾਂ ਦੇਖਿਆ ਵੀ ਸਰੀਰ ਦੇ ਕੰਮ ਕਿਹੜੇ ਨੇ। ਚੌਥੇ ਨੰਬਰ ਤੇ ਆਪਾਂ ਦੇਖਾਂਗੇ ਕਿ ਸਰੀਰ ਦੀ ਖੁਆਇਸ਼ਾਂ ਨੂੰ ਜਿੱਤਣਾ ਕਿੱਦਾਂ, ਸਰੀਰ ਦੀ ਕਾਮਨਾਵਾਂ ਨੂੰ ਜਿੱਤਣਾ ਕਿੱਦਾਂ। ਆਓ ਬਚਨ ਪੜਾਂਗੇ। ਰੋਮਨਸ ਚੈਪਟਰ 8 ਪੜਾਂਗੇ। ਰੋਮਨ ਚੈਪਟਰ 8 ਉਹਦੇ ਪਹਿਲੇ 6 ਵਰਸ ਪੜਾਂਗੇ। ਜੀ ਹਾਂ, ਰੋਮਨਸ 8 ਵਰਸ 1 to 6। ਸੋ ਜਿਹੜੇ ਲੋਕੀ ਯਿਸੂ ਮਸੀਹ ਦੀ ਸੰਗਤ ਵਿੱਚ ਰੰਗੇ ਜਾ ਚੁੱਕੇ ਹਨ, ਉਹਨਾਂ ਦੇ ਲਈ ਹੁਣ ਕੋਈ ਦੰਡ ਦੀ ਆਗਿਆ ਨਹੀਂ ਹੈ, ਕਿਉਂਕਿ ਆਤਮਾ ਦੇ ਨੇਮ ਨੇ ਜੋ ਯਿਸੂ ਮਸੀਹ ਦੀ ਸੰਗਤ ਵਿੱਚ ਸਾਨੂੰ ਜੀਵਨ ਦਿੰਦਾ ਹੈ, ਮੈਨੂੰ ਪਾਪ ਅਤੇ ਮੌਤ ਦੇ ਨੇਮ ਤੋਂ ਸੁਤੰਤਰ ਕਰ ਦਿੱਤਾ ਹੈ। ਜੋ ਸੁਤੰਤਰ ਕਰ ਦਿੱਤਾ ਹੈਗਾ ਆ, ਮੌਤ ਤੇ ਪਾਪ ਦੇ ਨੇਮ ਤੋਂ ਸੁਤੰਤਰ ਕਰ ਦਿੱਤਾ ਆ। ਲੇਕਿਨ ਮਿਲਿਆ ਕਿੱਥੇ ਰੂਹ ਦਾ ਨੇਮ ਉਹਨੂੰ? ਇਹ ਪਰਮੇਸ਼ਵਰ ਦੀ ਸੇਵਾ 'ਚ ਮਿਲਿਆ, ਪਰਮੇਸ਼ਵਰ ਦੇ ਸਰੀਰ 'ਚ ਮਿਲਿਆ, ਜਾਨੀ ਕਿ ਕਲੀਸਿਆ ਦੇ ਨਾਲ ਸੰਗਤੀ ਕਰਕੇ ਮਿਲਿਆ। ਇੱਕ ਵਾਰ ਫਿਰ ਪੜ੍ਹੋ ਵਰਸ ਪਲੀਜ਼। ਕਿਉਂਕਿ ਆਤਮਾ ਦੇ ਨੇਮ ਨੇ ਜੋ ਯਿਸੂ ਮਸੀਹ ਦੀ ਸੰਗਤ ਵਿੱਚ ਸਾਨੂੰ ਜੀਵਨ ਦਿੰਦਾ ਹੈ, ਮੈਨੂੰ ਪਾਪ ਅਤੇ ਮੌਤ ਦੇ ਨੇਮ ਤੋਂ ਸੁਤੰਤਰ ਕਰ ਦਿੱਤਾ ਹੈ। ਜੋ ਸਾਡੇ ਮਨੁੱਖੀ ਸੁਭਾਅ ਦੀ ਕਮਜ਼ੋਰੀ ਕਾਰਨ ਨੇਮ ਸ਼ਾਸਤਰ ਦੇ ਲਈ ਕਰਨਾ ਅਸੰਭਵ ਸੀ, ਉਹ ਪਰਮੇਸ਼ਰ ਨੇ ਆਪ ਕੀਤਾ। ਅਸੰਭਵ ਸੀ। ਨੇਮ ਸ਼ਾਸਤਰ ਜਾਨੀ ਕਿ ਪੁਰਾਣਾ ਨੇਮ ਸਾਨੂੰ ਪਾਪ ਤੋਂ ਤੇ ਇਹਨਾਂ ਖੁਆਇਸ਼ਾਂ ਤੋਂ ਆਜ਼ਾਦ ਕਰ ਹੀ ਨਹੀਂ ਸਕਦਾ ਸੀ। ਜੇ ਪ੍ਰਭੂ ਸਲੀਬ ਤੇ ਨਾ ਮਰਦੇ, ਜੇ ਪ੍ਰਭੂ ਪਵਿੱਤਰ ਆਤਮਾ ਨਾ ਘੱਲਦੇ, ਜੇ ਪਾਖਰੂ ਨਾ ਆਂਦਾ, ਪ੍ਰਭੂ ਦਾ ਰਾਜ ਸਾਡੇ ਵਿੱਚ ਨਾ ਆਂਦਾ, ਕਿਸੇ ਵੀ ਹਾਲਤ ਵਿੱਚ ਸਰੀਰਕ ਕਾਮਨਾਵਾਂ ਤੋਂ ਛੁਟਕਾਰਾ ਨਹੀਂ ਮਿਲਣਾ ਸੀ ਆਪਾਂ ਨੂੰ। ਅੱਗੇ ਦੇਖੋ। ਸੋ ਸਾਡੇ ਮਨੁੱਖੀ ਸੁਭਾਅ ਦੀ ਕਮਜ਼ੋਰੀ ਕਾਰਨ ਨੇਮ ਸ਼ਾਸਤਰ ਦੇ ਲਈ ਕਰਨਾ ਅਸੰਭਵ ਸੀ, ਉਹ ਪਰਮੇਸ਼ਰ ਨੇ ਆਪ ਕੀਤਾ। ਉਸ ਨੇ ਆਪਣੇ ਪੁੱਤਰ ਨੂੰ ਸਾਡੇ ਵਰਗੇ ਪਾਪੀ ਸਰੀਰ ਵਿੱਚ ਪਾਪ ਦਾ ਮੁਕਾਬਲਾ ਕਰਨ ਦੇ ਲਈ ਘੱਲਿਆ ਅਤੇ ਉਸ ਨੇ ਮਨੁੱਖੀ ਸਰੀਰ ਰਾਹੀਂ ਹੀ ਪਾਪ ਨੂੰ ਦੰਡ ਦਿੱਤਾ। ਦੇਖ ਲਓ, ਕਹਾਂ ਦੇਖੋ 6ਵੇਂ ਵਰਸ ਤੇ ਜਾ। ਪਰਮੇਸ਼ਰ ਨੇ ਇਹ ਇਸ ਲਈ ਕੀਤਾ ਕਿ ਸਾਡੇ ਵਿੱਚ ਜਿਹੜੇ ਅਸੀਂ ਮਨੁੱਖੀ ਸੁਭਾਅ ਦੇ ਅਨੁਸਾਰ ਨਹੀਂ ਸਗੋਂ ਆਤਮਾ ਦੇ ਅਨੁਸਾਰ ਜੀਵਨ ਗੁਜ਼ਾਰ ਰਹੇ ਹਾਂ, ਨੇਮ ਸ਼ਾਸਤਰ ਦੀ ਉਚਿਤ ਮੰਗ ਪੂਰੀ ਹੋ ਜਾਵੇ। ਉਹ ਜਿਹੜੇ ਆਪਣੇ ਸੰਸਾਰਕ ਸੁਭਾਅ ਦੇ ਅਨੁਸਾਰ ਜੀਵਨ ਗੁਜ਼ਾਰਦੇ ਹਨ ਸੰਸਾਰਕ ਹੁੰਦੇ ਨੇ, ਅਤੇ ਉਹ ਜਿਹੜੇ ਆਤਮਾ ਦੇ ਅਨੁਸਾਰ ਜੀਵਨ ਗੁਜ਼ਾਰਦੇ ਹਨ ਆਤਮਿਕ ਹੁੰਦੇ ਹਨ। ਸਰੀਰਕ ਸੁਭਾਅ ਦਾ ਅਰਥ ਹੈ ਮੌਤ, ਆਤਮਿਕ ਹੋਣ ਦਾ ਅਰਥ ਹੈ ਜੀਵਨ ਅਤੇ ਸ਼ਾਂਤੀ। ਵਾਹ। ਸੋ ਪ੍ਰਭੂ ਬਣੋ, ਪੁਰਾਣਾ ਨੇਮ ਕਿਸੇ ਵੀ ਹਾਲਤ ਵਿੱਚ ਜਿੱਤ ਨਹੀਂ ਦੇ ਸਕਦਾ ਸੀਗਾ ਇਨਸਾਨ ਨੂੰ ਸਰੀਰਕ ਖੁਆਇਸ਼ਾਂ ਤੋਂ ਤੇ ਸਰੀਰਕ ਕਾਮਨਾਵਾਂ ਤੋਂ। ਤਾਂ ਹੀ ਨਵਾਂ ਨੇਮ ਕਹਿੰਦਾ ਹੁਣ ਪਾਪ ਤੁਹਾਡੇ ਉੱਤੇ ਹਕੂਮਤ ਨਹੀਂ ਕਰੇਗਾ। ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਦੀ ਕੁਰਬਾਨੀ ਨੇ ਪਾਕ ਰੂਹ ਦੇ ਆਉਣ ਤੇ ਉਹਨੂੰ ਤੋੜ ਦਿੱਤਾ ਹੈ। ਆਪਾਂ ਨੂੰ ਪਾਪ ਤੋਂ ਆਜ਼ਾਦ ਕਰ ਦਿੱਤਾ ਹੈ। ਥੋੜੀ ਜਿਹੀ ਆਪਾਂ ਮਿਹਨਤ ਕਰੀਏ, ਪਰਮੇਸ਼ਰ ਦੀ ਹਜ਼ੂਰੀ ਨੂੰ ਪਾਲੀਏ, ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਪ ਦਾ ਨਾਮੋ ਨਿਸ਼ਾਨ ਤੱਕ ਆਪਣੀ ਜ਼ਿੰਦਗੀ 'ਚ ਨਹੀਂ ਰਹੇਗਾ। ਪ੍ਰਭੂ ਦੇ ਬੈਨੋ, ਆਪਾਂ ਪੜਾਂਗੇ 13ਵਾਂ ਵਰਸ ਪੜਾਂਗੇ, ਰੋਮਨ ਚੈਪਟਰ 8 ਵਰਸ 13। ਇੱਕ ਵਾਰ ਫਿਰ ਸ਼ੁਰੂ ਕੀਤਾ ਸੀਗਾ ਆਪਾਂ ਇਹਦੇ ਨਾਲ। ਜੇਕਰ ਤੁਸੀਂ ਆਪਣੇ ਸਰੀਰਕ ਸੁਭਾਅ ਦੇ ਅਨੁਸਾਰ ਜੀਵਨ ਗੁਜ਼ਾਰਦੇ ਹੋ ਤਾਂ ਤੁਸੀਂ ਜ਼ਰੂਰ ਮਰੋਗੇ, ਪਰ ਜੇਕਰ ਤੁਸੀਂ ਆਤਮਾ ਦੁਆਰਾ ਸਰੀਰਕ ਵਾਸ਼ਨਾਵਾਂ ਨੂੰ ਮਾਰਦੇ ਹੋ ਤਾਂ ਤੁਸੀਂ ਜ਼ਰੂਰ ਜੀਓਗੇ। ਆਤਮਾ ਦੁਆਰਾ ਸਰੀਰਕ ਵਾਸ਼ਨਾਵਾਂ ਨੂੰ ਮਾਰਨਾ ਸ਼ੁਰੂ ਕਰਨਾ। ਕੋਈ ਕਮਜ਼ੋਰੀ ਆ ਭਾਈ, ਆਤਮਾ ਦੁਆਰਾ ਮਾਰ ਲਾ। ਕੋਈ ਕਮਜ਼ੋਰੀ ਆ ਭੈਣੇ, ਆਤਮਾ ਦੁਆਰਾ ਮਾਰ ਲਾ। ਕੁਝ ਖਾਣ ਦਾ ਦਿਲ ਕਰਦਾ, ਆਤਮਾ ਦੁਆਰਾ ਮਾਰ ਲਾ।
ਕੁਛ ਪੀਣ ਦਾ ਦਿਲ ਕਰਦਾ, ਆਤਮਾ ਦੁਆਰਾ ਮਾਰ ਲਾ ਇਸ ਖੁਆਇਸ਼ ਨੂੰ, ਆਤਮਾ ਦੁਆਰਾ ਡਿਸਟਰੋਏ ਕਰ ਲਾ ਇਸ ਖੁਆਇਸ਼ ਨੂੰ। ਚਾਹੇ ਗੁੱਸਾ, ਚਾਹੇ ਗਿਲਾ, ਚਾਹੇ ਨਫ਼ਰਤ, ਚਾਹੇ ਜੈਲਸੀ, ਚਾਹੇ ਕੁਛ ਵੀ ਇਦਾਂ ਦੀਆਂ ਚੀਜ਼ਾਂ ਆਉਣ ਦੀ ਕੋਸ਼ਿਸ਼ ਕਰਦੀਆਂ ਨੇ। ਆਤਮਾ ਦੇ ਵਿੱਚ ਬਹਿ ਜਾ ਭਰਾ ਮੇਰਿਆ, ਆਤਮਾ 'ਚ ਬਹਿ ਜਾ ਭੈਣ ਮੇਰੀਆ। ਆਤਮਾ ਦੇ ਵਿੱਚ ਹੀ ਗਾ, ਆਤਮਾ ਦੇ ਵਿੱਚ ਹੀ ਨੱਚ, ਆਤਮਾ ਵਿੱਚ ਹੀ ਪ੍ਰਾਰਥਨਾ ਕਰ, ਆਤਮਾ ਦੇ ਵਿੱਚ ਹੀ ਪ੍ਰੋਮਿਸ ਕਲੇਮ ਕਰ। ਆਤਮਾ ਦੀ ਸ਼ਕਤੀ ਸਰੀਰਕ ਕਾਮਨਾਵਾਂ ਨੂੰ ਡਿਸਟਰੋਏ ਕਰ ਸਕਦੀ ਹੈ ਤੇ ਸਾਨੂੰ ਜਿੱਤ ਦਿੰਦੀ ਹੈ, ਤਾਂ ਕਿ ਆਪਾਂ ਮੁੜ ਕੇ ਫਿਰ ਪਾਪ ਦੇ ਵਿੱਚ ਨਾ ਡਿੱਗੀਏ। ਗਲਾਤੀਆਂ ਚੈਪਟਰ 5 ਦੇਖਾਂਗੇ, ਉਹਦਾ 16ਵਾਂ ਵਰਸ ਪੜਾਂਗੇ ਆਪਾਂ। 5:16 ਬੜਾ ਜ਼ਬਰਦਸਤ ਵਰਸ ਹੈਗਾ। ਮੇਰੇ ਕਹਿਣ ਦਾ ਅਰਥ ਹੈ ਕਿ ਕੀ ਅਰਥ ਬਈ, ਕੀ ਆ ਨਿਚੋੜ, ਕੀ ਆ, ਕੀ ਅਰਥ ਆ, ਕੀ ਨਿਚੋੜ ਆ? ਕਿ ਪਵਿੱਤਰ ਆਤਮਾ ਦੀ ਅਗਵਾਈ ਹੇਠ ਜੀਵਨ ਗੁਜ਼ਾਰੋ ਤਾਂ ਤੁਸੀਂ ਕਿਸੇ ਤਰ੍ਹਾਂ ਵੀ ਸਰੀਰ ਦੀਆਂ ਵਾਸ਼ਨਾਵਾਂ ਪੂਰੀਆਂ ਨਹੀਂ ਕਰ ਸਕੋਗੇ। ਕਰ ਹੀ ਨਹੀਂ ਸਕੋਗੇ, ਤਾਂ ਤੁਸੀਂ ਸਰੀਰ ਦੀਆਂ ਵਾਸ਼ਨਾ ਪੂਰੀਆਂ ਕਰ ਹੀ ਨਹੀਂ ਸਕੋਗੇ, ਪੂਰੀਆਂ ਕਰ ਹੀ ਨਹੀਂ ਸਕੋਗੇ। ਤੁਹਾਡਾ ਤਾਂ ਮਾਮਲਾ ਹੀ ਬਦਲ ਗਿਆ, ਤੁਹਾਡਾ ਤਾਂ ਕੰਮ ਹੀ ਬਦਲ ਗਿਆ। ਇੱਥੇ ਤੁਹਾਡਾ ਖਾਣ ਨੂੰ ਨਹੀਂ ਹੁਣ ਦਿਲ ਕਰੇਗਾ, ਤੁਹਾਡਾ ਪੀਣ ਨੂੰ ਨਹੀਂ ਹੁਣ ਦਿਲ ਕਰੇਗਾ, ਤੁਹਾਡਾ ਹੁਣ ਚੁਗਲੀ ਕਰਨ ਨੂੰ ਦਿਲ ਨਹੀਂ ਕਰੇਗਾ, ਤੁਹਾਡਾ ਹੁਣ ਕਿਸੇ ਨੂੰ ਮਾੜਾ ਕਹਿਣ ਨੂੰ ਦਿਲ ਨਹੀਂ ਕਰੇਗਾ, ਤੁਹਾਡਾ ਹੁਣ ਗੁੱਸੇ ਹੋਣ ਨੂੰ ਦਿਲ ਨਹੀਂ ਕਰੇਗਾ, ਤੁਹਾਡਾ ਹੁਣ ਗਿਲਾ ਕਰਨ ਨੂੰ ਦਿਲ ਨਹੀਂ ਕਰੇਗਾ। ਇਹ ਕੀ ਹੋ ਗਿਆ ਤੈਨੂੰ ਭੈਣੇ? ਬਸ ਜਦੋਂ ਦਾ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦਾ ਨਸ਼ਾ ਚੜਿਆ ਭੈਣ, ਮੈਂ ਤਾਂ ਬਦਲ ਗਈ ਹਾਂ। ਹੁਣ ਦਿਲ ਕਰਦਾ ਗਾਣ ਦਾ, ਮੈਂ ਬਦਲ ਗਿਆ, ਮੇਰਾ ਸਾਰਾ ਜੀਵਨ ਬਦਲ ਗਿਆ। ਆਮੀਨ। ਕਿਹਨੇ ਬਦਲਿਆ ਜੀਵਨ? ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਆਤਮਾ ਨੇ ਬਦਲਿਆ। ਆਮੀਨ। ਪਾਕ ਰੂਹ ਦੇ ਵਿੱਚ ਜੀਵਨ ਬਤੀਤ ਕਰੋ, ਦਿਲ ਹੀ ਨਹੀਂ ਕਰੇਗਾ ਸਰੀਰਕ ਕਾਮਨਾਵਾਂ ਦੇ ਵਿੱਚ ਕੁਝ ਕਰਨ ਦਾ। ਆਮੀਨ। ਆਖਰੀ ਵਰਸ ਗਲਾਤੀਆਂ 5ਵਾਂ ਚੈਪਟਰ, ਉਹਦਾ 24ਵਾਂ ਵਰਸ ਪੜਾਂਗੇ। 5:24 ਗਲੇਸ਼ੀਅਨ 5:24। ਦੇਖੋ, ਧਿਆਨ ਦੇਣਾ। ਜੋ ਮਸੀਹ ਯਿਸੂ ਦੇ ਹਨ ਉਹਨਾਂ ਨੇ ਆਪਣੇ ਸਰੀਰ ਨੂੰ ਇਸ ਦੀਆਂ ਵਾਸ਼ਨਾਵਾਂ ਅਤੇ ਇਛਾਵਾਂ ਸਮੇਤ ਸਲੀਬ ਤੇ ਚੜਾ ਦਿੱਤਾ ਹੈ। ਚੜ ਗਿਆ ਸਲੀਬ ਤੇ। ਆਮੀਨ। ਡੇਲੀ ਪ੍ਰਭੂ ਨੇ ਕਿਹਾ, ਜਿਹੜਾ ਮੇਰੇ ਪਿੱਛੇ ਨਹੀਂ ਜਾਂਦਾ ਆਪਣੇ ਆਪ ਨੂੰ ਇਨਕਾਰ ਕਰੇ, ਆਪਣਾ ਸਲੀਬ ਉਠਾਵੇ, ਡੇਲੀ ਮੇਰੇ ਪਿੱਛੇ ਆਵੇ। ਜਿਹੜੇ ਪ੍ਰਭੂ ਯਿਸੂ ਮਸੀਹ ਜੀ ਦੇ ਹਨ, ਉਹਨਾਂ ਨੇ ਆਪਣੇ ਸਰੀਰ ਦੀਆਂ ਕਾਮਨਾਵਾਂ, ਸਰੀਰ ਦੀਆਂ ਖੁਆਇਸ਼ਾਂ, ਸਰੀਰਕ ਖੁਆਇਸ਼ਾਂ ਤੇ ਸਰੀਰਕ ਕਾਮਨਾਵਾਂ ਸਲੀਬ ਤੇ ਚੜ ਦਿੱਤੀਆਂ ਨੇ। ਕੌਣ ਚੜਦਾ ਸਲੀਬ ਦੇ ਉੱਤੇ? ਪਾਕ ਰੂਹ ਚੜਦੀ ਹੈ ਸਲੀਬ ਦੇ ਉੱਤੇ। ਜਦੋਂ ਤੁਸੀਂ ਪਾਕ ਰੂਹ ਵਿੱਚ ਪੱਦੇ ਹੋ, ਪ੍ਰਭੂ ਦੇ ਬਣੋ, ਰੂਹ ਦੇ ਵਿੱਚ ਪ੍ਰਾਰਥਨਾ ਕਰਨੀ ਬੰਦ ਨਾ ਕਰੀਏ, ਰੂਹ ਦੇ ਵਿੱਚ ਗਾਣਾ ਬੰਦ ਨਾ ਕਰੀਏ, ਰੂਹ ਦੇ ਵਿੱਚ ਫਲੋ ਹੋਣਾ ਬੰਦ ਨਾ ਕਰੀਏ, ਪਾਕ ਰੂਹ ਦੀ ਆਵਾਜ਼ ਨੂੰ ਸੁਣ ਕੇ ਚੱਲੀਏ। ਆਮੀਨ। ਆਓ ਦੁਆ ਕਰੀਏ। ਪਰਮੇਸ਼ਰ ਪਿਤਾ, ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਨਾਮ ਦੇ ਵਿੱਚ ਦੁਆ ਕਰਦੇ ਹੈਗੇ ਆ, ਬੇਨਤੀ ਕਰਦੇ ਹੈਗੇ ਆ। ਪ੍ਰਭੂ ਜੀ, ਅੱਜ ਸਾਡੀ ਪ੍ਰੇਅਰ ਹੈ ਕਿ ਸਾਨੂੰ ਤੁਸੀਂ ਰੂਹ ਦੇ ਵਿੱਚ ਬਦਲਣਾ ਸਿਖਾਓ, ਸਾਨੂੰ ਰੂਹ ਦੇ ਵਿੱਚ ਚੱਲਣਾ ਸਿਖਾਓ, ਸਾਨੂੰ ਰੂਹ ਦੇ ਵਿੱਚ ਕੰਮ ਕਰਨਾ ਸਿਖਾਓ। ਅਸੀਂ ਰੂਹ ਦੇ ਵਿੱਚ ਪ੍ਰੇਰ ਕਰਨਾ ਚਾਹੁੰਦੇ ਹਾਂ, ਰੂਹ ਦੇ ਵਿੱਚ ਵਚਨ ਪੜ੍ਹਨਾ ਚਾਹੁੰਦੇ ਹਾਂ, ਰੂਹ ਦੇ ਵਿੱਚ ਬੋਲਣਾ ਚਾਹੁੰਦੇ ਹਾਂ, ਰੂਹ ਦੇ ਵਿੱਚ ਸੁਣਨਾ ਚਾਹੁੰਦੇ ਹਾਂ, ਰੂਹ ਦੇ ਵਿੱਚ ਦੇਖਣਾ ਚਾਹੁੰਦੇ ਹਾਂ, ਰੂਹ ਦੇ ਵਿੱਚ ਚੱਲਣਾ ਚਾਹੁੰਦੇ ਹਾਂ, ਰੂਹ ਦੇ ਵਿੱਚ ਜੀਣਾ ਚਾਹੁੰਦੇ ਹਾਂ, ਰੂਹ ਦੇ ਵਿੱਚ ਭੱਜਣਾ ਚਾਹੁੰਦੇ ਹਾਂ, ਰੂਹ ਦੇ ਵਿੱਚ ਸੇਵਾ ਕਰਨੀ ਚਾਹੁੰਦੇ ਹਾਂ, ਰੂਹ ਦੇ ਵਿੱਚ ਬੀਜਣਾ ਚਾਹੁੰਦੇ ਹਾਂ, ਰੂਹ ਦੇ ਵਿੱਚ ਪ੍ਰਚਾਰ ਕਰਨਾ ਚਾਹੁੰਦੇ ਹਾਂ, ਰੂਹ ਦੇ ਵਿੱਚ ਟੀਚ ਕਰਨਾ ਚਾਹੁੰਦੇ ਹਾਂ, ਰੂਹ ਦੇ ਵਿੱਚ ਭਵਿੱਖਬਾਣੀਆਂ ਕਰਨਾ ਚਾਹੁੰਦੇ ਹਾਂ, ਰੂਹ ਦੇ ਵਿੱਚ ਪਰਮੇਸ਼ਰ ਪਿਤਾ ਅਸੀਂ ਲੋਕਾਂ ਨੂੰ ਬਚਾਉਣਾ ਚਾਹੁੰਦੇ ਹਾਂ, ਰੂਹ ਦੇ ਵਿੱਚ ਹੀ ਪ੍ਰਭੂ ਜੀ ਅਸੀਂ ਤੁਹਾਡੇ ਫਲਾਂ ਨਾਲ ਭਰਨਾ ਚਾਹੁੰਦੇ ਹਾਂ, ਰੂਹ ਦੇ ਵਿੱਚ ਹੀ ਪ੍ਰਭੂ ਜੀ ਅਸੀਂ ਮਿਰਕਲਸ ਐਕਸਪੀਰੀਅੰਸ ਕਰਨਾ ਚਾਹੁੰਦੇ ਹਾਂ, ਹੀਲਿੰਗਸ ਐਕਸਪੀਰੀਅੰਸ ਕਰਨਾ ਚਾਹੁੰਦੇ ਹਾਂ, ਡਿਲੀਵਰੈਂਸ ਐਕਸਪੀਰੀਅੰਸ ਕਰਨਾ ਚਾਹੁੰਦੇ ਹਾਂ। ਪ੍ਰਭੂ ਜੀ, ਤੁਸੀਂ ਸਾਨੂੰ ਰੂਹ ਦੇ ਨਾਲ ਭਰ ਦੇਵੋ, ਰੂਹ ਦੇ ਮਸਾ ਨਾਲ ਭਰ ਦੇਵੋ, ਰੂਹ ਦੇ ਵਿੱਚ ਸਾਨੂੰ ਚੱਲਣਾ ਸਿਖਾਓ। ਪ੍ਰਭੂ ਜੀ, ਅਸੀਂ ਰੂਹ ਵਿੱਚ ਜਨਮ ਤਾਂ ਲੈ ਲਿਆ, ਹੁਣ ਰੂਹ 'ਚ ਚੱਲਣਾ ਵੀ ਸਾਨੂੰ ਸਿਖਾਓ। ਪ੍ਰਭੂ ਜੀ, ਕਿਰਪਾ ਕਰੋ ਸਾਡੇ ਤੇ, ਦਇਆ ਕਰੋ ਸਾਡੇ ਤੇ, ਮਿਹਰ ਕਰੋ ਸਾਡੇ ਤੇ। ਪ੍ਰਭੂ ਜੀ, ਸਾਨੂੰ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸਾਨੂੰ ਰੂਹ ਦੇ ਵਿੱਚ ਭਰ ਦੇਵੋ। ਮੈਂ ਦੁਆ ਕਰਦਾ ਹਾਂ, ਜਿੰਨੇ ਵੀ ਪ੍ਰਭੂ ਜੀ ਸਾਡੇ ਭੈਣ ਭਰਾ ਅੱਜ ਦਾ ਇਹ ਵਚਨ ਸੁਣ ਰਹੇ ਨੇ, ਮੈਂ ਬੇਨਤੀ ਕਰਦਾ ਹਾਂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪ੍ਰਭੂ ਜੀ ਰੂਹ ਦੇ ਵਿੱਚ ਭਰ ਦੇਵੋ, 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 ਰੂਹ ਦੇ ਵਿੱਚ ਅੱਗ ਦੀ ਲਾਟ ਦੇ ਵਿੱਚ, ਰੂਹ ਦੀ ਅੱਗ ਦੇ ਵਿੱਚ ਭਰ ਦੇਵੋ, ਰੂਹ ਦੀ ਅੱਗ ਦੇ ਵਿੱਚ ਭਰ ਦੇਵੋ, ਰੂਹ ਦੀ ਫਾਇਰ ਦੇ ਵਿੱਚ ਭਰ ਦੇਵੋ। ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪ੍ਰਭੂ ਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਹਾਡੀ ਅੱਗ ਆਵੇ, ਸਿਰ ਤੋਂ ਲੈ ਕੇ ਪੈਰਾਂ ਤੱਕ ਤੁਹਾਡਾ ਮਸਾ ਉਹ ਛਾ ਜਾਵੇ। ਪ੍ਰਭੂ ਜੀ, ਸਿਰ ਤੋਂ ਲੈ ਕੇ ਪੈਰਾਂ ਤੱਕ ਉਹਨਾਂ ਦੇ ਚਾਰੋਂ ਪਾਸੇ ਘੁੰਮਦਾ ਉਹਨਾਂ ਨੂੰ
ਘੇਰ ਲਵੇ। ਭਰਦੇ ਪ੍ਰਭੂ ਜੀ, ਭਰਦੇ ਪ੍ਰਭੂ ਜੀ, ਭਰਦੇ ਪ੍ਰਭੂ ਜੀ, ਭਰਦੇ ਪ੍ਰਭੂ ਜੀ। ਰੂਹ ਦੇ ਵਿੱਚ ਭਰਦੇ ਹੋ, ਰੂਹ ਦੇ ਵਿੱਚ ਭਰਦੇ ਹੋ, ਰੂਹ ਦੇ ਵਿੱਚ ਭਰਦੇ ਹੋ। ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੰਗਦੇ ਆ, ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੰਗਦੇ ਆ, ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੰਗਦੇ ਆ ਤੇ ਤੁਹਾਡਾ ਧੰਨਵਾਦ ਕਰਦੇ ਆ, ਤੁਹਾਡਾ ਸ਼ੁਕਰ ਕਰਦੇ ਆ। ਕਿ ਪਰਮੇਸ਼ਰ ਪਿਤਾ ਦਾ ਪਿਆਰ, ਪ੍ਰਭੂ ਯਿਸੂ ਮਸੀਹ ਜੀ ਦੀ ਕਿਰਪਾ ਤੇ ਮਿਹਰ, ਪਵਿੱਤਰ ਆਤਮਾ ਦੀ ਸੰਗਤੀ ਤੁਹਾਡੇ ਸਭਨਾਂ ਨਾਲ ਹੋਵੇ ਹਮੇਸ਼ਾ ਹਮੇਸ਼ਾ ਲਈ। ਆਮੇਨ।